11 ਅਗਸਤ ਨੂੰ ਰਾਤ ਨੂੰ ਰੇਡੀਓ ਤੇ ਅਨਾਉਂਸਮੈਂਟ ਹੋਈ ਕਿ ਇਹ ਏਰੀਆ ਜਿਹੜਾ ਪੰਜਾ ਸਾਹਿਬ ਦਾ ਡੋਮੀਨੇਟਿੰਗ ਸੀਗਾ ਸਿੱਖਾਂ ਦਾ ਜਾਂ ਹਿੰਦੂਆਂ ਦਾ, ਇਹ ਪਾਕਿस्तान ही चला गया। बहुत आदमी बेगुनाह मारे गए। और एक बच्चा कोई होगा 7-8 महीने का, उसके जनाब यहाँ से नेजा मारा हुआ था, इधर से छिड़ा था, बच्चा मरा है। उस बच्चे को जब मारने लगे तो उसके जो मारने आया था उसके बेटे ने बोला, अब्बा इसे मत मारो, कल मेरे साथ स्कूल कौन जाएगा। हाँ, वो इस तरह हुआ कि हमारे एक उस्ताद थे जो हमें पढ़ाया करते थे, बलवीर सिंह। There was some lathi charge on the Jews and he died in that lathi charge. ये कौन थे? ये शैतान आदमी थे जो मजहब की आड़ में काम करवा रहे थे लोगों से। ਖਾਲੀ ਹਿੰਦੂਆਂ ਨੂੰ ਤੇ ਮੁਸਲਮਾਨਾਂ ਨੂੰ ਲੜਨ ਦਾ ਹੀ ਨਾਂ 47 ਨਹੀਂ ਹੈ। ਨਿਹਾਇਤ ਹੀ ਅਦਬ ਤੇ ਖਲੂਸ ਦੇ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਤੁਸੀਂ ਦੀ ਅਨਮਿਊਟ ਵੇਖ ਰਹੇ ਹੋ ਅਤੇ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਆਪਣਾ ਹਰਪ੍ਰੀਤ ਸਿੰਘ ਕਾਲੂ। ਅੱਜ ਜਿਸ ਸ਼ਖਸੀਅਤ ਦੇ ਨਾਲ ਮੈਂ ਤੁਹਾਡੀ ਮੁਲਾਕਾਤ ਕਰਵਾਉਣੀ ਹੈ ਉਸ ਦੇ ਬਾਰੇ ਆਪਾਂ ਨਾਲੋਂ ਨਾਲ ਜਾਣਾਂਗੇ, ਪਰ ਉਹਨਾਂ ਨੂੰ ਮਿਲਣ ਦਾ ਸਬੱਬ ਹੈ 1947। ਸਾਡੇ ਬਹੁਤ ਸਾਰੀਆਂ ਸ਼ਖਸੀਅਤਾਂ, ਵਿਦਵਾਨ, ਬਜ਼ੁਰਗ ਇਹ ਕਹਿੰਦੇ ਨੇ ਕਿ ਜੇ ਤੁਸੀਂ ਪੰਜਾਬ ਨੂੰ ਸਮਝਣਾ ਹੈ ਤਾਂ 1947 ਨੂੰ ਸਮਝਣਾ ਬਹੁਤ ਜ਼ਰੂਰੀ ਹੈ। 1984 ਨੂੰ ਸਮਝਣ ਦੇ ਲਈ 1947 ਨੂੰ ਸਮਝਣਾ ਬਹੁਤ ਜ਼ਰੂਰੀ ਹੈ। 1947 ਨੂੰ ਸਮਝੇ ਬਿਨਾਂ ਨਾ ਗੱਲ ਅੱਗੇ ਵੱਧ ਸਕਦੀ ਹੈ, ਨਾ ਪੰਜਾਬ ਨੂੰ ਸਮਝਿਆ ਜਾ ਸਕਦਾ, ਕਿਉਂਕਿ ਇਹ ਉਹ ਦੌਰ ਸੀ ਜਿਸ ਦੇ ਵਿੱਚ ਅਸੀਂ ਆਪਣਿਆਂ ਦੀਆਂ ਜਾਨਾਂ ਗਵਾਈਆਂ, ਆਪਣਾ ਕਿਰਦਾਰ ਵੀ ਭੁੱਲੇ ਅਤੇ ਇੱਕ ਅਜਿਹਾ ਜ਼ਖਮ ਸਾਡੇ ਅੰਦਰ ਕਦੀ ਵੀ ਰਾਜ਼ੀ ਨਹੀਂ ਹੋਇਆ ਜਿਸ ਦੇ ਵਿੱਚ ਸਾਡੀਆਂ ਅਰਦਾਸਾਂ ਨੇ ਜਨਮ ਲਿਆ ਅਤੇ ਵਿਛੜੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦਿਦਾਰਿਆਂ ਦੀ ਗੱਲ ਕਰਦੇ ਆ ਰਹੇ ਹਾਂ। ਇਹ ਗੱਲ ਇਸ ਕਰਕੇ ਕਰਨੀ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਇਹ ਉਹ ਚੀਜ਼ ਹੈ ਜਿਹੜੀ ਸਾਡੇ 'ਤੇ ਥੋਪੀ ਗਈ ਅਤੇ ਉਸੇ ਥੋਪੇ ਦੇ ਵਿੱਚੋਂ ਸਾਨੂੰ ਸਾਡੀਆਂ ਜੜ੍ਹਾਂ ਤੋਂ ਤੋੜਿਆ ਗਿਆ। ਇਹਨਾਂ ਦੀ ਬਾਤ ਪਾਉਂਦੇ ਹੋਏ ਸਾਡੇ ਬਜ਼ੁਰਗ ਪੂਰੇ ਹੋ ਗਏ ਅਤੇ ਇਸੇ ਤਰ੍ਹਾਂ ਸਮੇਂ ਦਰ ਸਮੇਂ ਬਹੁਤ ਸਾਰੇ ਬਜ਼ੁਰਗ ਜੋ ਅੱਜ ਜਿਉਂਦੇ ਨੇ ਉਹ ਇੱਕ ਨਾ ਇੱਕ ਦਿਨ ਰੱਬ ਦਾ ਭਾਣਾ ਆ ਉਹ ਚਲੇ ਜਾਣਗੇ। ਬਜ਼ੁਰਗਾਂ ਦੀ ਉਹ ਕਹਾਣੀ ਦੂਜੀ ਪੀੜ੍ਹੀ ਤੋਂ ਵੀ ਬਾਅਦ ਤੀਜੀ ਪੀੜ੍ਹੀ ਤੱਕ ਪਹੁੰਚ ਗਈ ਹੈ। ਸੋ ਅੱਜ ਦੀ ਜੋ ਸ਼ਖਸੀਅਤ ਹੈ ਉਸ ਦੇ ਨਾਲ ਮੈਂ ਮੁਲਾਕਾਤ ਕਰਵਾ ਰਿਹਾ ਤੁਹਾਡੀ, ਅਤੇ ਉਹ ਮੁਲਾਕਾਤ ਇਸੇ ਕਰਕੇ ਜ਼ਰੂਰੀ ਹੈ ਕਿਉਂਕਿ ਅੱਜ ਸਾਡੇ ਸਟੂਡੀਓ ਦੇ ਵਿੱਚ ਨੇ ਸੰਦੀਪ ਦੱਤ ਹੋਣੀ। ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ। ਸੰਦੀਪ ਦੱਤ ਬੋਲਤੀ ਖਿੜਕੀ ਦੇ ਸ਼ੁਰੂਆਤ ਦੇ ਵਿੱਚ ਇਹਨਾਂ ਨੇ 3 ਦੋਸਤਾਂ ਨੇ ਬਣਾਈ ਇੱਕ ਅਜਿਹਾ ਫੇਸਬੁੱਕ ਪੇਜ ਸੀ ਜਿਸ ਦੇ ਨਾਲ ਇਹਨਾਂ ਨੇ 1947 ਦੀਆਂ ਕਹਾਣੀਆਂ ਕਹੀਆਂ। ਉਹ ਕਹਾਣੀਆਂ ਨੂੰ ਫਿਰ ਆਕਸਫੋਰਡ ਪ੍ਰੈਸ ਯੂਨੀਵਰਸਿਟੀ ਨੇ ਕਿਤਾਬ ਦੀ ਸ਼ਕਲ ਦਿੱਤੀ ਹੈ ਜਿਸ ਦਾ ਇਹਨਾਂ ਨੇ ਨਾਮ ਰੱਖਿਆ ਦੀ ਸਪੀਕਿੰਗ ਵਿੰਡੋ। ਇਸ ਸਫ਼ਰ ਬਾਰੇ ਆਪਾਂ ਗੱਲ ਤਾਂ ਕਰਾਂਗੇ ਹੀ, ਪਰ ਜਿਵੇਂ ਕਿ ਮੈਂ ਕਿਹਾ ਕਿ ਸੰਦੀਪ ਦੱਤ ਹੋਣਾ ਬਾਰੇ ਗੱਲ ਵੀ ਕਰਨੀ ਜ਼ਰੂਰੀ ਹੈ। ਇਹ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਜਦੋਂ ਆਪਾਂ 1947 ਦੀ ਗੱਲ ਕਰਦੇ ਹਾਂ ਤਾਂ ਇੱਕ ਦੋ ਗੱਲਾਂ ਆਮ ਹੀ ਹੁੰਦੀਆਂ ਨੇ। ਤੁਸੀਂ ਜਦੋਂ 47 ਦੀਆਂ ਕਹਾਣੀਆਂ ਸੁਣੋਗੇ ਤੇ ਬਜ਼ੁਰਗ 2-3 ਬਿਰਤਾਂਤ ਜ਼ਰੂਰ ਸੁਣਾਉਂਦੇ ਨੇ। ਪਹਿਲਾ ਬਿਰਤਾਂਤ ਹੁੰਦਾ ਆ ਕਿ ਸਾਡਾ ਗੁਆਂਢਪਣਾ ਬਹੁਤ ਚੰਗਾ ਸੀ, ਉਹ ਲੋਕ ਬਹੁਤ ਚੰਗੇ ਸਨ, ਸਾਡਾ ਬਹੁਤ ਵਧੀਆ ਸਾਰਾ ਪੂਰਾ ਦਿਨ ਲੰਘਦਾ ਹੁੰਦਾ ਸੀ ਅਤੇ ਉਹ ਦਿਨ ਅੱਜ ਵੀ ਯਾਦ ਆਉਂਦੇ ਨੇ। ਦੂਜਾ ਜੋ 47 ਦੇ ਉਹਨਾਂ ਦਿਨਾਂ ਦੇ ਅੰਦਰ ਇੱਕ ਲਹੂ ਲੁਹਾਨ ਖੇਡ ਖੇਡੀ ਗਈ, ਉਸ ਦੇ ਵਿੱਚ ਜਿਨ੍ਹਾਂ ਨੇ ਜੋ ਕਤਲੇਆਮ ਕੀਤਾ ਉਹਨਾਂ ਦੇ ਕਿੱਸੇ ਬਜ਼ੁਰਗ ਜਦੋਂ ਸੁਣਾਉਂਦੇ ਨੇ ਤਾਂ ਇਹ ਕਹਿੰਦੇ ਨੇ ਕਿ ਫਲਾਣੇ ਬੰਦੇ ਨੇ ਬਹੁਤ ਕਤਲੋਗਾਰਤ ਕੀਤੀ ਸੀ। ਉਸ ਦਾ ਸਮੇਂ ਨਾਲ ਜਦੋਂ ਬਜ਼ੁਰਗ ਹੋਇਆ ਜਾਂ ਬਾਅਦ ਦੇ ਵਿੱਚ ਉਹਦਾ ਬੜਾ ਬੁਰਾ ਹਾਲ ਹੋਇਆ, ਉਹ ਬਹੁਤ ਔਖੀ ਤਰ੍ਹਾਂ ਉਹਦੀ ਜਾਨ ਨਿਕਲੀ, ਉਹ ਬੜੇ ਔਖੇ ਦਿਨ ਕੱਟ ਕੇ ਗਿਆ। ਅਤੇ ਇਹ ਇੱਕ ਬਿਰਤਾਂਤ ਦੇ ਵਿੱਚ
ਇੱਕ ਮੰਨਿਆ ਜਾਂਦਾ ਹੈ ਕਿ ਉਹਨਾਂ ਬਜ਼ੁਰਗਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਜਿਨ੍ਹਾਂ ਨੇ ਉਸ ਸਮੇਂ ਮਾੜਾ ਕੀਤਾ ਉਹਨਾਂ ਦੇ ਨਾਲ ਚੰਗਾ ਕਦੀ ਨਹੀਂ ਹੋਇਆ। ਤੇ ਤੀਸਰੀ ਕਹਾਣੀ ਇਹ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਸੰਦੀਪ ਦੱਤ, ਫੈਜ਼ਲ ਹਯਾਤ ਤੇ ਰਿਤਿਕਾ ਇਹ ਤਿੰਨ ਇਸ ਕਿਤਾਬ ਦੇ ਲਿਖਾਰੀ ਨੇ ਅਤੇ ਸੰਦੀਪ ਦੱਤ 28 ਸਾਲ ਦਾ, ਫੈਜ਼ਲ ਹਯਾਤ ਰਿਤਿਕਾ ਦੀ ਉਮਰ ਵੀ ਇੰਨੀ ਕੀ ਹੈ। ਤੇ ਇਹ ਮੁੰਡੇ ਜਦੋਂ ਇਹ ਕਹਾਣੀ ਕਹਿੰਦੇ ਨੇ ਤੇ ਇਹ ਇਸ ਕਰਕੇ ਵੀ ਜ਼ਰੂਰੀ ਹੋ ਜਾਂਦੀ ਹੈ ਕਿ ਜਿਹੜੇ ਬਜ਼ੁਰਗਾਂ ਨੇ ਉਹ ਕਹਾਣੀ ਕਹੀ ਜਾਂ ਜਿਹੜੇ ਬਜ਼ੁਰਗ ਉਸ ਕਹਾਣੀ ਦੇ ਗਵਾਹ ਸਨ ਉਹ ਤਾਂ ਇੱਕ ਅਲੱਗੀ ਗੱਲ ਹੈ। ਇਹ ਉਹ ਮੁੰਡੇ ਨੇ ਜਿਨ੍ਹਾਂ ਦਾ ਕਨੈਕਸ਼ਨ ਸਿੱਧੇ ਤੌਰ 'ਤੇ ਤੰਦ 47 ਦੇ ਨਾਲ ਨਹੀਂ ਜੁੜਦੀ, ਪਰ ਇਹਨਾਂ ਦੇ ਅੰਦਰ ਵੀ ਇੱਕ ਅਜਿਹੀ ਗੱਲ ਹੈ ਕਿ ਉਹ 47 ਦੀ ਕਹਾਣੀ ਨੂੰ ਕਹਿੰਦੇ ਨੇ। ਇਹ 47 ਦੀ ਕਹਾਣੀ ਨੂੰ ਕਿਉਂ ਕਹਿੰਦੇ ਨੇ, ਇਹ 47 ਦੀ ਕਹਾਣੀ ਨੂੰ ਕਿਵੇਂ ਸਮਝਦੇ ਨੇ, ਇਹਨਾਂ ਦੇ ਮੁਤਾਬਕ 47 ਦੀ ਕਹਾਣੀ ਨੂੰ ਕਹਿਣਾ ਜ਼ਰੂਰੀ ਕਿਉਂ ਹੈ, ਇਹ ਸਾਰੀਆਂ ਗੱਲਾਂ ਦੇ ਮਾਰਫਤ ਆਪਾਂ ਸਮਝਾਂਗੇ ਕਿ ਤੀਜੀ ਪੀੜ੍ਹੀ ਵੰਡ ਦੀ ਉਸ ਤਰਾਸਦੀ ਨੂੰ ਅੱਜ 2023 ਦੇ ਵਿੱਚ ਖੜ ਕੇ 75 ਸਾਲ ਬਾਅਦ ਕਿਵੇਂ ਸੋਚਦੀ ਹੈ। ਸੋ ਇਹ ਸਾਰੀਆਂ ਗੱਲਾਂ ਆਪਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ। ਸੋ ਇੱਕ ਵਾਰ ਫਿਰ ਸ਼ੁਰੂਆਤ ਇੱਥੋਂ ਹੀ ਕਰ ਲੈਂਦੇ ਹਾਂ ਕਿ ਬਹੁਤ ਬਹੁਤ ਸਵਾਗਤ, ਤੁਹਾਡੀ ਇਹ ਕਿਤਾਬ ਆਈ, ਇਸ ਦੇ ਲਈ ਵਧਾਈਆਂ। ਇਹ ਵੱਡਾ ਕੰਮ ਸੀ ਜੋ ਤੁਸੀਂ ਕੀਤਾ। ਹਾਂਜੀ, ਧੰਨਵਾਦ। ਪਰ ਇਹਦੀ ਆਪਾਂ ਸ਼ੁਰੂਆਤ ਇਹ ਕਰਦੇ ਹਾਂ ਸੰਦੀਪ, ਸਭ ਤੋਂ ਪਹਿਲਾਂ ਆਪਣੇ ਬਾਰੇ ਦੱਸੋ। ਜਿੱਥੋਂ ਤੱਕ ਮੈਂ ਜਾਣਦਾ ਤੁਹਾਡੇ ਬਜ਼ੁਰਗ, ਤੁਹਾਡੇ ਪਿਤਾ ਜੀ 16 ਸਾਲ ਦੇ ਸਨ ਜਦੋਂ ਲੁਧਿਆਣੇ ਆਏ। ਹਾਂਜੀ। ਤੁਸੀਂ ਪਿੱਛੋਂ ਉੱਤਰਾਖੰਡ ਤੋਂ ਹਾਂਜੀ, ਜਾਂ ਉਸ ਤੋਂ ਪਿੱਛੋਂ ਵੀ ਕਿਤੋਂ? ਉਸ ਤੋਂ ਪਿੱਛੋਂ ਵੀ ਨੇਪਾਲ ਤੋਂ, ਨੇਪਾਲ ਤੋਂ। ਉਸ ਤੋਂ ਪਿੱਛੋਂ ਬਨਾਰਸ ਤੋਂ ਆ, ਓਕੇ। ਉਸ ਤੋਂ ਪਿੱਛੇ ਦਾ ਨਹੀਂ ਹਲੇ ਮੈਂ ਲੱਭ ਪਾਇਆ। ਸੋ ਸ਼ੁਰੂ ਤੋਂ ਕਹਾਣੀ ਸੁਣਾਓ। ਸ਼ੁਰੂ ਤੋਂ ਕਹਾਣੀ ਆਪਣੇ ਪਰਿਵਾਰ ਦੀ ਜੇ ਸੁਣਾਵਾਂ ਤੇ ਸਾਡੇ ਕੋਲ 300 ਸਾਲ ਪਹਿਲਾਂ ਅਸੀਂ ਬਨਾਰਸ 'ਚ ਰਹਿੰਦੇ ਸੀ। ਠੀਕ ਹੈ। ਮਾਈਗ੍ਰੇਸ਼ਨ ਜਿਹੜਾ ਹੈ ਉਹ ਜਦੋਂ ਤੋਂ ਇਨਸਾਨ ਇਸ ਦੁਨੀਆ ਤੇ ਆਇਆ ਉਦੋਂ ਤੋਂ ਹੋ ਰਿਹਾ ਮਾਈਗ੍ਰੇਸ਼ਨ। ਉਹ ਕਦੇ ਖਾਣੇ ਦੀ ਭਾਲ ਦੇ ਵਿੱਚ, ਕਦੇ ਪਾਣੀ ਦੀ ਭਾਲ ਦੇ ਵਿੱਚ, ਕਦੇ ਜੀਵਨ ਦੇ ਵਿੱਚ ਗਰੋਥ ਦੀ ਭਾਲ ਦੇ ਵਿੱਚ ਉਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਂਦਾ ਰਿਹਾ। ਤੇ ਸਾਡੇ ਕੋਲ 300 ਸਾਲ ਪਹਿਲਾਂ ਮੇਰੇ ਪੁਰਖੇ ਕੁਝ ਔਰੰਗਜ਼ੇਬ ਦੇ ਬਣਾਏ ਹਾਲਾਤਾਂ ਤੋਂ ਡਰ ਕੇ ਪਹਾੜਾਂ 'ਚ ਜਾ ਕੇ ਬਸ ਗਏ। ਉਹ ਹਿਮਾਲय ਦੇ ਪਹਾੜ ਗ੍ਰੇਟਰ ਗੜਵਾਲ ਬਣੇ, ਗ੍ਰੇਟਰ ਨੇਪਾਲ ਬਣੇ, ਫਿਰ ਅੰਗਰੇਜ਼ ਆਏ, ਹੋਰ ਬਾਰਡਰ ਬਣੇ, ਫਿਰ ਹੋਰ ਦੇਸ਼ ਬਣੇ। ਤੇ ਉਹ ਇਲਾਕਾ ਜਿੱਥੋਂ ਦੀ ਉੱਠ ਕੇ ਮੇਰੇ ਪਿਤਾ ਜੀ 16 ਸਾਲ ਦੀ ਉਮਰ 'ਚ ਪੰਜਾਬ ਲੁਧਿਆਣੇ ਆਏ, ਉਹ ਅੱਜ ਦੇ ਨੇਪਾਲ 'ਚ ਪੈਂਦਾ ਹੈ। ਉਹ ਬਿਲਕੁਲ ਉੱਤਰਾਖੰਡ ਦੇ ਮਤਲਬ ਬਾਰਡਰ ਤੇ ਲੱਗਦਾ। ਕਾਲੀ ਇੱਕ ਨਦੀ ਹੈਗੀ ਹੈ, ਨਦੀ ਦੇ ਇਸ ਪਾਸੇ ਉੱਤਰਾਖੰਡ ਪੈਂਦਾ ਤੇ ਨਦੀ ਦੇ ਉਸ ਪਾਸੇ ਨੇਪਾਲ ਪੈਂਦਾ। 16 ਸਾਲ ਦੇ ਮੇਰੇ ਪਿਤਾ ਜੀ ਆਏ ਲੁਧਿਆਣੇ, ਇੱਥੇ ਨੌਕਰੀ ਕਰਨੀ ਸ਼ੁਰੂ ਕੀਤੀ ਤੇ ਇੱਥੋਂ ਆ ਕੇ ਉਹ ਪੰਜਾਬੀ ਹੋ ਗਏ, ਇੱਥੇ ਹੀ ਬਸ ਗਏ। ਕਈ ਸਾਲ ਵੱਖਰੀ ਥਾਵਾਂ 'ਤੇ ਨੌਕਰੀ ਕੀਤੀ ਤੇ ਅੱਜ ਇੱਕ ਦੁਕਾਨ ਚਲਾ ਰਹੇ ਨੇ ਲੁਧਿਆਣੇ ਦੇ ਵਿੱਚ। ਸਟੇਸ਼ਨਰੀ ਦਾ ਸਾਡਾ ਕੰਮ ਹੈ ਤੇ 4 ਉਹਨਾਂ ਦੇ ਨਿਆਣੇ ਪੰਜਾਬ 'ਚ ਹੀ ਜੰਮੇ, ਇੱਥੇ ਵੱਡੇ ਹੋਏ ਤੇ ਮੈਂ ਵੀ ਮਤਲਬ ਪੰਜਾਬ ਦੇ ਹੀ ਜੰਮ ਪਲਾਂ ਤੇ ਇੱਥੋਂ ਮੇਰੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ। ਸੰਦੀਪ ਦੱਤ ਦਾ ਜਨਮ ਪੰਜਾਬ 'ਚ ਹੋਇਆ, ਲੁਧਿਆਣੇ ਹੋਇਆ, ਪਰ 47 ਨਾਲ ਤੁਹਾਡਾ ਕਨੈਕਸ਼ਨ ਕਿਵੇਂ ਬਣਿਆ? ਸਭ ਤੋਂ ਪਹਿਲਾਂ 1947 ਕੁਛ ਹੈ ਸੀ, ਇਹ ਵੰਡ ਹੋਈ, ਇਸ ਦੇ ਬਾਰੇ ਕਿਵੇਂ ਸੁਣਿਆ? ਪੰਜਾਬ 'ਚ ਜੰਮਿਆ ਤੇ ਪੰਜਾਬ 'ਚ ਮੈਂ ਕਹਿ ਲਓ ਵੱਡਾ ਹੋਇਆ, ਸਕੂਲਿੰਗ ਕੀਤੀ ਹੈ ਤੇ 47 ਬਾਰੇ ਤਾਂ ਸਭ ਨੂੰ ਪਤਾ ਹੀ ਹੈ, ਬਚਪਨ ਤੋਂ ਹੀ ਕਹਾਣੀਆਂ ਸੁਣੀਆਂ ਨੇ, ਆਸੇ-ਪਾਸੇ ਪਤਾ ਹੈ ਕਿ ਆਹ ਪਰਿਵਾਰ ਪਾਕਿਸਤਾਨ ਤੋਂ ਆਇਆ ਸੀ ਜੀ। ਫਿਰ ਕਲਾਸਾਂ 'ਚ ਇਤਿਹਾਸ ਦੀਆਂ ਕਿਤਾਬਾਂ ਪੜ੍ਹੀਆਂ ਨੇ, ਉੱਤੋਂ ਕੁਛ ਨਾ ਕੁਛ ਪੜ੍ਹਿਆ ਤੇ ਮਤਲਬ 47 ਬਾਰੇ ਪਤਾ ਤਾਂ ਹੈ ਹੀ ਹੈ ਕਿ ਪੰਜਾਬ 'ਚ ਬੜਾ ਕਤਲੋਗਾਰਤ ਹੋਈ ਸੀ ਉਸ ਵੇਲੇ ਤੇ ਇੱਦਾਂ ਇੱਕ ਵੰਡ ਹੋਈ ਸੀ, 2 ਦੇਸ਼ ਬਣੇ ਸੀ। ਉਹ ਜਿਹੜਾ ਤਾਂਘ ਹੈ ਉਹ ਵਧੀ ਇਸ ਤਰ੍ਹਾਂ ਕਿ 2017 'ਚ 22 ਸਾਲ ਦਾ ਮੈਂ ਸੀਗਾ, ਮੈਨੂੰ ਸ਼ੌਂਕ ਹੈ ਕਵਿਤਾ ਕਹਿਣ ਦਾ, ਵੱਖਰੀ ਭਾਸ਼ਾ ਨੂੰ ਸਿੱਖਣ ਦਾ। ਮੈਂ ਤਕਰੀਬਨ 5-6 ਭਾਸ਼ਾਵਾਂ ਹਲੇ ਜਾਣਦਾ ਵਾਂ। ਮੇਰਾ ਮਨ ਸੀ ਕਿ ਮੈਂ ਉਰਦੂ ਸਿੱਖਾਂ ਤੇ ਪਤਾ ਲੱਗਿਆ ਕਿ ਪੰਜਾਬ ਗਵਰਨਮੈਂਟ ਦਾ ਭਾਸ਼ਾ ਵਿਭਾਗ ਫ੍ਰੀ ਵਿੱਚ ਉਰਦੂ ਸਿਖਾਉਂਦਾ ਹੈ ਲੁਧਿਆਣਾ ਦੇ ਪੰਜਾਬੀ ਭਵਨ ਵਿਖੇ। ਮੈਂ ਉੱਥੇ ਚਲਾ ਗਿਆ, ਆਪਣੇ ਆਪ ਨੂੰ ਇਨਰੋਲ ਕਰ ਲਿਆ ਤੇ ਉੱਥੇ ਉਹਦੀ ਜਿਹੜੇ ਉਰਦੂ ਸਿਖਾ ਰਹੇ ਸਨ ਉਹ ਸਰਦਾਰ ਪ੍ਰੇਮ ਸਿੰਘ ਬਜਾਜ, 86 ਸਾਲ ਦੀ ਉਮਰ ਉਹਨਾਂ ਦੀ ਉਸ ਵੇਲੇ, ਤੇ 22 ਸਾਲ ਤੋਂ ਉੱਥੇ ਉਰਦੂ ਸਿਖਾ ਰਹੇ ਸਨ। DAV ਕਾਲਜ ਜਗਰਾਓਂ ਤੋਂ ਰਿਟਾਇਰ ਹੋਏ ਪ੍ਰਿੰਸੀਪਲ। ਇਹ ਜਿਹੜੇ ਲਾਇਬ੍ਰੇਰੀਅਨ ਸਨ? ਹਾਂਜੀ। ਉਹ DAV ਕਾਲਜ ਜਲੰਧਰ ਉੱਥੋਂ ਜਗਰਾਓਂ ਤੋਂ ਰਿਟਾਇਰ ਹੋ ਕੇ ਪੰਜਾਬੀ ਭਵਨ ਉਹਨਾਂ ਨੇ ਲਾਇਬ੍ਰੇਰੀ ਸ਼ੁਰੂ ਕੀਤੀ। ਓਕੇ। 4000 ਕਿਤਾਬਾਂ ਤੋਂ ਉਹਨਾਂ ਨੇ ਉਸ ਲਾਇਬ੍ਰੇਰੀ ਨੂੰ ਸ਼ੁਰੂ ਕੀਤਾ ਸੀ। ਨਾਲ ਉਹਨਾਂ ਨੇ ਬੱਚਿਆਂ ਨੂੰ ਉਰਦੂ ਉੱਥੇ ਸਿਖਾਉਣੀ ਸ਼ੁਰੂ ਕੀਤੀ ਭਾਸ਼ਾ ਵਿਭਾਗ ਦੇ ਨਾਲ ਮਿਲ ਕੇ। ਰੀਸੈਂਟਲੀ ਕੋਵਿਡ ਦੇ ਦੌਰਾਨ ਉਹ ਚੱਲ ਬਸੇ।
ਉਹ ਜਦੋਂ ਚੱਲ ਬਸੇ ਨੇ, ਅੱਜ ਉਸ ਲਾਇਬ੍ਰੇਰੀ 'ਚ 70,000 ਤੋਂ ਵੱਧ ਕਿਤਾਬਾਂ ਨੇ, ਉਸ 'ਚੋਂ 5,000 ਤੋਂ ਵੱਧ ਕਿਤਾਬਾਂ ਸਿਰਫ ਉਰਦੂ ਦੀਆਂ ਨੇ, ਤੇ ਪੰਜਾਬੀ ਦੀਆਂ ਇਹੋ ਜਿਹੀਆਂ ਉੱਥੇ ਕਿਤਾਬਾਂ ਨੇ ਉਸ ਲਾਇਬ੍ਰੇਰੀ 'ਚ ਜਿਹੜੀਆਂ ਕਿ ਪੂਰੀ ਦੁਨੀਆ 'ਚ ਕਿਤੇ ਨਹੀਂ ਹੈਗੀਆਂ। ਇਹੋ ਜਿਹੀਆਂ ਥੀਸਿਸ ਉਹਨਾਂ ਨੇ ਮਤਲਬ ਉੱਥੇ ਇਕੱਠੀਆਂ ਕੀਤੀਆਂ ਹੋਈਆਂ ਨੇ। ਤੇ ਮੈਨੂੰ ਬੜਾ ਹੀ ਅਜੀਬ ਲੱਗਿਆ। ਮੈਂ ਕਿਹਾ ਵੀ ਬੰਦਾ ਹੀ ਬੜਾ ਹੈ ਤਾਂ ਸਹੀ ਹੈ। ਮਤਲਬ ਉਰਦੂ ਸਿੱਖੀ ਉਹਨਾਂ ਨੇ ਪਾਕਿਸਤਾਨ 'ਚ, 16 ਸਾਲ ਦੀ ਉਮਰ 'ਚ ਉਹ ਆ ਗਏ ਹਿੰਦੁਸਤਾਨ। ਉਰਦੂ ਇੱਥੇ ਨਹੀਂ ਸਿੱਖੀ ਉਹਨਾਂ ਨੇ, ਬਟ ਉਸ ਭਾਸ਼ਾ ਨਾਲ ਉਹਨਾਂ ਦਾ ਇਹੋ ਜਿਹਾ ਪਿਆਰ ਸੀਗਾ ਕਿ ਉਹ ਜਦੋਂ ਰਿਟਾਇਰ ਹੁੰਦੇ ਨੇ ਆਪਣੀ ਜ਼ਿੰਦਗੀ 'ਚ, ਤੇ ਉਹ ਕਹਿੰਦੇ ਨੇ ਕਿ ਮੈਂ ਇਸ ਭਾਸ਼ਾ ਨੂੰ ਸੰਭਾਲਣ ਲਈ ਕੰਮ ਕਰਨਾ ਹੈ, ਮੈਂ ਆਪਣੀ ਪੰਜਾਬੀ ਭਾਸ਼ਾ ਨੂੰ ਸੰਭਾਲਣ ਲਈ ਕੰਮ ਕਰਨਾ ਹੈ, ਤੇ ਮੈਂ ਉਰਦੂ ਨੂੰ ਲੋਕਾਂ ਨੂੰ ਸਿਖਾਉਣਾ ਹੈ। ਤੇ ਉਹ ਮੈਨੂੰ ਨਾ ਗੱਲ ਅੰਦਰ 'ਚ ਬੈਠ ਗਈ। ਮੈਂ ਕਿਹਾ ਵੀ ਇਹ ਤਾਂ ਚਲੋ ਪ੍ਰੇਮ ਸਿੰਘ ਬਜਾਜ ਦੀ ਕਹਾਣੀ ਹੈ, ਤੇ ਇਹ ਹੋਰ ਜਿਹੜੇ ਲੋਕ ਉਸ ਵੇਲੇ 47 'ਚ ਉੱਧਰੋਂ ਇੱਧਰ ਆਏ ਜਾਂ ਇੱਧਰੋਂ ਉੱਧਰ ਗਏ, ਉਹ ਕੀ ਕਰ ਰਹੇ ਹੋਣਗੇ ਇਸ ਵੇਲੇ। ਪ੍ਰੇਮ ਸਿੰਘ ਬਜਾਜ ਸਰਗੋਧੇ ਦੇ ਸਨ। ਪ੍ਰੇਮ ਸਿੰਘ ਬਜਾਜ ਸਰਗੋਧਾ ਤੋਂ ਆਏ ਸਨ, ਸ਼ਾਹਬਾਦ ਮਾਰਕੰਡਾ ਪਹੁੰਚੇ। ਓਕੇ। ਸ਼ਾਹਬਾਦ ਮਾਰਕੰਡਾ ਤੋਂ ਬਾਅਦ ਪਟਿਆਲੇ ਉਹਨਾਂ ਨੇ ਰਜਿੰਦਰਾ ਕਾਲਜ 'ਚ ਕੁਛ ਵੇਲੇ ਕੰਮ ਕੀਤਾ। ਫਿਰ ਉਹ ਉਸ ਤੋਂ ਬਾਅਦ ਜਗਰਾਓਂ ਚਲੇ ਗਏ ਲੈਕਚਰਰ। ਫਿਰ ਉੱਥੇ ਉਹਨਾਂ ਦੀ ਗਰੋਥ ਹੁੰਦੀ ਰਹੀ ਤੇ ਉਹ ਪ੍ਰਿੰਸੀਪਲ ਰਿਟਾਇਰ ਹੋਏ। ਤਕਰੀਬਨ ਮੈਨੂੰ ਲੱਗਦਾ ਹੈ 12-13 ਸਾਲ ਸ਼ਾਇਦ ਉਹ ਉੱਥੋਂ ਦੇ ਪ੍ਰਿੰਸੀਪਲ ਰਹੇ DAV ਕਾਲਜ ਦੇ। ਤੇ ਬਸ ਇਹ ਗੱਲ ਬੈਠ ਗਈ ਦਿਲ 'ਚ ਕਿ ਇਹੋ ਜਿਹੇ ਨਾ ਹੋਰ ਲੋਕ ਲੱਭਣੇ ਹੈ ਤੇ ਦੇਖਣਾ ਹੈ ਕਿ ਉਹ ਕੀ ਕਰਦੇ ਨੇ। ਇਹ ਹੋਇਆ ਵੀ ਇਸ ਤਰ੍ਹਾਂ ਕਿ ਆਪਾਂ ਉਰਦੂ ਕਲਾਸ ਉੱਥੇ ਲਗਾਉਂਦੇ ਸੀ ਤੇ ਇੰਡੀਅਨ ਐਕਸਪ੍ਰੈਸ ਦੀ ਇੱਕ ਪੱਤਰਕਾਰ ਇੱਕ ਵਾਰੀ ਉੱਥੇ ਆਈ। ਉਹਨਾਂ ਨੇ ਸਾਡੀ ਕਲਾਸ ਨੂੰ ਕਵਰ ਕੀਤਾ ਕਿ ਇੱਦਾਂ ਇੱਕ ਕਲਾਸ ਹੈਗੀ ਤੇ 5-7 ਲੋਕ ਆਉਂਦੇ ਨੇ, ਇੱਕ ਬਜ਼ੁਰਗ ਹੈਗੇ ਨੇ ਜੋ ਉਰਦੂ ਸਿਖਾਉਂਦੇ ਨੇ। ਉਹ ਇੰਡੀਅਨ ਐਕਸਪ੍ਰੈਸ ਦੀ ਖਬਰ ਨੂੰ ਜਦੋਂ ਮੈਂ ਫੇਸਬੁੱਕ ਤੇ ਸਾਂਝਾ ਕੀਤਾ ਤੇ ਉਹ ਲੋਕਾਂ ਨੇ ਪਿਆਰ ਹੀ ਬੜਾ ਦਿੱਤਾ। ਤੇ ਮੈਨੂੰ ਲੱਗਿਆ ਯਾਰ ਵੀ ਲੋਕ ਜਾਣਨਾ ਚਾਹੁੰਦੇ ਨੇ ਤੇ ਕਿਉਂ ਨਾ ਇਹ ਲੱਭ ਲਿਆ ਜਾਵੇ ਇਹੋ ਜਿਹੇ ਹੋਰ ਲੋਕਾਂ ਨੂੰ। ਓਕੇ। ਫੇਸਬੁੱਕ ਤੇ ਫਿਰ ਇੱਕ ਗਰੁੱਪ ਹੈਗਾ ਅਮਨ ਕੀ ਆਸ਼ਾ, ਬੀਨਾ ਸਰਵਰ ਦਾ। ਹਾਂਜੀ, ਬੀਨਾ ਸਰਵਰ ਦਾ ਗਰੁੱਪ ਹੈ ਅਮਨ ਕੀ ਆਸ਼ਾ, ਜਿਸ 'ਚ ਇੰਡੀਆ ਪਾਕਿਸਤਾਨ ਦੇ ਲੋਕ ਪਿਆਰ ਮੁਹੱਬਤ ਦੀਆਂ ਗੱਲਾਂ ਕਰਦੇ ਨੇ। ਮੈਂ ਉਹ ਗਰੁੱਪ ਜੁਆਇਨ ਕੀਤਾ ਹੋਇਆ ਸੀ ਉਸ ਵੇਲੇ, ਤੇ ਉਸੇ ਗਰੁੱਪ ਦੇ ਰਾਹੀਂ ਇੱਕ ਦੋਸਤ ਵੀ ਬਣਾਇਆ ਹੋਇਆ ਸੀ, ਫੈਜ਼ਲ ਹਯਾਤ। ਫੈਜ਼ਲ ਹਯਾਤ ਦੀ ਉਮਰ ਸੀ ਉਸ ਵੇਲੇ 19 ਸਾਲ, ਰਾਵਲਪਿੰਡੀ ਤੋਂ, ਜਰਨਲਿਜ਼ਮ ਦਾ ਸਟੂਡੈਂਟ। ਮੈਂ ਉਹਨਾਂ ਨਾਲ ਗੱਲ ਕੀਤੀ। ਮੈਂ ਕਿਹਾ ਵੀ ਮੈਂ ਚਾਹੁੰਦਾ ਕਿ ਆਪਾਂ ਇੱਦਾਂ ਦਾ ਇੱਕ ਕੰਮ ਕਰੀਏ, ਜ਼ਿਆਦਾ ਨਹੀਂ, ਆਪਾਂ ਨੂੰ ਨਹੀਂ ਪਤਾ ਕਿ ਇਹ ਬੰਦੇ ਕਿੱਥੇ ਨੇ, ਕਿੱਥੋਂ ਲੱਭਣੇ ਆ, ਸਾਨੂੰ ਕੁਛ ਨਹੀਂ ਪਤਾ। 4 ਬੰਦੇ ਮੈਂ ਲੱਭਦਾ ਇੱਥੇ ਜਿਹੜੇ ਪਾਕਿਸਤਾਨ ਤੋਂ ਇੰਡੀਆ ਆਏ ਸਨ, ਤੇ 4 ਹੀ ਤੂੰ ਲੱਭਣੇ ਨੇ ਬਸ। 8 ਬੰਦੇ ਲੱਭ ਕੇ ਉਹ ਕੀ ਕਰਦੇ ਪਏ ਨੇ, ਕਿੱਥੋਂ ਆਏ, ਕਿੱਥੇ ਪਹੁੰਚੇ, ਤੇ ਇਹ ਕਹਾਣੀਆਂ ਨਾ ਆਪਾਂ ਫੇਸਬੁੱਕ ਤੇ ਸ਼ੇਅਰ ਕਰਨੀ ਸ਼ੁਰੂ ਕਰੀਏ। ਤੇ ਫਿਰ ਅਸੀਂ ਨਾਲ ਜੋੜ ਲਿਆ ਰਿਤਿਕਾ ਨੂੰ। ਰਿਤਿਕਾ ਉਸ ਵੇਲੇ ਲੁਧਿਆਣੇ 'ਚ ਹੀ ਸਨ। ਲੁਧਿਆਣੇ ਸੀ। ਰਿਤਿਕਾ ਮੈਨੂੰ ਮਿਲੇ ਸਨ 2015 'ਚ। ਮੈਂ ਉਹਨਾਂ ਕੋਲ ਅੰਗਰੇਜ਼ੀ ਸਿੱਖਣ ਗਿਆ ਸੀ। ਓਕੇ। ਸਕੂਲ ਮੇਰਾ 2011 'ਚ ਖਤਮ ਹੋਇਆ ਤੇ ਮੈਨੂੰ ਲੱਗਿਆ 2015 'ਚ ਫਿਰ ਮੈਨੂੰ ਅੰਗਰੇਜ਼ੀ ਵੀ ਸਿੱਖ ਲੈਣੀ ਚਾਹੀਦੀ ਹੈ। ਤੇ ਮੈਂ ਉਹਨਾਂ ਕੋਲ ਅੰਗਰੇਜ਼ੀ ਸਿੱਖਣ ਗਿਆ ਸੀ ਤੇ 2017 'ਚ ਫਿਰ ਮੈਂ ਉਹਨਾਂ ਨੂੰ ਦੁਬਾਰਾ ਅਪਰੋਚ ਕੀਤਾ। ਮੈਂ ਉਹਨਾਂ ਨੂੰ ਕਿਹਾ ਕਿ ਆਪਾਂ ਇੱਦਾਂ ਇੱਕ ਕੰਮ ਕਰਨ ਲੱਗੇ ਹਾਂ, ਤੇ ਉਹਦੀਆਂ ਕਹਾਣੀਆਂ ਅਸੀਂ ਕਹਿਣੀਆਂ ਨੇ ਫੇਸਬੁੱਕ ਤੇ ਉਹ ਅੰਗਰੇਜ਼ੀ 'ਚ ਕਹਿਣੀਆਂ ਨੇ ਕਿਉਂਕਿ ਉਹ ਦੋਨਾਂ ਪਾਸੇ ਪੜ੍ਹੀਆਂ ਜਾਣਗੀਆਂ, ਫਿਰ ਲਿੰਕ ਲੈਂਗੁਏਜ ਬਣ ਜਾਏਗੀ ਤੇ ਤੁਸੀਂ ਸਾਡੀ ਉਹ 'ਚ ਮਦਦ ਕਰਨੀ ਹੈ, ਦਸਤਾਵੇਜ਼ੀ ਤੁਸੀਂ ਉਹਦੇ 'ਚ ਮਦਦ ਕਰਨੀ ਹੈ। ਤਾਂ ਉਹ ਐਗਰੀ ਕਰ ਗਏ। ਇਸ ਤਰੀਕੇ ਨਾਲ ਕਾਰਵਾਂ ਸ਼ੁਰੂ ਹੋ ਗਿਆ। ਨਾਮ ਰੱਖਣ ਦੀ ਵਾਰੀ ਆਈ, ਫਿਰ ਅਸੀਂ ਨਾਮ ਸੋਚਿਆ ਤੇ ਫੇਸਬੁੱਕ ਪੇਜ ਦਾ ਨਾਮ ਰੱਖਿਆ ਬੋਲਤੀ ਖਿੜਕੀ ਦਾ ਸਪੀਕਿੰਗ ਵਿੰਡੋ। ਸਾਡੇ ਤਸੱਵੁਰ 'ਚ ਬੋਲਤੀ ਖਿੜਕੀ ਦਾ ਇਹ ਮਤਲਬ ਸੀਗਾ ਕਿ ਮੈਂ ਦੇਖਦਾ ਪੁਰਾਣੇ ਸਾਡੇ ਸਮਾਜ 'ਚ ਲੋਕ, ਮੈਂ ਫਿਲਮਾਂ 'ਚ ਵੇਖਿਆ ਕਹਿ ਲਓ ਕਿ, ਜਾਂ ਫਿਰ ਮੈਂ ਪਿੰਡਾਂ 'ਚ ਵੇਖਿਆ ਕਿ ਖਿੜਕੀਆਂ ਰਾਹੀਂ ਬੀਬੀਆਂ ਜਾਂ ਲੋਕ ਆਪਸ 'ਚ ਇੱਕ ਦੂਜੇ ਨਾਲ ਗੱਲਾਂ ਕਰਦੇ ਰਹੇ ਨੇ। ਘਰ ਇੰਨੇ ਨਜ਼ਦੀਕ ਸੀਗੇ, ਜਾਂ ਕਹਿ ਲਓ ਕਿ ਆਪਣਾਪਨ ਇੰਨਾ ਸੀਗਾ, ਤੇ ਆਪਾਂ ਇੱਕ ਖਿੜਕੀ ਖੋਲ੍ਹਣਾ ਚਾਹੁੰਦੇ ਸੀ। 2 ਜਿਹੜੇ ਕਿ ਨੇਬਰ ਨੇਸ਼ਨਸ ਨੇ, ਘਰ ਨੇ ਜਿਹੜੇ, ਉਹਨਾਂ ਦੇ ਵਿੱਚ ਜੋ ਇੱਕ ਦੂਜੇ ਦੀਆਂ ਕਹਾਣੀਆਂ ਕਹਿਣ। ਇਸ ਤਸੱਵੁਰ ਤੋਂ ਬੋਲਤੀ ਖਿੜਕੀ ਦਾ ਸਪੀਕਿੰਗ ਵਿੰਡੋ ਨਾਮ ਮਿਲਿਆ ਤੇ ਅਸੀਂ ਕਹਾਣੀਆਂ ਉੱਥੇ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਤੇ 8 ਕਹਾਣੀਆਂ ਪਾਉਂਦੇ ਉਹ ਗਰੋ ਹੋ ਗਿਆ ਪੇਜ। ਲੋਕ ਸਾਨੂੰ ਹੱਲਾਸ਼ੇਰੀ ਦੇਣ ਲੱਗ ਗਏ, ਸਪੋਰਟ ਕੀਤਾ ਲੋਕਾਂ ਨੇ। 8 ਕਹਾਣੀਆਂ ਅਸੀਂ ਸੋਚੀਆਂ ਸੀ ਤੇ 15 ਅਗਸਤ 2017 ਤੱਕ ਅਸੀਂ 40 ਕਹਾਣੀਆਂ ਉੱਥੇ ਕਹਿ ਦਿੱਤੀਆਂ। 40 ਕਹਾਣੀਆਂ ਕਹਿੰਦੇ ਇੰਡੀਅਨ ਐਕਸਪ੍ਰੈਸ ਨੇ ਸਾਡੇ ਉੱਪਰ ਇੱਕ ਕਹਾਣੀ ਕਰ ਦਿੱਤੀ। ਫਿਰ ਦਾ ਹਿੰਦੂ, ਹਿੰਦੁਸਤਾਨ ਟਾਈਮਸ, ਲਾਈਵ ਮਿੰਟ, ਟਾਈਮ ਮੈਗਜ਼ੀਨ ਨੇ ਸਾਨੂੰ ਆਪਣੇ ਆਨਲਾਈਨ ਪੋਰਟਲ ਤੇ ਮੈਂਸ਼ਨ ਕੀਤਾ। ਅਬੂ ਧਾਬੀ ਤੋਂ ਇੱਕ ਅਖਬਾਰ ਨਿਕਲਦਾ ਦਾ ਨੈਸ਼ਨਲ, ਉਹਨਾਂ ਨੇ ਮੈਂਸ਼ਨ ਕੀਤਾ। ਤੇ ਸਾਨੂੰ ਲੱਗਿਆ ਕਿ ਇਹ ਤਾਂ ਕੰਮ ਹੀ ਬੜਾ ਸੀਰੀਅਸ ਹੈ, ਵੀ ਇਹਨੂੰ ਹੋਰ ਸੀਰੀਅਸ ਪੱਧਰ ਤੇ ਕੀਤਾ ਜਾਵੇ। ਜਦੋਂ ਇਹ ਤੁਸੀਂ ਕੰਮ ਸ਼ੁਰੂ ਕੀਤਾ ਸੀ ਤੁਸੀਂ 22 ਸਾਲ ਦੇ ਸੀ? ਹਾਂਜੀ। ਫੈਜ਼ਲ 19 ਸਾਲ ਦਾ, ਤੇ ਰਿਤਿਕਾ 26 ਸਾਲ ਦੀ। ਰਿਤਿਕਾ ਤੁਹਾਡੇ ਚੋਂ ਸਾਰੇ ਤੋਂ ਵੱਡੀ ਹੋਵੇ। ਹਾਂਜੀ। ਤੇ ਨਾਲ ਆਪਾਂ ਇਹ ਦੱਸ ਦਈਏ ਕਿ ਜਿਹੜੇ ਦੀ ਸਪੀਕਿੰਗ ਵਿੰਡੋ ਕਿਤਾਬ ਹੈ, ਇਸ ਦੇ 3 ਲੇਖਕ ਨੇ। 3 ਲੇਖਕ ਨੇ। ਇਹ 3 ਲਿਖਾਰੀਆਂ ਚੋਂ ਸੰਦੀਪ ਦੱਤ ਹੈ, ਫੈਜ਼ਲ ਹਯਾਤ ਹੈ ਤੇ ਰਿਤਿਕਾ।
ਤੇ ਤੁਸੀਂ ਉਸ ਵਕਤ 22 ਸਾਲ 19 ਸਾਲ ਤੇ ਇਹ 26 ਸਾਲ 26 ਰਿਤਿਕਾ, ਤੇ ਇਹ ਸਫ਼ਰ ਇਸ ਤਰ੍ਹਾਂ ਸ਼ੁਰੂ ਕੀਤਾ ਤੁਸੀਂ? ਹਾਂਜੀ। ਜੀ, ਅੱਗੇ? ਤੇ ਇਸ ਤਰੀਕੇ ਨਾਲ ਇਹ ਸਫ਼ਰ ਸ਼ੁਰੂ ਹੋਇਆ। ਮੈਂ ਫੈਜ਼ਲ ਹਯਾਤ ਨੂੰ ਅੱਜ ਤੱਕ ਨਹੀਂ ਮਿਲਿਆ ਹਾਂ। 6 ਸਾਲ ਹੋ ਗਏ ਨੇ ਸਾਨੂੰ ਇਕੱਠੇ ਕੰਮ ਕਰਦੇ ਨੂੰ। ਰਿਤਿਕਾ 2017 'ਚ ਇਸ ਕਿਤਾਬ ਦੇ ਕੰਮ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਕੈਨੇਡਾ ਮੂਵ ਕਰ ਗਏ ਸੀ। ਅੱਜ ਉਹ ਉੱਥੇ ਰਹਿ ਰਹੇ ਨੇ 6 ਸਾਲ ਤੋਂ। ਮੈਂ ਪਿਛਲੇ 6 ਸਾਲ 'ਚ ਉਹਨਾਂ ਨੂੰ ਇੱਕ ਵਾਰੀ ਮਿਲਿਆ, ਤੇ ਸਾਰਾ ਕੰਮ ਅਸੀਂ ਆਨਲਾਈਨ ਕਨੈਕਟੀਵਿਟੀ ਦੇ ਥਰੂ ਕੀਤਾ ਹੈ। ਤੇ ਫਿਰ ਮੈਂ ਗੱਲ ਕਰਦਾ ਪਿਆ ਸੀਗਾ ਕਿ ਜਦੋਂ ਇਸ ਗੱਲ ਦੀ ਥੋੜੀ ਅਹਿਮੀਅਤ ਪਤਾ ਲੱਗੀ, ਥੋੜੀ ਸੀਰੀਅਸਨੈਸ ਪਤਾ ਲੱਗੀ, ਤੇ ਸੋਚਿਆ ਕਿ ਇਹਨੂੰ ਥੋੜਾ ਹੋਰ ਸੀਰੀਅਸ ਤਰੀਕੇ ਨਾਲ ਕੀਤਾ ਜਾਏ। ਸਾਡਾ ਵਿਚਾਰ ਸੀਗਾ ਇਹਦੀ ਕਿਤਾਬ ਲਿਖੀ ਜਾਏ ਇਹਨਾਂ ਕਹਾਣੀਆਂ ਦੀ, ਤਾਂ ਕਿ ਬਹੁਤ ਦੇਰ ਤੱਕ ਉਹ ਸੰਜੋਈ ਜਾ ਸਕੇ ਤੇ ਆਉਣ ਵਾਲੀ ਜਨਰੇਸ਼ਨਸ ਨੂੰ ਬਹੁਤ ਦੇਰ ਤੱਕ ਅਵੇਲੇਬਲ ਰਹਿ ਸਕਣ ਇਹ ਕਹਾਣੀਆਂ, ਤੇ ਉਹ ਇੱਕ ਸਬੂਤ ਰਹੇਗਾ ਵਜੂਦ ਦੇ ਵਿੱਚ, ਇਨਸਾਨੀ ਵਜੂਦ ਦੇ ਵਿੱਚ। ਤੇ ਅਸੀਂ ਦਿਮਾਗ 'ਚ ਜਦੋਂ ਇਹ ਆਈਡੀਆ ਆ ਗਿਆ ਤੇ ਸੋਚਿਆ ਵੀ ਇਹਨੂੰ ਪਬਲਿਸ਼ ਕੌਣ ਕਰੇਗਾ। ਜਿਸ ਤਿੰਨੋਂ ਆਪਾਂ ਮਿਡਲ ਕਲਾਸ ਫੈਮਿਲੀਜ਼ ਤੋਂ ਆਉਂਦੇ ਹਾਂ, ਕੋਈ ਬੈਕਗਰਾਊਂਡ ਨਹੀਂ ਹੈ ਇੱਦਾਂ ਦਾ ਖਾਸ। ਮੈਂ ਉਦੋਂ ਤੱਕ 2-3 ਕਵਿਤਾਵਾਂ ਕਹੀਆਂ ਸਨ ਹਿੰਦੀ ਦੇ ਵਿੱਚ, ਤੇ ਇੱਕ ਅੱਧਾ ਲੇਖ ਲਿਖਿਆ ਸੀ ਹਿੰਦੀ ਦੇ ਵਿੱਚ ਹੀ। ਪਤਾ ਨਹੀਂ ਸੀ ਕਿੱਦਾਂ ਹੋਣਾ। ਤੇ ਫਿਰ ਉਹੀ ਗੱਲ ਹੈ ਕਿ ਪਰਮਾਤਮਾ ਨੇ ਜੋ ਚਾਹਿਆ ਹੈ ਉਹਦਾ ਰਸਤਾ ਉਹ ਆਪੇ ਬਣਾ ਦਿੰਦਾ ਹੈ। ਇੱਕ ਇੰਪੋਰਟੈਂਟ ਗੱਲ ਹੈ ਕਿ ਜਿਹੜਾ ਤੁਹਾਡਾ ਫੇਸਬੁੱਕ ਪੇਜ ਸੀ ਉਸ ਦੇ ਵਿੱਚ ਫੈਜ਼ਲ, ਰਿਤਿਕਾ ਤੇ ਤੁਸੀਂ ਤੇ ਦੋਵੇਂ ਲੁਧਿਆਣੇ ਦੇ ਸੀ। ਫੈਜ਼ਲ ਰਾਵਲਪਿੰਡੀ ਤੋਂ। ਪਰ ਤੁਸੀਂ ਫੈਜ਼ਲ ਨੂੰ ਨਹੀਂ ਮਿਲੇ, ਪਰ ਮੈਂ ਫੈਜ਼ਲ ਨੂੰ ਮਿਲਿਆ ਹੈ ਨਾ, ਕਿਉਂਕਿ ਜਦੋਂ 550 ਸਾਲਾ ਸੀ ਤੇ ਉਦੋਂ ਕਰਤਾਰਪੁਰ ਕੋਰੀਡੋਰ ਸਾਰਾ ਮੈਂ ਕਵਰ ਕੀਤਾ। ਹਾਂਜੀ। ਤੇ 550 ਸਾਲਾ ਗੁਰੂ ਨਾਨਕ ਪਾਤਸ਼ਾਹ ਦਾ ਮੈਂ ਕਵਰ ਕੀਤਾ। ਤੇ ਜਦੋਂ ਕਰਤਾਰਪੁਰ ਸਾਹਿਬ ਗਏ ਤੇ ਫੈਜ਼ਲ ਵੀ ਮੈਨੂੰ ਸਪੈਸ਼ਲ ਮਿਲਣ ਆਇਆ, ਤੇ ਉਦੋਂ ਅਸੀਂ ਮਿਲੇ ਸਾਂ। ਉਹਨੇ ਵੀਡੀਓ ਵੀ ਪਾਈ ਸੀ, ਮੈਨੂੰ ਪਤਾ ਨਹੀਂ ਸੀ ਕੋਈ ਵੀਡੀਓਗ੍ਰਾਫੀ ਵੀ ਕਰ ਰਿਹਾ ਉਸ ਦੀ। ਤੇ ਫੈਜ਼ਲ ਅੰਮ੍ਰਿਤਸਰ ਤੋਂ ਗਿਆ ਸੀ। ਫੈਜ਼ਲ ਦੇ ਪੁਰਖੇ ਅੰਮ੍ਰਿਤਸਰ ਤੋਂ ਗਏ ਸੀ, ਤੇ ਉਹ ਹੁਣ ਰਾਵਲਪਿੰਡੀ ਰਹਿੰਦਾ ਹੈ। ਤੇ ਇੰਟਰਸਟਿੰਗ ਇਹ ਚੀਜ਼ ਆ, ਤੁਹਾਡਾ ਉਹ ਪੇਜ ਬੋਲਤੀ ਖਿੜਕੀ, ਜਿਸ ਦੇ ਨਾਲ ਤੁਸੀਂ ਇੱਕ ਸਾਂਝ ਦੀ ਗੱਲ ਕੀਤੀ, ਇੱਕ ਦੂਜੇ ਦੀਆਂ ਕਹਾਣੀਆਂ ਕਹੀਆਂ, ਤੇ ਉਹਨਾਂ ਨੂੰ ਬਹੁਤ ਸਾਰੇ ਨਿਊਜ਼ਪੇਪਰਾਂ ਨੇ ਇਸ ਤਰ੍ਹਾਂ ਕਵਰ ਕੀਤਾ। ਉਸ ਤੋਂ ਬਾਅਦ ਤੁਹਾਡੇ ਮਨ 'ਚ ਆਇਆ ਕਿ ਇਸ ਦੀ ਇੱਕ ਕਿਤਾਬ ਛਾਪਣੀ ਚਾਹੀਦੀ ਆ। ਹਾਂਜੀ। ਪਰ ਜਿਹੜੀ ਕਿਤਾਬ ਦੀ ਡਾਕੂਮੈਂਟੇਸ਼ਨ ਆ ਉਹ ਫੇਸਬੁੱਕ ਤੋਂ ਥੋੜੀ ਹੋਰ ਇੱਕ ਸੰਜੀਦਾ ਕੰਮ ਹੋ ਜਾਂਦਾ ਆ। ਤੇ ਸਭ ਤੋਂ ਪਹਿਲਾਂ ਤਾਂ ਇਹੀ ਦੱਸੋ ਕਿ ਮਤਲਬ ਆਕਸਫੋਰਡ ਪ੍ਰੈਸ ਦੇ ਵਿੱਚ ਕਿਵੇਂ ਪਹੁੰਚੀ ਹੈ ਕਿਤਾਬ? ਹਾਂਜੀ। ਮਤਲਬ ਇਹ ਪਬਲਿਸ਼ਰ ਕਿਉਂਕਿ ਬਹੁਤ ਵੱਡਾ ਪਬਲਿਸ਼ਰ ਹੈ। ਹਾਂਜੀ। ਤੇ ਇਹ ਇਸ ਤੱਕ ਤੁਸੀਂ ਪਹੁੰਚ ਕਿਵੇਂ ਕੀਤੀ? ਜਦੋਂ ਖਿਆਲ ਆ ਗਿਆ ਕਿ ਇਹ ਕਿਤਾਬ ਛਾਪਣੀ ਹੈ, ਤੇ ਫਿਰ ਇੱਕ ਖਿਆਲ ਨਾਲ ਹੋ ਰਿਹਾ ਹੈ ਕਿ ਇਸ ਕਿਤਾਬ ਨੂੰ ਕੋਈ ਇੰਟਰਨੈਸ਼ਨਲ ਪਬਲਿਸ਼ਰ ਛਾਪੇ। ਓਕੇ। ਤਾਂ ਕਿ ਇਹ ਕਿਤਾਬ ਦੁਨੀਆ ਭਰ 'ਚ ਪੰਜਾਬੀ ਵਸਦੇ ਨੇ, ਹੈ ਨਾ ਜੀ, ਤੇ ਪਾਰਟੀਸ਼ਨ ਜ਼ਿਆਦਾ ਪੰਜਾਬੀਆਂ ਨਹੀਂ ਝੇਲਿਆ, ਇਹ ਫੈਕਟ ਹੈ। ਉਹਨਾਂ ਤੱਕ ਇਸ ਕਿਤਾਬ ਦੀ ਪਹੁੰਚ ਹੋਵੇ ਤੇ ਵੱਖਰੇ ਵੱਖਰੇ ਦੇਸ਼ਾਂ 'ਚ ਇਸ ਕਿਤਾਬ ਨੂੰ ਮੁਹੱਈਆ ਕਰਾਇਆ ਜਾ ਸਕੇ, ਇਹ ਥਾਟ ਸੀਗਾ। ਪਰ ਜਿੱਦਾਂ ਮੈਂ ਤੁਹਾਨੂੰ ਦੱਸਿਆ, ਪਤਾ ਨਹੀਂ ਇਹ ਕਿਤਾਬ ਕਿੱਦਾਂ ਛਪਦੀ ਹੈ ਜਾਂ ਕੌਣ ਛਾਪਦਾ ਹੈ, ਕਿੱਦਾਂ ਕਰਦੇ ਆ। ਤੇ ਫਿਰ ਉਹੀ ਸੁਭਾਗ ਬਣਿਆ ਕਿ ਦਿਮਾਗ ਨੇ ਇੱਕ ਆਈਡੀਆ ਜਨਰੇਟ ਕੀਤਾ। ਮੈਂ ਗੂਗਲ ਤੇ ਗਿਆ ਤੇ ਸਰਚ ਕੀਤਾ ਕਿ ਟੌਪ 15 ਇੰਟਰਨੈਸ਼ਨਲ ਪਬਲਿਸ਼ਰਸ। ਇੱਕ ਇੱਕ ਕਰਕੇ ਲਿਸਟ ਆ ਗਈ। ਇੱਕ ਕੱਲੇ ਪਬਲਿਸ਼ਰ ਦੀ ਵੈਬਸਾਈਟ ਖੋਲੀ, ਉਹਨਾਂ 'ਚੋਂ ਕੱਲੇ ਦੀ ਈਮੇਲ ਆਈਡੀ ਕੱਢੀ, ਤੇ ਉਹਨਾਂ 15 ਪਬਲਿਸ਼ਰਸ ਨੂੰ ਮੈਂ ਮੇਲ ਕਰ ਦਿੱਤੀ ਕਿ ਮੈਂ ਇਹ ਕੰਮ ਕਰ ਰਿਹਾ ਤੇ ਮੈਂ ਇਹਦੀ ਕਿਤਾਬ ਛਾਪਣਾ ਚਾਹੁੰਦਾ, ਜੇ ਦੱਸੋ ਤੁਸੀਂ ਛਾਪ ਸਕਦੇ ਹੋ ਤਾਂ। ਤੇ ਆਕਸਫੋਰਡ ਨੇ ਰਿਪਲਾਈ ਕਰ ਦਿੱਤਾ। ਓਕੇ। ਉਹਨਾਂ ਨੇ ਰਿਪਲਾਈ ਕਰ ਦਿੱਤਾ, ਉਹ ਕਹਿੰਦੇ ਵੀ ਆਪਾਂ ਇਹ 'ਤੇ ਗੱਲ ਕਰਨਾ ਚਾਹੁੰਦੇ ਹਾਂ। ਫਿਰ ਉਹਨਾਂ ਨਾਲ ਗੱਲ ਹੋਈ, ਤੇ ਫਿਰ ਉਹ ਕਿਉਂਕਿ ਵੱਡਾ ਪਬਲਿਸ਼ਰ ਹੈ, ਉਹਨਾਂ ਨੇ ਗਾਹਾਂ ਆਥਰਸ ਤੋਂ ਰਿਵਿਊਜ਼ ਲਏ ਕਿ ਕੀ ਇਹ ਕੰਮ ਚੱਲੇਗਾ। ਸਾਡੇ ਤੋਂ ਕਹਾਣੀਆਂ ਲਈਆਂ, ਇੱਕ ਲੈਂਥੀ ਪ੍ਰੋਸੈਸ ਚੱਲਿਆ ਕਮਿਊਨੀਕੇਸ਼ਨ ਉਹਨਾਂ ਦੇ ਨਾਲ। ਫਿਰ 2018 'ਚ ਸਾਡਾ ਉਹਨਾਂ ਨਾਲ ਕੰਟਰੈਕਟ ਸਾਈਨ ਹੋਇਆ, ਤੇ ਅਸੀਂ ਹੋਰ ਸੰਜੀਦਗੀ ਦੇ ਨਾਲ ਲਗਾਓ ਤੇ 1.5 ਸਾਲ ਹੋਰ ਲਗਾਇਆ। ਵੱਖਰੀ ਥਾਵਾਂ 'ਤੇ ਥੋੜ੍ਹਾ ਇਹਨੂੰ ਐਕਸਪੈਂਡ ਕੀਤਾ, ਕਿਉਂਕਿ ਆਕਸਫੋਰਡ ਦਾ ਕਹਿਣਾ ਸੀਗਾ ਕਿ ਜੇ ਤੁਸੀਂ ਇਹਨੂੰ ਰਿਸਰਚ ਪ੍ਰੈਜ਼ੈਂਟ ਕਰਨਾ ਚਾਹੁੰਦੇ ਹੋ ਤੇ ਇਹਦੇ 'ਚ ਵੇਰੀਏਸ਼ਨ ਚਾਹੀਦੀ ਹੈ। ਇਹ 'ਚ ਕਹਾਣੀਆਂ ਮਤਲਬ ਸਿਰਫ ਤੁਹਾਨੂੰ ਇੱਕ ਸ਼ਹਿਰ ਤੋਂ ਨਹੀਂ ਚਾਹੀਦੀ, ਤੁਸੀਂ ਲੁਧਿਆਣੇ 'ਚ ਰਹਿ ਰਹੇ ਹੋ ਤਾਂ ਲੁਧਿਆਣੇ ਤੋਂ ਹੀ ਕਹਾਣੀ ਲੈ ਕੇ ਆਓ, ਤੇ ਰਾਵਲਪਿੰਡੀ ਤੋਂ ਰਾਵਲਪਿੰਡੀ ਤੋਂ। ਵੱਖਰੇ ਸ਼ਹਿਰ, ਵੱਖਰੇ ਸੂਬੇ, ਵੱਖਰੀ ਤਰ੍ਹਾਂ ਦੇ ਲੋਕ, ਹਰ ਧਰਮ ਦੇ ਜਿੱਦਾਂ ਰਿਪਰੈਜ਼ੈਂਟੇਸ਼ਨ ਹੋਵੇ, ਤਾਂ ਕਿ ਇੱਕ ਵੱਡੀ ਤਸਵੀਰ ਬਣਾਈ ਜਾ ਸਕੇ ਪਾਰਟੀਸ਼ਨ ਦੀ। ਤੇ ਫਿਰ ਉਹਦੇ 'ਤੇ ਅਸੀਂ ਕੰਮ ਕੀਤਾ ਜੀ 1.5 ਸਾਲ ਹੋਰ। ਤਕਰੀਬਨ 200 ਲੋਕ ਅਸੀਂ ਲੱਭ ਪਾਏ ਵੰਡ ਦੇ ਵਿਛੜੇ ਹੋਏ। ਉਹਨਾਂ 'ਚੋਂ 100 ਤੋਂ ਵੱਧ ਲੋਕਾਂ ਦੇ ਅਸੀਂ ਇੰਟਰਵਿਊ ਲਏ। ਤੇ ਇਨੀਸ਼ੀਅਲੀ ਆਪਾਂ ਆਡੀਓ ਇੰਟਰਵਿਊ ਲੈਂਦੇ ਸੀ, ਬਾਅਦ ਵਿੱਚ ਆ ਕੇ ਅਸੀਂ ਥੋੜ੍ਹਾ ਜਿਹਾ ਆਪਣੇ ਆਪ ਨੂੰ ਅਪਗ੍ਰੇਡ ਕਰਕੇ ਵੀਡੀਓ ਇੰਟਰਵਿਊਜ਼ ਵੀ ਲਏ। ਤੇ ਉਹਨਾਂ 100 ਵਿੱਚੋਂ 60 ਕਹਾਣੀਆਂ ਅਸੀਂ ਲਿਖੀਆਂ ਹੋਰ ਸੰਜੀਦਾ ਸਟੋਰੀ ਟੈਲਿੰਗ ਦੇ ਨਾਲ, ਤੇ ਉਹਨਾਂ 60 ਚੋਂ ਵੀ 47 ਕਹਾਣੀਆਂ ਇਸ ਕਿਤਾਬ 'ਚ ਜਗ੍ਹਾ ਬਣਾ ਪਾਈਆਂ। ਤੇ ਇਸ ਤਰੀਕੇ ਨਾਲ ਇਹ ਕਿਤਾਬ ਐਗਜ਼ਿਸਟੈਂਸ 'ਚ ਆਈ। ਇਹਦਾ ਪਹਿਲਾ ਡਰਾਫਟ 2019 ਤੱਕ ਜਮ੍ਹਾਂ ਹੋ ਗਿਆ ਸੀ।
ਫਿਰ ਇਹਦੇ ਤੇ ਕੰਮ ਸ਼ੁਰੂ ਹੋਇਆ, ਫਿਰ ਕਰੋਨਾ ਕਾਲ ਆ ਗਿਆ, ਕਿਤਾਬਾਂ ਦੀ ਪਬਲਿਸ਼ਿੰਗ ਰੁਕ ਗਈ, ਫਿਰ ਕੁਝ ਹੋਰ ਕੰਮ ਇੱਥੇ ਸ਼ੁਰੂ ਹੋਇਆ ਤੇ ਹੁਣ ਕਿਤਾਬ ਫਾਈਨਲੀ ਸਾਡੇ ਕੋਲ ਹੈ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਹੁਣ ਇਹ ਆ ਗਈ ਹੈ ਤੇ ਲੋਕ ਇਹਨੂੰ ਸ਼ਾਇਦ ਪੜ੍ਹਨਗੇ। ਸੰਦੀਪ, ਇੱਕ ਇਹ ਜ਼ਰੂਰ ਦੱਸੋ ਕਿ ਜਿਵੇਂ ਇਹ ਕਿਤਾਬ ਤਾਂ ਆਕਸਫੋਰਡ ਪ੍ਰੈਸ ਨੇ ਅੰਗਰੇਜ਼ੀ 'ਚ ਛਾਪੀ ਹੈ, ਪਰ ਅੰਗਰੇਜ਼ੀ 'ਚ ਕਿਤਾਬ ਹੀ ਕਿਉਂ? ਕੀ ਇਹ ਕਿਤਾਬ ਪੰਜਾਬੀ ਜਾਂ ਹਿੰਦੀ ਦੇ ਵਿੱਚ ਵੀ ਆਏਗੀ ਤਾਂ ਕਿ ਸਾਡੇ ਜਿਹੜੇ ਪਾਠਕ ਅੰਗਰੇਜ਼ੀ ਨਹੀਂ ਜਾਣਦੇ ਉਹ ਪੰਜਾਬੀ ਜਾਂ ਹਿੰਦੀ 'ਚ ਪੜ੍ਹ ਸਕਣ? ਕਿਉਂਕਿ ਕਹਾਣੀਆਂ ਪੰਜਾਬ ਦੀਆਂ ਤੇ ਪੰਜਾਬੀ 'ਚ ਵੀ ਹੋਣੀਆਂ ਚਾਹੀਦੀਆਂ। ਮੈਂ ਬਿਲਕੁਲ ਤੁਹਾਡੀ ਗੱਲ ਤੋਂ ਐਗਰੀ ਕਰਦਾ ਹਾਂ। ਇਸ ਕਿਤਾਬ 'ਚ 70% ਕਹਾਣੀਆਂ ਪੰਜਾਬੀ ਦੀਆਂ ਹੋਣਗੀਆਂ ਤੇ ਉਹਦੇ 'ਚੋਂ ਵੀ ਅੱਧਿਆਂ ਤੋਂ ਵੱਧ ਨੇ ਪੰਜਾਬੀ 'ਚ ਹੀ ਇੰਟਰਵਿਊ ਦਿੱਤਾ ਹੈ। ਉਹ ਸਰਦਾਰ ਸੁਰਿੰਦਰ ਸਿੰਘ ਜੀ ਦੀ ਕਹਾਣੀ ਹੈ, ਉਹ ਜ਼ਿਕਰ ਕਰਦੇ ਨੇ ਕਿ ਉਹਨਾਂ ਦੀ ਦਾਦੀ ਚਰਖਾ ਕੱਤਿਆ ਕਰਦੀ ਸੀ, ਬਰਾਮਦੇ 'ਚ ਸ਼ਬਦ ਗਾਇਆ ਕਰਦੀ ਸੀ ਕਿ ਪ੍ਰੇਮ ਵਾਲੀ ਗਲੀ ਵਿੱਚੋਂ ਕੋਈ ਕੋਈ ਲੰਘਦਾ, ਤਾਰੂ ਸਿੰਘ ਭਾਈ ਹੋਵੇ, ਖੋਪੜੀ ਲੋਹਾਈ ਹੋਵੇ, ਨਾਮਦਾਨ ਮੰਗਦਾ। ਤੇ ਇਹੋ ਜਿਹੀਆਂ ਗੱਲਾਂ ਨੇ ਜਿਹੜੀ ਕਿ ਪੰਜਾਬੀ ਆਪਣੀ ਭਾਸ਼ਾ 'ਚ ਸਮਝ ਪਾਉਣਗੇ। ਪਹਿਲਾਂ ਤਾਂ ਇਹ ਕਿਤਾਬ ਅੰਗਰੇਜ਼ੀ 'ਚ ਕਿਉਂ ਹੈ? ਅੰਗਰੇਜ਼ੀ 'ਚ ਇਸ ਲਈ ਹੈ ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਫੈਜ਼ਲ ਨਾਲ ਜਦੋਂ ਕੰਮ ਸ਼ੁਰੂ ਕੀਤਾ ਮੈਂ ਦੇਖਿਆ ਇਸ ਪਾਸੇ ਲੋਕ ਪੰਜਾਬੀ ਜਾਂ ਹਿੰਦੀ ਵਾਲੇ ਨੇ, ਉਸ ਪਾਸੇ ਉਰਦੂ ਵਾਲੇ ਨੇ, ਤੇ ਇੱਕ ਲਿੰਕ ਲੈਂਗੁਏਜ ਅੰਗਰੇਜ਼ੀ ਹੈ ਵੀ ਆਪਾਂ ਅੰਗਰੇਜ਼ੀ 'ਚ ਫੇਸਬੁੱਕ ਤੇ ਪਾਵਾਂਗੇ, ਲੋਕ ਕਹਿਣਗੇ ਤੇ ਪੰਜਾਬੀ 'ਚ ਵੀ ਟਰਾਂਸਲੇਟ ਕਰ ਦਾਂਗੇ। ਪਰ ਲੋਕਾਂ ਨੇ ਨਹੀਂ ਕਿਹਾ ਕਦੇ। ਲੋਕਾਂ ਨੇ ਨਹੀਂ ਕਿਹਾ ਤੇ ਅੰਗਰੇਜ਼ੀ 'ਚ ਇਹ ਸਿਲਸਿਲਾ ਚੱਲਦਾ ਰਿਹਾ, ਅੰਗਰੇਜ਼ੀ 'ਚ ਹੀ ਕਿਤਾਬ ਬਣਦੀ ਰਹੀ। ਕਿਤਾਬ 'ਚ ਅਸਾਮ ਤੋਂ ਵੀ ਕਹਾਣੀ ਹੈ, ਕਿਤਾਬ 'ਚ ਗੁਜਰਾਤ ਤੋਂ ਵੀ, ਇੱਦਾਂ ਮੈਂ ਦੱਸਿਆ ਜਗ੍ਹਾ ਜਗ੍ਹਾ ਤੋਂ ਕਹਾਣੀ ਹੈ, ਪਰ ਪੰਜਾਬ ਤੋਂ ਵੱਧ ਨੇ। ਤੇ ਇਸ ਕਿਤਾਬ ਦਾ ਮੇਰੇ ਵੱਲੋਂ ਤਾਂ ਪੂਰਾ ਐਫਰਟ ਹੈ, ਮੇਰੇ ਵੱਲੋਂ ਤਾਂ ਪੂਰੀ ਕੋਸ਼ਿਸ਼ ਹੈ ਕਿ ਇਹ ਪੰਜਾਬੀ 'ਚ ਆਵੇ, ਕਿਉਂਕਿ ਇਹ ਜਿਹੜੇ ਡਾਇਲੋਗ ਨੇ ਜੇ ਮੈਂ ਪੰਜਾਬੀ 'ਚ ਪੜ੍ਹਾਂਗਾ ਤਾਂ ਮੈਨੂੰ ਆਪ ਨੂੰ ਬੜਾ ਅੱਛਾ ਲੱਗੇਗਾ। ਹੁਣ ਵੀ ਇਹ ਕਿਤਾਬ ਪੰਜਾਬੀ 'ਚ ਕਿਵੇਂ ਆ ਸਕਦੀ ਹੈ? ਬਹੁਤ ਹੀ ਆਸਾਨ ਤਰੀਕਾ ਹੈ ਇਸ ਕਿਤਾਬ ਨੂੰ ਪੰਜਾਬੀ 'ਚ ਲੈ ਕੇ ਆਉਣ ਦਾ। ਜੇ ਮਤਲਬ ਮੈਂ ਬੜਾ ਹੀ ਸੱਚਾਈ ਦੇ ਨਾਲ ਕਹਿਣਾ ਚਾਹਾਂਗਾ ਪੰਜਾਬੀ ਆਪਣੇ ਭੈਣ ਭਰਾਵਾਂ ਨੂੰ, ਜੇ ਤਾਂ ਤੁਸੀਂ ਅੰਗਰੇਜ਼ੀ ਦੀ ਕਿਤਾਬ ਪੜ੍ਹਦੇ ਹੋ ਫਿਰ ਤੁਸੀਂ ਇਹ ਕਿਤਾਬ ਮੰਗਾਣੀ ਹੈ, ਨਹੀਂ ਤਾਂ ਤੁਸੀਂ ਮੰਗਾਣੀ ਨਹੀਂ ਹੈ। ਇਮੋਸ਼ਨਲ ਹੋ ਗਏ ਕਿ ਯਾਰ ਸਾਡੇ ਤੇ ਕਿਤਾਬ ਲਿਖੀ ਹੈ, ਪੜ੍ਹਦੇ ਹੋ ਤਾਂ ਹੀ ਮੰਗਾਣੀ ਹੈ। ਤੇ ਜੇ ਤੁਸੀਂ ਪੰਜਾਬੀ 'ਚ ਪੜ੍ਹਦੇ ਹੋ, ਪੰਜਾਬੀ 'ਚ ਪੜ੍ਹਨਾ ਚਾਹੁੰਦੇ ਹੋ, ਕੁਛ ਨਹੀਂ ਕਰਨਾ, ਤੁਸੀਂ ਗੂਗਲ ਤੇ ਜਾ ਕੇ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਇੰਡੀਆ ਦੀ ਵੈਬਸਾਈਟ ਤੋਂ ਉਹਨਾਂ ਦੀ ਈਮੇਲ ਆਈਡੀ ਕੱਢ ਲਓ, ਨਹੀਂ ਮਿਲਦੀ ਵੀ ਤੇ ਮੈਨੂੰ ਲੱਭ ਲਓ, ਮੇਰੇ ਤੋਂ ਲੈ ਲਓ, ਉਹਨਾਂ ਨੂੰ ਮੇਲ ਪਾ ਦਿਓ ਕਿ ਜੀ ਆਹ ਕਿਤਾਬ ਹੈ ਸਾਡੇ ਖਿੱਤੇ ਤੋਂ ਜੁੜੀ ਹੋਈ ਹੈ, ਸਾਨੂੰ ਇਹ ਪੰਜਾਬੀ 'ਚ ਤਰਜਮਾ ਕਰਾ ਕੇ ਦੇ ਦਿਓ। 20 ਲੋਕ ਵੀ ਮੇਲ ਕਰ ਦੇਣ ਨਾ ਤੇ ਕਿਤਾਬ ਪੰਜਾਬੀ 'ਚ ਆ ਜਾਏਗੀ। ਇੱਕ ਬੜੀ ਜ਼ਰੂਰੀ ਗੱਲ ਹੈ ਜਿਹੜੀ ਮੈਂ ਵਿੱਚ ਕਰਨਾ ਚਾਹੁੰਦਾ ਹਾਂ ਕਿ ਅਨੂਪ ਸਿੰਘ ਹੋਣਾ ਦੀ ਫਿਲਮ ਆਈ ਸੀ ਪਿੱਛੇ ਜੇ ਕਿੱਸਾ, ਤੇ ਉਹ 1947 ਵੰਡ ਦੇ ਉਸ ਦੇ ਉੱਤੇ ਸੀ, ਇਰਫਾਨ ਖਾਨ ਦੀ, ਮਤਲਬ ਹੁਣ ਪੂਰੇ ਹੋ ਗਏ ਨੇ। ਤੇ ਉਹ ਫਿਲਮ ਵੀ ਇਹ ਕਹਾਣੀ ਕਹਿੰਦੀ ਹੈ ਵੀ ਜਦੋਂ ਵੰਡ ਹੈ ਜਿਹੜੀ ਉਹ ਸਿਰਫ ਇੱਕ ਲਕੀਰ ਦੀ ਵੰਡ ਨਹੀਂ ਹੈ ਕਿ ਦੋ ਜਿਓਗ੍ਰਾਫੀਕਲੀ ਇੱਕ ਵੰਡ ਨਹੀਂ ਹੈਗੀ, ਉਹ ਵੰਡ ਹੋਰ ਬਹੁਤ ਤਰ੍ਹਾਂ ਦੀ ਹੁੰਦੀ ਹੈ। ਤੁਹਾਡੇ ਅੰਦਰ ਦੀ ਟੁੱਟ ਭੱਜ ਹੁੰਦੀ ਹੈ, ਤੁਹਾਡੀ ਇੱਕ ਪੂਰਾ ਮਾਹੌਲ ਇਨਵਾਇਰਮੈਂਟ ਦੀ ਟੁੱਟ ਭੱਜ ਹੁੰਦੀ ਹੈ, ਤੁਹਾਡੇ ਗੁਆਂਢ ਪੁਣੇ ਦੀ ਟੁੱਟ ਭੱਜ ਹੁੰਦੀ ਹੈ, ਤੁਹਾਡਾ ਕਲਚਰ ਵੰਡਿਆ ਜਾਂਦਾ ਹੈ। ਜਿਵੇਂ ਉਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਵੀ ਹੁੰਦੀਆਂ ਨੇ। ਫਾਰ ਐਗਜ਼ਾਮਪਲ ਵੀ ਜਿਵੇਂ ਮੇਰਾ ਦੋਸਤ ਹੈ ਮਨਜੀਤ ਸਿੰਘ ਰਾਜਪੁਰਾ, ਉਹ ਕਹਿੰਦਾ ਹੁੰਦਾ ਕਿ ਜਦੋਂ ਰਿਫਿਊਜੀ ਇੱਧਰ ਆਏ ਅਤੇ ਸਾਡੇ ਪੁਆਧ ਦਾ ਕਲਚਰ ਹੋਰ ਸੀ, ਜਿਹੜੇ ਲਾਹੌਰ ਤੋਂ, ਮੁਲਤਾਨ ਤੋਂ, ਲੈਲਪੁਰ ਤੋਂ ਆਏ ਉਹਨਾਂ ਦਾ ਖਾਣ ਪੀਣ ਦਾ, ਰਹਿਣ ਸਹਿਣ ਦਾ ਕਲਚਰ ਹੋਰ ਸੀ। ਅਤੇ ਬਹੁਤ ਸਾਰੀਆਂ ਚੀਜ਼ਾਂ ਅਸੀਂ ਮਤਲਬ ਰਿਫਿਊਜੀਆਂ ਤੋਂ ਸਿੱਖੀਆਂ। ਜਾਂ ਉਹ ਦੌਰ ਜਿੰਨਾ ਕਤਲੋ ਗਾਰਤ ਦਾ ਦੌਰ ਸੀ, ਓਨਾ ਹੀ ਉਸ ਦੇ ਵਿੱਚ ਉਮੀਦ ਭਰੀਆਂ ਕਹਾਣੀਆਂ ਵੀ ਨਾਲੋਂ ਨਾਲ ਤੁਰੀਆਂ। ਜਿਵੇਂ ਖਾਲਸਾ ਕਾਲਜ ਅੰਮ੍ਰਿਤਸਰ, ਕਹਿੰਦੇ ਕਿ ਉੱਥੇ ਰਿਫਿਊਜੀ ਕੈਂਪ ਬਣਿਆ ਅਤੇ ਉਦੋਂ ਡਾਕਟਰ ਗੰਡਾ ਸਿੰਘ ਅਤੇ ਉਹਨਾਂ ਦੇ ਵਿਦਿਆਰਥੀਆਂ ਨੇ ਬੜਾ ਲੰਮਾ ਸਮਾਂ ਉਹਨਾਂ ਸਾਰੇ ਸ਼ਰਨਾਰਥੀਆਂ ਦੀ ਮਦਦ ਕੀਤੀ। ਲੰਗਰ ਦਾ ਇੰਤਜ਼ਾਮ ਪੂਰਾ 1 ਸਾਲ ਕਹਿੰਦੇ ਉਹਨਾਂ ਨੇ ਸਾਂਭਿਆ, ਅਤੇ ਇਸੇ ਕਰਕੇ ਉਸ ਸਾਲ ਐਗਜ਼ਾਮ ਵੀ ਨਹੀਂ ਹੋਏ ਅਤੇ ਪੜ੍ਹਨ ਨੂੰ ਵੀ ਨਹੀਂ ਸਮਾਂ ਮਿਲਿਆ। ਅਤੇ ਉਹਨਾਂ ਵਿਦਿਆਰਥੀਆਂ ਨੂੰ ਪੰਜਾਬ ਯੂਨੀਵਰਸਿਟੀ ਲਾਹੌਰ ਵੱਲੋਂ ਉਸੇ ਤਰ੍ਹਾਂ ਸਨਮਾਨਿਤ ਕਰਕੇ ਹੀ ਪਾਸ ਕੀਤਾ ਗਿਆ। ਇਹ ਕਹਾਣੀਆਂ ਵੀ ਹੈਗੀਆਂ। ਜਿਵੇਂ ਰਾਜਪੁਰੇ ਤੋਂ ਅਸੀਂ ਕਹਾਣੀ ਸੁਣਦੇ ਹਾਂ ਕਿ ਇੱਥੇ ਬੀਬੀ ਅਮਤੋ ਸਲਾਮ ਨੇ ਜਾਂ ਮਹਾਰਾਜਾ ਪਟਿਆਲਾ ਨੇ ਬਹੁਤ ਸਾਰੇ ਬਹਾਵਲਪੁਰੀਆਂ ਨੂੰ ਸਾਂਭਿਆ। ਸੋ ਇਹ ਕਹਾਣੀਆਂ ਹੈਗੀਆਂ ਨੇ। ਜਦੋਂ ਤੁਸੀਂ ਇਹ ਕਹਾਣੀਆਂ ਕਹਿ ਰਹੇ ਸੀ, ਤੁਸੀਂ ਜਿਵੇਂ ਕਿਹਾ ਕਿ ਇਹ ਕਹਾਣੀਆਂ ਸਿਰਫ ਲੁਧਿਆਣਾ ਜਾਂ ਰਾਵਲਪਿੰਡੀ ਤੋਂ ਨਹੀਂ ਆ, ਤੁਸੀਂ ਇਹ ਕਹਾਣੀਆਂ ਮੈਂ ਦੇਖ ਰਿਹਾ ਵੀ ਤੁਹਾਡੀਆਂ ਕਹਾਣੀਆਂ ਹਿਮਾਚਲ 'ਚੋਂ ਵੀ ਹੈਗੀਆਂ ਨੇ, ਯੂਪੀ 'ਚੋਂ ਵੀ ਹੈਗੀਆਂ ਨੇ, ਉੱਧਰੋਂ ਰਾਵਲਪਿੰਡੀ, ਮੁਲਤਾਨ ਤੋਂ ਵੀ ਹੈਗੀਆਂ, ਦਿੱਲੀ ਤੱਕ ਤੁਸੀਂ ਪਹੁੰਚ ਕੀਤੀ ਆ। ਅਤੇ ਇਹ ਕਹਾਣੀਆਂ ਜਿਹੜੇ 1947 ਦੀ ਜਿਹੜੀ ਉਹ ਹਿਜਰਤ ਹੈ, ਐਂ ਲੱਗਦਾ ਵੀ ਜਿਵੇਂ ਮੁੱਕ ਨਹੀਂ ਰਹੀ। ਉਹ ਪੰਜਾਬ ਦੀ ਵੰਡ ਤਾਂ ਹੋਈ ਹੈ, ਪਰ ਪੰਜਾਬ ਤੋਂ ਉਹ ਹੁਣ ਕੈਨੇਡਾ ਤੱਕ ਵੀ ਫੈਲੀ ਹੋਈ ਆ। ਜਦੋਂ ਤੁਸੀਂ ਇਹ ਸਾਰਾ ਕੰਮ ਕਰ ਰਹੇ ਸੀ, ਇਸ ਵੰਡ ਨੂੰ ਤੁਸੀਂ ਕਿਵੇਂ ਮਹਿਸੂਸ ਕੀਤਾ ਜਾਂ ਕੀ ਸਮਝ ਰਹੇ ਹੋ? ਇਸ ਤੋਂ ਤੁਹਾਨੂੰ ਇੱਕ ਹਿਊਮਨ ਸਿਵਲਾਈਜੇਸ਼ਨ ਦੇ ਅੰਦਰ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਸਮਝ ਆਈਆਂ ਕਿ ਇਸ ਦਾ ਕਿਹੜਾ ਸਭ ਤੋਂ ਵੱਡਾ ਸੰਤਾਪ ਹੈ
ਜਿਹੜਾ ਕਦੀ ਖਤਮ ਨਹੀਂ ਕੀਤਾ ਜਾ ਸਕਦਾ, ਜਾਂ ਬਹੁਤ ਵੱਡੀ ਤਰਾਸਦੀ ਹੈ ਜਿਹਨੂੰ ਹਜੇ ਤੱਕ ਕੋਈ ਸਮਝ ਨਹੀਂ ਸਕਿਆ? ਇਹਦੇ ਨਾ 47 ਦੇ ਐਕਚੁਅਲੀ ਕਈ ਪੱਖ ਨੇ ਤੇ ਕਈ ਗੱਲਾਂ ਉਹ 'ਚੋਂ ਸਮਝਣ ਵਾਲੀਆਂ ਨੇ, ਕਈ ਸਿੱਖਣ ਵਾਲੀਆਂ ਨੇ ਤੇ ਕਈ ਵੰਡਣ ਵਾਲੀਆਂ ਨੇ। ਦੋ ਤਿੰਨ ਗੱਲਾਂ ਮੈਂ ਕਰਾਂਗਾ। ਇੱਕ ਤਾਂ ਮੈਂ ਇਹ ਨੋਟਿਸ ਕੀਤਾ ਇਸ ਬੁੱਕ ਤੇ ਕੰਮ ਕਰਨ ਦੌਰਾਨ ਕਿ ਅਸੀਂ ਨਾ ਆਪਣੇ ਬਜ਼ੁਰਗਾਂ ਨਾਲ ਬਹੁਤ ਘੱਟ ਗੱਲ ਕਰਦੇ ਹਾਂ, ਬਹੁਤ ਹੀ ਘੱਟ ਸਮਾਂ ਉਹਨਾਂ ਕੋਲ ਬਹਿੰਦੇ ਹਾਂ ਤੇ ਉਹਨਾਂ ਦੀ ਗੱਲ ਨੂੰ ਸੁਣਦੇ ਹਾਂ। ਦੂਜਾ, ਅਸੀਂ ਕਿਸੇ ਦਾ ਵੀ ਦੁੱਖ ਸਮਾਜ ਦੇ ਵਿੱਚ ਬਹੁਤ ਹੀ ਘੱਟ ਵੰਡਦੇ ਹਾਂ ਉਹਦੇ ਨਾਲ। ਠੀਕ ਆ। ਕੋਈ ਵੀ ਤਰਾਸਦੀ ਤੁਸੀਂ ਹਿੰਦੁਸਤਾਨ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਕਿਤੇ ਵੀ ਕਹਿ ਲਓ, 47 ਤੋਂ ਪਹਿਲਾਂ ਦੀ ਜਾਂ 47 ਤੋਂ ਬਾਅਦ ਦੀ, ਆਪਾਂ ਗੱਲ ਜ਼ਰੂਰ ਕਰਦੇ ਹਾਂ ਉਹਨਾਂ ਲੋਕਾਂ ਦੀ, ਹਮਦਰਦੀ ਵੀ ਦਿਖਾਉਂਦੇ ਹਾਂ, ਬਟ ਕਦੇ ਨਾਲ ਬਹਿ ਕੇ ਉਹਨਾਂ ਦਾ ਦੁੱਖ ਨਹੀਂ ਵੰਡਾ ਪਾਉਂਦੇ। ਕਦੇ ਕੋਸ਼ਿਸ਼ ਨਹੀਂ ਕਰ ਪਾਉਂਦੇ ਉਹਨਾਂ ਤੋਂ ਪੁੱਛਣ ਦੀ ਕਿ ਤੁਸੀਂ ਐਕਚੁਅਲੀ 'ਚ ਉਸ ਵੇਲੇ ਕੀ ਮਹਿਸੂਸ ਕੀਤਾ ਸੀ ਜਾਂ ਤੁਹਾਡੇ ਨਾਲ ਕੀ ਹੋਇਆ ਸੀ। ਇਹਨਾਂ ਕਹਾਣੀਆਂ ਨੂੰ ਇਕੱਠਾ ਕਰਦੇ ਹੋਏ ਗੱਲ ਮਹਿਸੂਸ ਹੋਈ ਸਾਨੂੰ ਕਿ ਉਹ ਕਈ ਫੈਮਲੀਜ਼ ਨੂੰ, ਜੋ ਬਜ਼ੁਰਗਾਂ ਨੇ ਸਾਨੂੰ ਗੱਲਾਂ ਦੱਸੀਆਂ, ਉਹ ਫੈਮਲੀਜ਼ ਨੂੰ ਆਪ ਨੂੰ ਨਹੀਂ ਸੀ ਪਤਾ। ਉਹ ਸਾਨੂੰ ਇਹ ਇੰਟਰਵਿਊ ਦੇਣ ਲੱਗਿਆਂ ਉਹਨਾਂ ਨੂੰ ਪਤਾ ਲੱਗੀਆਂ ਕਿ ਅੱਛਾ ਇੱਦਾਂ ਵੀ ਇਹਨਾਂ ਨਾਲ ਹੋਇਆ ਸੀ। ਦੂਜਾ, ਕਈ ਵਾਰੀ ਇੱਦਾਂ ਹੋਇਆ ਕਿ ਇੱਕ ਬਜ਼ੁਰਗ ਦਾ ਜਿਵੇਂ ਸਾਨੂੰ ਪਤਾ ਲੱਗਿਆ ਕਿ ਉਹ ਆਏ ਨੇ ਉੱਥੋਂ ਦੀ, ਅਸੀਂ ਉਹਨਾਂ ਦੇ ਪਰਿਵਾਰ ਤੱਕ ਪਹੁੰਚ ਕਰਨੀ ਕਿ ਜੀ ਆਪਾਂ ਇੱਦਾਂ ਇਹ ਕੰਮ ਕਰਦੇ ਪਏ ਹਾਂ ਅਤੇ ਅਸੀਂ ਮਿਲਣਾ ਚਾਹੁੰਦੇ ਹਾਂ ਉਹਨਾਂ ਨੂੰ, ਅਤੇ ਉਹ ਇੰਨੀ ਅਹਿਮੀਅਤ ਨਹੀਂ ਉਹਨਾਂ ਨੇ ਦਿੱਤੀ ਅਤੇ ਸਾਨੂੰ ਆਪਣੇ ਵੱਲੋਂ ਹੀ ਮਨਾ ਕਰ ਦਿੱਤਾ ਕਿ ਨਹੀਂ ਜੀ ਉਹਨਾਂ ਨੂੰ ਤਾਂ ਕੁਛ ਯਾਦ ਨਹੀਂ ਹੈ, ਜਾਂ ਬੀਬੀ ਠੀਕ ਨਹੀਂ ਰਹਿੰਦੀ, ਜਾਂ ਕੁਛ ਇੱਦਾਂ ਕਹਿ ਲਓ, ਅਣਗਹਿਲੀ ਕਰਕੇ। ਅਤੇ ਇਹ ਇੱਕ ਪੱਖ ਹੈ ਜਿਹੜਾ ਮੈਨੂੰ ਸਮਝ ਆਉਂਦਾ ਹੈ ਕਿ ਅਸੀਂ ਆਪਣੇ ਬਜ਼ੁਰਗਾਂ ਨਾਲ ਘੱਟ ਗੱਲ ਕਰਦੇ ਹਾਂ ਅਤੇ ਅਸੀਂ ਕਿਸੇ ਵੀ ਤਰਾਸਦੀ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਦਾ ਦੁੱਖ ਵੰਡਾਉਂਦੇ ਨਹੀਂ ਆ। ਹਮਦਰਦੀ ਆਪਾਂ ਦਿਖਾਉਣ ਦੀ ਕੋਸ਼ਿਸ਼ ਜ਼ਰੂਰ ਕਰਦੇ ਹਾਂ ਅਤੇ ਉਹਦੇ ਬਾਰੇ ਗੱਲ ਵੀ ਕਰਦੇ ਹਾਂ, ਬਟ ਉਹ ਸਮਝ ਨਹੀਂ ਪਾਉਂਦੇ, ਮਹਿਸੂਸ ਨਹੀਂ ਕਰ ਪਾਉਂਦੇ ਉਸ ਦਰਦ ਨੂੰ ਜੋ ਐਕਚੁਅਲੀ 'ਚ ਉਹਨਾਂ ਨੇ ਹੰਢਾਇਆ। ਬਾਕੀ 47 ਨੂੰ ਹਿਊਮਨ ਸਿਵਲਾਈਜੇਸ਼ਨ ਨਾਲ ਮੈਂ ਜੋੜਾਂ ਤੇ ਇੱਕ ਵੱਡੀ ਤਸਵੀਰ ਮੈਂ ਇਹ ਦੇਖ ਪਾਉਂਦਾ ਕਿ ਇਹ ਅਸੀਂ ਹੀ ਕੀਤਾ ਆਪਣੇ ਨਾਲ ਹੀ। ਬਿਲਕੁਲ। ਇਹ ਨਾ ਅੰਗਰੇਜ਼ਾਂ ਨੇ ਇੱਕ ਲਕੀਰ ਮਾਰੀ, ਇਹ ਸੱਚ ਹੈ, ਮਾਹੌਲ ਬਣਿਆ ਸੱਚ, ਸਾਰੀਆਂ ਗੱਲਾਂ ਸੱਚ ਨੇ, ਪਰ 47 ਦੀ ਤਰਾਸਦੀ ਦੇ ਅਖੀਰਲੀ ਕੜੀ ਅਸੀਂ ਹੋਈ ਹਾਂ। ਅਸੀਂ ਹੀ ਆਪਣੇ ਭੈਣ ਭਰਾਵਾਂ ਨੂੰ ਮਾਰਿਆ, ਅਸੀਂ ਹੀ ਬਚਾਇਆ ਵੀ, ਚਾਹੇ ਬਚਾਉਣ ਵਾਲੀਆਂ ਜਿਹੜੀਆਂ ਕਹਾਣੀਆਂ ਨੇ ਉਹ ਵੀ ਸਾਡੀਆਂ ਨੇ, ਮਾਰਨ ਵਾਲੀਆਂ ਜਿਹੜੀਆਂ ਕਹਾਣੀਆਂ ਨੇ ਉਹ ਵੀ ਸਾਡੀਆਂ ਹੀ ਨੇ। ਪੰਜਾਬੀ ਬੰਦੇ ਨੇ ਹੀ ਪੰਜਾਬੀ ਨੂੰ ਮਾਰਿਆ, ਕੋਈ ਬਾਹਰੋਂ ਨਹੀਂ ਸੀ ਕੋਈ ਆਇਆ। ਬੰਗਾਲ ਦਾ ਵੀ ਪਾਰਟੀਸ਼ਨ ਹੋਇਆ ਸੀ, 1905 'ਚ ਹੋਇਆ ਪਹਿਲੀ ਵਾਰੀ ਅਤੇ 1947 'ਚ ਹੋਇਆ ਦੂਜੀ ਵਾਰੀ ਜਦੋਂ ਈਸਟ ਪਾਕਿਸਤਾਨ ਬਣਿਆ। ਪਰ ਉਸ ਪਾਸੇ ਇੰਨੀ ਕਤਲੋ ਗਾਰਤ ਨਹੀਂ ਹੋਈ ਜਿੰਨੀ ਇਸ ਪਾਸੇ ਹੋਈ। ਤਾਂ ਇੱਕ ਇਹ ਚੀਜ਼ ਵੀ ਸਮਝਣ ਵਾਲੀ ਹੈ ਕਿ ਅਸੀਂ ਕਿਵੇਂ ਕਹਿ ਲਓ ਕਿ ਇੱਕ ਮਾਹੌਲ 'ਚ ਬਹਿ ਗਏ, ਜਾਂ ਅਸੀਂ ਕਿਵੇਂ ਚੀਜ਼ਾਂ ਨੂੰ ਇੰਨਾ ਕੁ ਉੱਪਰ ਆਉਣ ਦਿੱਤਾ ਕਿ ਉਹਨੇ ਇੰਨਾ ਕੁਝ ਸਾਡੇ ਕੋਲੋਂ ਕਰਾ ਦਿੱਤਾ। ਇਸ ਗੱਲ ਨੂੰ ਮਤਲਬ ਮੰਨ ਲੈਣਾ ਚਾਹੀਦਾ ਸਾਨੂੰ ਕਿ ਇਹ ਸਾਡੇ ਹੱਥੋਂ ਕਤਲੋ ਗਾਰਤ ਜਿਹੜੀ ਹੈ ਉਹ ਸਾਡੇ ਹੱਥੋਂ ਹੋਈ, ਅਤੇ ਉਹ ਕਿਉਂ ਹੋਈ ਇਹ ਸਮਝ ਕੇ ਇਹਨਾਂ ਕਹਾਣੀਆਂ ਦੇ ਥਰੂ ਅਸੀਂ ਇਹ ਇਨਸ਼ੋਰ ਕਰ ਸਕਦੇ ਹਾਂ ਕਿ ਫਿਰ ਇੱਦਾਂ ਕਦੇ ਨਾ ਹੋਵੇ। ਨਹੀਂ, ਹੈਗਾ ਆ ਜਿਵੇਂ 2017 ਦੇ ਵਿੱਚ ਪੰਜਾਬੀ ਆਲਮੀ ਸੰਗਤ ਨੇ ਸਭ ਤੋਂ ਪਹਿਲਾਂ ਲੁਧਿਆਣੇ ਪ੍ਰੋਗਰਾਮ ਕਰਵਾਇਆ ਸੀ, ਜਿਸ ਦੇ ਵਿੱਚ ਮੁਆਫੀਨਾਮੇ ਦੀ ਅਰਦਾਸ ਸੀ। ਉਸ ਦੇ ਵਿੱਚ ਮੁਹੰਮਦ ਉਸਮਾਨ ਲੁਧਿਆਣਵੀ ਉਹ ਵੀ ਆਏ ਸਨ। ਉਹਨਾਂ ਦਾ ਪਰਿਵਾਰ ਦੇ ਵੀ ਇੱਕ 47 ਦਾ ਕਨੈਕਸ਼ਨ ਹੈਗਾ ਆ, ਅਹਿਰਾਰ ਮੂਵਮੈਂਟ ਨਾਲ ਜੁੜੇ ਹੋਏ ਸੀ। ਤੁਹਾਡੀ ਇਸ ਦੀ ਆਖਰੀ ਕਹਾਣੀ ਵੀ ਉਹਨਾਂ ਦੀ ਆਈ ਥਿੰਕ ਜਿਹੜੀ ਹੈਗੀ ਐਨ ਇੰਡੀਪੈਂਡੈਂਟ ਇਮਾਮ, ਹਾਂਜੀ ਹੈ ਨਾ, 245 ਨੰਬਰ 'ਤੇ, ਅਤੇ ਉਹ ਵੀ ਉਸ ਦੇ ਵਿੱਚ ਆਏ ਸਨ। ਅਤੇ ਉਦੋਂ ਸਭ ਨੇ ਇਹ ਕਿਹਾ ਸੀ ਵੀ ਇਹ ਕਤਲੋ ਗਾਰਤ ਅਸੀਂ ਉਹ ਕੀਤੀ ਹੈ, ਸਾਨੂੰ ਇੱਕ ਦੂਜੇ ਨੂੰ ਮਾफ़ ਕਰਨਾ ਚਾਹੀਦਾ। ਅਤੇ ਉਹ ਕਹਾਣੀ ਨੂੰ ਆਈ ਥਿੰਕ 2017 ਦੇ ਵਿੱਚ ਮੁੰਬਈ ਮਿਰਰ ਨੇ ਸਦੀ ਦੀਆਂ ਸਭ ਤੋਂ ਜਿਹੜੀਆਂ ਟੌਪ 10 ਨੇ ਉਸ ਦੇ ਵਿੱਚ ਡਿਵੈਲਪਮੈਂਟ ਸਟੋਰੀਜ਼ ਦੇ ਅੰਦਰ ਉਹ ਥਾਂ ਦਿੱਤੀ ਸੀ ਵੀ ਕਿਤੇ ਨਾ ਕਿਤੇ ਕੁਛ ਬਿਹਤਰ ਹੋਇਆ ਵਾ ਤਰਾਸਦੀਆਂ ਤੋਂ ਉੱਭਰਦੇ ਹੋਏ। ਜਿਵੇਂ ਮੈਂ ਜਦੋਂ ਆਪਾਂ ਇੰਟਰਵਿਊ ਤੋਂ ਪਹਿਲਾਂ ਮੇਰਾ ਦੋਸਤ ਮੇਰੇ ਨਾਲ ਸੀ ਅਤੇ ਉਹਨੇ ਦੱਸਿਆ ਕਿ ਸਾਡੇ ਪਿੰਡ ਦੇ ਵਿੱਚ ਇੱਕ ਮੁਸਲਮਾਨ ਬੀਬੀ ਭਟਕਦੀ ਹੋਈ, ਉਹਦਾ ਪਰਿਵਾਰ ਸਾਰਾ ਮਰ ਗਿਆ ਅਤੇ ਉਹਨੂੰ ਕਿਸੇ ਉਹ ਉਧਾਲੀ ਹੋਈ ਕੁੜੀ ਨਹੀਂ ਸੀ। ਇਹ ਵੀ ਇੱਕ ਸੱਚ ਹੈ, ਬਹੁਤ ਸਾਰੀਆਂ ਕੁੜੀਆਂ ਉਧਾਲੀਆਂ ਵੀ ਗਈਆਂ ਦੋਵੇਂ ਪਾਸੇ, ਪਰ ਉਸ ਕੁੜੀ ਨੂੰ ਕਿਸੇ ਮਤਲਬ ਸਿੱਖ ਪਰਿਵਾਰ ਨੇ ਆਪਣੇ ਆਸਰਾ ਦਿੱਤਾ, ਉਸ ਮੁੰਡੇ ਨੇ ਵਿਆਹ ਕਰਾਇਆ। ਪਰ ਮਤਲਬ ਉਹ ਤਰਾਸਦੀ ਦੇ ਵਿੱਚੋਂ ਉੱਭਰੀ
ਸਮਾਂ ਪੈਂਦੇ ਪੈਂਦੇ 1988 ਤੱਕ ਆਉਂਦੇ ਕੀ ਹੋਇਆ ਕਿ ਉਹਦਾ ਮੁੰਡਾ ਕਹਿੰਦੇ ਬਹੁਤ ਗੱਭਰੂ ਜਵਾਨ ਮੁੰਡਾ ਸੀ ਤੇ ਉਸ ਮੁੰਡੇ ਦੀ ਪੰਜਾਬ ਪੁਲਿਸ 'ਚ ਭਰਤੀ ਹੋਣ ਵਾਲੀ ਸੀ ਤੇ ਕਿਤੇ ਨਾ ਕਿਤੇ ਕੋਈ ਇੱਕ ਈਰਖਾ ਸੀ, ਗੁਆਂਢ ਪੁਣੇ ਦੀ ਲਾਗ ਡਾਟ ਸੀ, ਉਹਨਾਂ ਨੇ ਵੀ ਇਹਨਾਂ ਦਾ ਮੁੰਡਾ ਤੇ ਨੌਕਰੀ ਲੱਗ ਜਾਏਗਾ ਤੇ ਕਹਿੰਦੇ ਵੀ ਉਸ ਮੁੰਡੇ ਦਾ ਕਤਲ ਹੋ ਗਿਆ। ਤੇ ਜਿਹੜੀ ਬੀਬੀ 47 'ਚ ਆਪਣਾ ਹਜੇ ਉਹ ਜ਼ਖਮ ਉਭਾਰ ਕੇ ਅੱਗੇ ਵਧੀ ਸੀ ਤੇ ਉਹ ਆਪਣੇ ਉਸ ਇਕਲੌਤੇ ਮੁੰਡੇ ਤੋਂ ਬਾਅਦ ਫਿਰ ਕਮਲੀ ਹੋ ਗਈ। ਸੋ ਮਤਲਬ ਇਹ ਕਹਾਣੀਆਂ ਵੀ ਇੱਦਾਂ ਹੈਗੀਆਂ ਕਿ ਜਿਹੜਾ 47 ਦਾ ਝੰਬਿਆ ਹੋਇਆ ਅਖੀਰ ਉਹਨੂੰ 84 ਦੁਬਾਰਾ ਵੇਖਣੀ ਪਈ ਹੈ ਨਾ। ਬਹੁਤ ਸਾਰੀਆਂ ਕਹਾਣੀਆਂ ਇਸੇ ਤਰ੍ਹਾਂ ਦੀਆਂ ਵੀ ਹੈਗੀਆਂ ਨੇ। ਸੋ ਇਹ ਕਹਾਣੀਆਂ ਦੇ ਵਿੱਚ ਇਹ ਹੈ, ਜਿਵੇਂ ਅਜਮੇਰ ਸਿੱਧੂ ਹੁਣੀ ਕਹਿੰਦੇ ਆ ਕਿ ਜਦੋਂ ਮੈਂ ਉਹਨਾਂ ਬੀਬੀਆਂ ਤੱਕ ਪਹੁੰਚ ਕੀਤੀ ਵੀ ਜਿਹੜੀਆਂ ਬੀਬੀਆਂ ਮੁਸਲਮਾਨ ਬੀਬੀਆਂ ਸਨ ਪਰ ਇੱਥੇ ਸਿੱਖਾਂ ਦੇ ਘਰਾਂ ਦੇ ਵਿੱਚ ਵਿਆਹੀਆਂ ਗਈਆਂ, ਵੀ ਉਹਨਾਂ ਨੂੰ ਮੈਂ ਇੰਟਰਵਿਊ ਕਰਾਂ ਤੇ ਬਹੁਤ ਸਾਰੇ ਪਰਿਵਾਰ ਅਸਹਿਜ ਹੋ ਜਾਂਦੇ ਸੀ, ਉਹਨਾਂ ਨੇ ਇੰਟਰਵਿਊ ਵੀ ਨਹੀਂ ਕਰਨ ਦਿੱਤੀਆਂ। ਉਹਦੇ ਕਾਰਨ ਜੋ ਵੀ ਰਹੇ, ਹੁਣ ਕਿਤੇ ਕਿਤੇ ਕਹਿੰਦੇ ਬਹੁਤ ਗੁੱਸੇ 'ਚ ਵੀ ਆ ਜਾਂਦੇ ਸੀ ਵੀ ਨਹੀਂ ਤੁਸੀਂ ਇਸ ਬਾਰੇ ਗੱਲ ਹੀ ਨਹੀਂ ਕਰਨੀ। ਕਿਤੇ ਕਿਤੇ ਉਹ ਬੀਬੀਆਂ ਵੀ ਉਹ ਗੱਲ ਕਰਨ ਲੱਗਿਆ ਅਸਹਿਜ ਹੁੰਦੀਆਂ ਸਨ ਜਾਂ ਉਹ ਇਹ ਕਹਿੰਦੀਆਂ ਸਨ ਕਿ ਉਹ ਇੱਕ ਸਮਾਂ ਸੀ ਲੰਘ ਗਿਆ, ਉਸ ਬਾਰੇ ਅਸੀਂ ਗੱਲ ਨਹੀਂ ਕਰਨੀ। ਸੋ ਇੱਦਾਂ ਵੀ ਬਹੁਤ ਸਾਰੀਆਂ ਚੀਜ਼ਾਂ ਹੋਈਆਂ। ਬਿਲਕੁਲ। ਉਸੇ 2017 ਦੀ ਜਿਹੜੀ ਤੁਸੀਂ ਗੱਲ ਕਰਦੇ ਪਏ ਹੋ, ਅਰਦਾਸ ਮਾਫੀਨਾਮੇ ਦੀ, ਜਿਹੜੀ ਲੁਧਿਆਣਾ ਵਿਖੇ ਹੋਈ, ਤੁਸੀਂ ਵੀ ਆਏ ਸੀ? ਮੈਂ ਵੀ ਆਇਆ ਸੀ। ਉੱਥੇ ਇੱਕ ਸ਼ਖਸ ਸੀਗੇ, ਮੈਂ ਉਹਨਾਂ ਦਾ ਨਾਮ ਨਹੀਂ ਯਾਦ ਕਰ ਪਾ ਰਿਹਾ, ਉਹਨਾਂ ਨੇ ਇੱਕ ਗੱਲ ਦੱਸੀ ਸੀ ਕਿ ਉਸ ਵੇਲੇ ਨਾ ਦੇਖੋ ਔਰਤ ਨੂੰ ਕਿਸੇ ਵੀ ਜੰਗ ਦੇ ਵਿੱਚ ਹਥਿਆਰ ਤਾਂ ਬਣਾ ਲਿਆ ਜਾਂਦਾ ਹੈ, ਇੱਕ ਸੱਚ ਹੈ, ਬਿਲਕੁਲ ਇਤਿਹਾਸ ਦੇ ਵਿੱਚ ਬਹੁਤ ਵਾਰੀ ਹੋਇਆ ਤੇ 47 ਦੇ ਵੇਲੇ ਵੀ ਹੋਇਆ। ਮਤਲਬ ਕਤਲੋ-ਗਾਰਤ ਤਾਂ ਹੋਈ ਬਟ ਔਰਤਾਂ ਬੇਟੀਆਂ ਨੂੰ ਦੱਬ ਲਿਆ ਗਿਆ, ਬਿਲਕੁਲ ਉਸ ਪਾਸੇ ਵੀ ਤੇ ਇਸ ਪਾਸੇ ਵੀ। ਤੇ ਉਹਨਾਂ ਨੇ ਇੱਕ ਗੱਲ ਦੱਸੀ ਤੇ ਇਹ ਕਹਾਣੀਆਂ 'ਚ ਵੀ ਕਈ ਵਾਰੀ ਜ਼ਿਕਰ ਹੁੰਦਾ, ਕਈ ਵਾਰੀ 2 ਸਾਲ ਬਾਅਦ ਉੱਥੋਂ ਦੀ ਕੁੜੀ ਵਾਪਸ ਆਈ, 1 ਸਾਲ ਬਾਅਦ ਗਵਰਨਮੈਂਟਸ ਨੇ ਐਫਰਟ ਵੀ ਕੀਤੇ ਉਸ ਤੋਂ ਬਾਅਦ ਉਹਨਾਂ ਕੁੜੀਆਂ ਨੂੰ ਲੱਭ ਕੇ ਵਾਪਸ ਲਿਆਉਣ ਲਈ। ਪਰ ਹੁੰਦਾ ਕੀ ਸੀਗਾ ਕਿ ਉਸ ਪਾਸੇ ਜਿਵੇਂ ਕਿਸੇ ਨੇ ਕੁੜੀ ਦੱਬ ਲਈ ਕਿਸੇ ਦੀ, ਜਾਂ ਇਸ ਪਾਸੇ ਕਿਸੇ ਨੇ ਦੱਬ ਲਈ, ਤੇ ਸਾਲ ਸਮਾਂ ਬੀਤਿਆ, 6 ਮਹੀਨੇ ਬੀਤੇ, 1.5 ਸਾਲ ਬੀਤਿਆ, ਪਤਾ ਲੱਗਿਆ ਕਿ ਉਹ ਕੁੜੀ ਮਿਲ ਗਈ ਹੈ। ਉਹਨੂੰ ਲੈਣ ਨੂੰ ਬਾਰਡਰ 'ਤੇ ਮਾਪੇ ਜਾਣ ਤੇ ਦੇਖਣ ਕਿ ਜਾਂ ਤਾਂ ਉਹ ਪ੍ਰੈਗਨੈਂਟ ਹੈ ਜਾਂ ਆਲਰੇਡੀ ਇੱਕ ਬੱਚੇ ਦੇ ਨਾਲ ਹੈ, ਉਹ ਲੈਣ ਤੋਂ ਇਨਕਾਰ ਕਰ ਦਿੰਦੇ ਸੀ ਆਪਣੀ ਬੇਟੀ ਨੂੰ। ਬਿਲਕੁਲ ਇਹ ਬਹੁਤ ਵੱਡੀ ਤਰਾਸਦੀ ਹੈ, ਬੜਾ ਵੱਡਾ ਦੁੱਖ ਹੈ ਜੇ ਇਹਨੂੰ ਮਹਿਸੂਸ ਕੀਤਾ ਜਾ ਸਕੇ। ਕੁਝ ਵੀ ਰੀਜ਼ਨ ਹੋਣ ਕਿਉਂ ਮਨਾ ਕਰ ਦਿੰਦੇ ਸੀ, ਉਹ ਆਪਾਂ ਸਮਝਦਾਰ ਹਾਂ, ਸਮਝ ਸਕਦੇ ਹਾਂ, ਪਰ ਉਹ ਇੱਕ ਬੜਾ ਵੱਡਾ ਦੁੱਖ ਹੈ ਜਿਹਨੂੰ ਮੈਂ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਤੇ ਇਸੇ ਇਹਨਾਂ ਕਹਾਣੀਆਂ ਦੇ ਵਿੱਚ ਇੱਕ ਚੈਪਟਰ ਹੈਗਾ ਹੈ ਵੂਨਡਡ ਫਲਾਰ। ਓਕੇ, ਪੁਸ਼ਪਾ ਜੀ ਦੀ ਕਹਾਣੀ ਹੈ। ਉਹਨਾਂ ਦਾ 5 ਸਾਲ ਦੀ ਉਮਰ 'ਚ ਉਹ ਮੌਂਟਗੋਮਰੀ, ਅੱਜ ਸਾਹੀਵਾਲ ਕਹਿੰਦੇ ਉਹਨੂੰ, ਉੱਥੋਂ ਦੀ ਉਹ ਆਏ ਸੀ। ਟ੍ਰੇਨ ਵੱਢੀ ਗਈ ਉਹਨਾਂ ਦੀ ਤੇ ਉਹ ਤੇ ਉਹਨਾਂ ਦੇ 2 ਭਰਾ ਬਚ ਗਏ। ਚਾਚੇ ਤਾਏ ਹੁਣੀ ਮਰੇ ਹੋਏ ਸੀ, ਲਾਸ਼ਾਂ ਜਦੋਂ ਉੱਠ ਕੇ ਦੇਖਿਆ, ਭਰਾ ਹੁਣੀ ਸੀਗੇ ਉਹ ਲਾਸ਼ਾਂ ਦੇ ਥੱਲੇ ਲੁਕ ਗਏ। ਇਹਨਾਂ ਨੂੰ ਮਰਿਆ ਹੋਇਆ ਸਮਝ ਕੇ ਛੱਡ ਗਏ, ਸਿਰ ਤੇ ਤਲਵਾਰ ਮਾਰੀ, ਗੋਡੇ ਤੇ ਤਲਵਾਰ ਮਾਰੀ, ਮਰਿਆ ਹੋਇਆ ਸੋਚ ਕੇ 5 ਸਾਲ ਦੀ ਬੱਚੀ ਨੂੰ ਛੱਡ ਗਏ। ਬਾਕੀ ਹੋਰ ਪਰਿਵਾਰ ਦਾ ਜਨਾ ਉਹਨਾਂ ਨੂੰ ਕੋਈ ਲੱਭਿਆ ਨਹੀਂ। ਮਾਂ ਨਾਲ ਸੀਗੀ ਤੇ ਫਾਦਰ ਹਾਲੇ ਨਾਲ ਨਹੀਂ ਸੀ ਆਏ। ਬੱਚੇ ਉਹ 2 ਭਰਾ ਉੱਠੇ, ਉਹਨਾਂ ਨੇ ਦੇਖਿਆ ਉਹਨਾਂ ਦੀ ਜਿਹੜੀ ਭੈਣ ਆ ਉਹਦੇ ਸਾਹ ਚੱਲਦੇ ਪਏ ਹਲੇ, ਉਹ ਲੈ ਕੇ ਤੁਰਦੇ ਰਹੇ ਉਹਨੂੰ, ਤੁਰਦੇ ਰਹੇ ਉਹਨੂੰ। ਕਈ ਵਾਰੀ ਛੱਡਣ ਦੀ ਕੋਸ਼ਿਸ਼ ਕੀਤੀ ਪਰ ਕਿੱਦਾਂ ਛੱਡ ਦੇਣ, ਖੂਨ ਆਪਣਾ। ਤੇ ਫਿਰ ਇੱਦਾਂ ਹੀ ਕਿਸੇ ਬਸਤੀਆਂ 'ਚ ਘੁੰਮਦੇ ਹੋਏ ਉਹਨਾਂ ਨੂੰ ਕੋਈ ਪੁੱਛਿਆ ਕਰੇ ਕਿ ਤੁਸੀਂ ਹਿੰਦੂਆਂ ਦੇ ਬੱਚੇ ਹੋ, ਤੇ ਉਹ 10-12 ਸਾਲ ਦੇ ਉਹ ਬੱਚੇ ਸੀਗੇ, ਉਹ ਕਹਿੰਦੇ ਨਹੀਂ ਜੀ ਅਸੀਂ ਮੁਸਲਮਾਨਾਂ ਦੇ ਬੱਚੇ ਹਾਂ। ਸਮਝ ਆ ਗਿਆ ਸੀ ਉਹਨਾਂ ਨੂੰ ਕਿ ਕੀ ਹੋ ਰਿਹਾ ਆਸੇ ਪਾਸੇ। ਫਿਰ ਕਿਸੇ ਸ਼ਖਸ ਨੇ ਉਹਨਾਂ ਨੂੰ ਫੜ ਲਿਆ, ਉਹ ਸਮਝ ਗਿਆ ਕਿ ਉਹ ਹਿੰਦੂਆਂ ਦੇ ਬੱਚੇ ਨੇ। ਉਹ ਕਹਿੰਦਾ ਤੁਸੀਂ ਚੁੱਪ ਰਹੋ, ਬਸ ਮੇਰੇ ਪਿੱਛੇ ਆ ਜਾਓ। ਉਹ ਸ਼ਖਸ ਉਹਨਾਂ ਨੂੰ ਇੱਕ ਆਰਮੀ ਕੈਂਪ ਤੱਕ ਲੈ ਗਿਆ ਤੇ ਉਹ ਇਸ਼ਾਰਾ ਕਰ ਦਿੱਤਾ ਕਿ ਅੰਦਰ ਚਲੇ ਜਾਓ, ਤੇ ਉੱਥੋਂ ਦੀ ਚਲਾ ਗਿਆ। ਫਿਰ ਆਰਮੀ ਵਾਲੇ ਉਹਨਾਂ ਨੂੰ ਹਿੰਦੁਸਤਾਨ ਵਾਲੇ ਪਾਸੇ ਲੈ ਆਏ। ਫਿਰੋਜ਼ਪੁਰ ਸ਼ਾਇਦ, ਹਾਂ ਫਿਰੋਜ਼ਪੁਰ ਉਹਨਾਂ ਦਾ ਇਲਾਜ ਚੱਲਦਾ ਪਿਆ ਸੀ। ਉਹ ਬੱਚੇ ਸੀਗੇ, ਉਹ ਕਹਿੰਦੇ ਸਾਡੀ ਭੈਣ ਸਾਨੂੰ ਦੇ ਦਿਓ। ਹਸਪਤਾਲ ਵਾਲੇ ਕਹਿੰਦੇ ਨਹੀਂ। ਉਹ ਚੁੱਕ ਲਿਆਏ, ਰਾਤ ਨੂੰ ਜਾ ਕੇ ਉੱਥੋਂ ਚੁੱਕ ਲਿਆਏ। ਫਿਰ ਸਟੇਸ਼ਨ 'ਤੇ ਸਮਾਂ ਬਿਤਾਇਆ ਉਹਨਾਂ ਨੇ। ਸਟੇਸ਼ਨ 'ਤੇ ਹੀ 1.25 ਮਹੀਨੇ ਬਾਅਦ ਉਹਨਾਂ ਦੀ ਮਾਂ ਦਾ ਉਹਦੇ ਨਾਲ ਮਿਲਾਪ ਹੋ ਗਿਆ ਸਟੇਸ਼ਨ 'ਤੇ। ਅਤੇ ਉਹਨਾਂ ਦਾ ਇੱਕ ਛੋਟਾ ਭਰਾ ਸੀਗਾ ਮਾਂ ਦੀ ਕੁੱਖ 'ਚ, ਉਹ ਵੀ ਜਿਉਂਦਾ ਸੀਗਾ। ਭੈਣ ਨੂੰ ਚੁੱਕ ਕੇ ਲੈ ਗਏ ਸੀਗੇ ਲੋਕ। ਫਾਦਰ ਵੀ ਫਿਰ ਉਹਨਾਂ ਨੂੰ 2-3 ਮਹੀਨੇ ਬਾਅਦ ਉਹਨਾਂ ਦਾ ਮਿਲਾਪ ਹੋ ਗਿਆ। ਅਤੇ ਫਿਰ ਜਿਹੜੀ ਉਹਨਾਂ ਦੀ ਵੱਡੀ ਭੈਣ ਸੀ ਉਹ 2 ਸਾਲ ਬਾਅਦ ਗਵਰਨਮੈਂਟਸ ਦੇ ਐਫਰਟ ਦੇ ਨਾਲ ਵਾਪਸ ਆ ਗਈ, ਮਿਲ ਗਈ। ਪਰ ਕਈ ਜਗ੍ਹਾ ਇੱਦਾਂ ਨਹੀਂ ਹੋਇਆ, ਕੁੜੀਆਂ ਵਾਪਸ ਨਹੀਂ ਆਈਆਂ, ਜਾਂ ਜੇ ਆਉਣ ਦੀਆਂ ਹਾਲਤ 'ਚ ਸੀਗੀਆਂ ਤਾਂ ਮਾਪਿਆਂ ਨੇ ਨਹੀਂ ਲਈਆਂ।
ਤੇ ਇਹ ਇੱਕ ਪੱਖ ਹੈ, ਕਹਿ ਲਓ ਇੱਕ ਦੁੱਖ ਹੈ 1947 ਦਾ। ਇਹਦੇ ਵਿੱਚ ਜਿਸ ਤਰ੍ਹਾਂ ਦੀਆਂ ਕੁਝ ਕਹਾਣੀਆਂ ਦੇ ਮਾਰਫਤ ਜੇ ਸਾਡੇ ਦਰਸ਼ਕਾਂ ਤੱਕ ਦੱਸ ਸਕੋ ਕਿ ਇਹਨਾਂ ਕਹਾਣੀਆਂ ਦੇ ਵਿੱਚ ਕਿਸ ਤਰ੍ਹਾਂ ਦਾ ਦਰਦ ਹੈ, ਜਾਂ ਉਹਨੂੰ ਸਮਝ ਸਕੀਏ ਇਹਨਾਂ ਕਹਾਣੀਆਂ ਦੇ ਮਾਰਫਤ, ਕਿਉਂਕਿ ਇਹ ਸਾਰੀਆਂ ਕਹਾਣੀਆਂ ਫਿਕਸ਼ਨਲ ਨਹੀਂ ਆ। ਹਾਂਜੀ, ਹਾਲਾਂਕਿ ਜਿਹੜੀਆਂ ਫਿਕਸ਼ਨ ਕਹਾਣੀਆਂ ਵਿੱਚ ਰਚੀਆਂ ਉਹ ਵੀ ਆਪਣੇ ਆਪ 'ਚ ਸੱਚ ਸੀ, ਉਹ ਵੀ ਆਪਣੇ ਆਪ 'ਚ ਸੱਚ ਸੀ। ਪਰ ਕਿਉਂਕਿ 47 ਕਹਾਣੀਆਂ ਨੇ, ਸਾਰੀਆਂ ਕਹਾਣੀਆਂ ਦਾ ਤੇ ਆਪਾਂ ਜ਼ਿਕਰ ਨਹੀਂ ਕਰ ਸਕਾਂਗੇ, ਪਰ ਮੈਂ ਕੁਝ ਕਹਾਣੀਆਂ ਦੇਖ ਰਿਹਾ ਸਾਂ ਜਿਵੇਂ ਦੀ ਸੈਲਵੇਸ਼ਨ ਸਟੋਰੀ, ਇਹ ਤੁਹਾਡੇ ਲੁਧਿਆਣੇ ਦੀ ਸਟੋਰੀ ਹੈ, ਇਸ ਦੇ ਬਾਰੇ ਜ਼ਰੂਰ ਦੱਸੋ। ਦਾ ਸੈਲਵੇਸ਼ਨ ਸਟੋਰੀ ਇੱਕ ਇਹੋ ਜਿਹੇ ਸ਼ਖਸ ਦੀ ਕਹਾਣੀ ਹੈ ਜਿਨ੍ਹਾਂ ਦੀ ਉਮਰ 107 ਸਾਲ ਸੀ ਜਦੋਂ ਮੈਂ ਉਹਨਾਂ ਨੂੰ ਮਿਲਿਆ। ਓਕੇ। ਉਹਨਾਂ ਨੇ ਜ਼ਿੰਦਗੀ 'ਚ 3 ਜ਼ਿੰਦਗੀਆਂ ਜੀਆਂ। ਜਨਮ ਹੋਇਆ ਉਹਨਾਂ ਦਾ ਮਲਕੀਤ ਸਿੰਘ, ਉਹ ਮਲੇਰਕੋਟਲਾ ਉਹਨਾਂ ਦਾ ਜਨਮ ਹੋਇਆ। ਫਾਦਰ ਉਹਨਾਂ ਦੇ ਰੈਵੋਲੂਸ਼ਨਰੀ ਸੀਗੇ, ਜੈਤੋਂ ਦੇ ਮੋਰਚੇ 'ਚ ਉਹਨਾਂ ਨੂੰ ਅੰਗਰੇਜ਼ਾਂ ਨੇ ਤੋਪ ਨਾਲ ਉਡਾਤਾ ਸੀ। ਠੀਕ ਹੈ। ਉਹੀ ਗੁਣ ਉਹਨਾਂ 'ਚ ਆ ਗਏ, ਰੈਵੋਲੂਸ਼ਨਰੀ ਉਹ ਬਣ ਗਏ ਕਮਿਊਨਿਸਟ। ਤੇ ਉਹ ਮਲਕੀਤ ਸਿੰਘ ਤੋਂ ਕਾਮਰੇਡ ਦੁਖੀਆ ਹੋ ਗਏ ਆਪਣੇ ਰੈਵੋਲੂਸ਼ਨ ਦੇ ਵਿੱਚ। ਠੀਕ ਹੈ। ਉਹ ਜ਼ਿਕਰ ਕਰਦੇ ਨੇ ਇੱਕ ਕਾਨਫਰੰਸ ਦਾ, ਜਿਹੜੀ ਕਿ ਮਹਾਰਾਸ਼ਟਰ 'ਚ ਹੋਈ ਸੀ, ਇੱਕ ਸੀਕ੍ਰੇਟ ਕਾਨਫਰੰਸ। ਅਜੇ ਘੋਸ਼ ਨੇ ਉਸ ਕਾਨਫਰੰਸ ਨੂੰ ਆਰਗੇਨਾਈਜ਼ ਕੀਤਾ ਸੀ। ਉਸ ਕਾਨਫਰੰਸ 'ਚ ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ ਦੀ ਸ਼ਮੂਲੀਅਤ ਸੀ। ਉਹਨਾਂ ਦਾ ਕਹਿਣਾ ਸੀ ਤੇਜਾ ਸਿੰਘ ਸੁਤੰਤਰ ਦੇ ਉਹ ਕਾਫੀ ਕਰੀਬੀ ਸਨ। ਉਹਨਾਂ ਦੀ ਗੱਲ ਬਾਰ-ਬਾਰ ਮੈਨੂੰ ਦੁਹਰਾਉਂਦੇ ਸੀ ਕਿ ਤੇਜਾ ਸਿੰਘ ਸੁਤੰਤਰ ਕਹਿੰਦਾ ਸੀ ਕਿ ਆਜ਼ਾਦੀ ਬੰਦੂਕ ਕੀ ਨਾਲ ਹੀ ਸਹੀ ਮਿਲੇਗੀ। ਬੜੇ ਹੀ ਅਮੇਜ਼ਿੰਗ ਸ਼ਖਸ। ਉਹ ਸਾਰਾ ਇੰਟਰਵਿਊ ਉਹਨਾਂ ਦਾ ਸ਼ਾਇਰੀ 'ਚ ਹੈ, ਗਜ਼ਲਾਂ 'ਚ ਹੈ। ਉਹਨਾਂ ਨੇ ਇੰਨੀਆਂ ਕਵਿਤਾਵਾਂ, ਗਜ਼ਲਾਂ ਲਿਖੀਆਂ ਹੋਈਆਂ। ਉਹ ਦੱਸਦੇ ਸੀ ਕਿ ਉਹਨਾਂ ਦਾ ਜਿਹੜਾ ਉਹਨਾਂ ਦਾ ਕੰਮ ਸੀਗਾ, ਉਹ ਉਹਨਾਂ ਨੂੰ ਕਹਿ ਲਓ ਕਿ ਇਨਪੁਟ ਮਿਲਦੀ ਸੀ ਕਿ ਆਹ ਬੰਦਾ ਚੱਕ ਦੇਣਾ ਹੈ ਅੰਗਰੇਜ਼ਾਂ ਦਾ, ਜਾਂ ਫਿਰ ਜਾਂ ਟ੍ਰੇਟਰ ਹੈਗਾ ਇਹ ਚੱਕ ਦੇਣਾ ਹੈ, ਤੇ ਉਸ ਤੋਂ ਬਾਅਦ ਅਲੋਪ ਹੋ ਜਾਣਾ ਹੈ। ਇਹੀ ਉਹਨਾਂ ਦਾ ਕੰਮ ਸੀਗਾ ਰੈਵੋਲੂਸ਼ਨ ਦੇ ਵਿੱਚ। ਪਰ ਇੱਕ ਵਾਰੀ ਹਿਮਾਚਲ ਤੋਂ ਫੜੇ ਗਏ, ਉਹਨਾਂ ਦੀ ਕਿਸੇ ਬੰਦੇ ਨੇ ਕਹਿ ਲਓ ਕਿ ਉਹਨਾਂ ਨਾਲ ਧੋਖਾ ਕੀਤਾ। 47 ਵੇਲੇ ਉਹ ਬੰਦ ਸੀਗੇ ਮੁਲਤਾਨ ਜੇਲ੍ਹ 'ਚ, ਬੜੀ ਲੰਮੀ ਇੱਕ ਸਜ਼ਾ ਕੱਟ ਰਹੇ ਸੀ। 47 ਦੀ ਆਜ਼ਾਦੀ ਮਿਲ ਗਈ ਤੇ ਉਹ ਕਹਿੰਦੇ ਕਿ ਇਹ ਤਾਂ ਮੈਨੂੰ ਦੁੱਖ ਹੀ ਬੜਾ ਹੋਇਆ ਕਿ ਮੈਂ ਇੰਨੇ ਸਾਲ ਜਿਹਦੇ ਲਈ ਸਟਰਗਲ ਕਰਦਾ ਰਿਹਾ, ਉਹ ਤਾਂ ਦੇਸ਼ ਹੀ ਵੰਡਿਆ ਗਿਆ ਤੇ ਹੁਣ ਮੈਂ ਦੂਜੇ ਦੇਸ਼ 'ਚ ਬੈਠਾ ਵਾਂ। ਖੈਰ ਕੈਦੀ ਜਿਹੜੇ ਵੀ ਸੀਗੇ ਦੋਨਾਂ ਦੇਸ਼ਾਂ ਦੇ ਵਿੱਚ, ਉਹਨਾਂ ਨੂੰ ਆਜ਼ਾਦ ਕਰ ਦਿੱਤਾ ਗਿਆ ਸੀ ਤੇ ਆਪੋ ਆਪਣੀ ਜਗ੍ਹਾ ਭੇਜ ਦਿੱਤਾ ਗਿਆ ਸੀ। ਓਕੇ। ਮੁਲਤਾਨ ਤੋਂ ਇਸ ਪਾਸੇ ਉਹ ਆ ਗਏ, ਇਸ ਪਾਸੇ ਆ ਗਏ ਤੇ ਫਿਰ ਉਹ ਲੇਬਰ ਪੋਲੀਟਿਕਸ 'ਚ ਇਨਵੋਲਵ ਹੋ ਗਏ। ਲੇਬਰ ਪੋਲੀਟਿਕਸ 'ਚ ਇਨਵੋਲਵ ਹੋ ਗਏ ਤੇ 1960 'ਚ ਉਹ ਦੁਬਾਰਾ ਜੇਲ੍ਹ ਜਾਣਾ ਪਿਆ ਉਹਨਾਂ ਨੂੰ। 1960 'ਚ ਜਾਂ ਫਿਰ 1900 ਮਤਲਬ 50 ਦੇ ਦਹਾਕੇ 'ਚ ਦੁਬਾਰਾ ਜੇਲ੍ਹ ਜਾਣਾ ਪਿਆ ਇੱਕ ਮਰਡਰ ਕੇਸ 'ਚ। ਉਹਨਾਂ ਦਾ ਕਹਿਣਾ ਸੀਗਾ ਕਿ ਉਹ ਮਰਡਰ ਕੇਸ ਇੱਕ ਲੇਬਰ ਦਾ ਉਹਨਾਂ ਦੇ ਉੱਪਰ ਝੂਠਾ ਪਾਇਆ ਗਿਆ ਸੀ, ਉਹਨਾਂ ਨੇ ਨਹੀਂ ਸੀ ਮਾਰਿਆ। ਤੇ ਉਸ ਕੇਸ 'ਚ ਉਹ ਪਟਿਆਲਾ ਜੇਲ੍ਹ 'ਚ ਬੰਦ ਸੀਗੇ। ਸਜ਼ਾ ਉਹਨਾਂ ਦੀ ਲੰਮੀ ਸੀ, ਪਰ 8 ਸਾਲ ਬਾਅਦ ਉਹਨਾਂ ਨੂੰ ਛੱਡ ਦਿੱਤਾ ਗਿਆ। ਇਹ ਵੀ ਆਪਣੇ ਆਪ 'ਚ ਇੱਕ ਬੜੀ ਇੱਕ ਅਲੱਗ ਜਿਹੀ ਕਹਾਣੀ ਹੈ। ਹੋਇਆ ਇੱਦਾਂ ਕਿ ਕਾਮਰੇਡ ਦੁਖੀਆ ਜਿਹੜੇ ਸੀ, ਇਹ ਅੱਛੇ ਕਵਿਤਾਵਾਂ ਲਿਖਦੇ ਸਨ, ਸ਼ਾਇਰੀ ਲਿਖਦੇ ਸਨ। ਜਿਹੜੇ ਪਹਿਲਾਂ ਮਲਕੀਤ ਸਿੰਘ ਸਨ, ਹੁਣੇ ਕਾਮਰੇਡ ਦੁਖੀਆ ਹੋ ਗਏ ਸੀ। ਹਾਂ, ਉਹਨਾਂ ਦੇ ਫਾਦਰ ਜੈਤੋਂ ਦੇ ਮੋਰਚੇ 'ਚ ਸ਼ਹੀਦ ਹੋਏ। ਹਾਂਜੀ। ਮਲਕੀਤ ਸਿੰਘ ਸਨ ਜਿਹੜੇ ਬਾਅਦ 'ਚ ਕਾਮਰੇਡ ਦੁਖੀਆ ਹੋ ਗਏ। ਹੁਣ ਕਾਮਰੇਡ ਦੁਖੀਆ ਜੇਲ੍ਹ 'ਚ ਬੰਦ ਨੇ ਤੇ ਇਹ 8 ਸਾਲ ਹੋ ਗਏ ਨੇ। 15 ਅਗਸਤ ਦਾ ਪ੍ਰੋਗਰਾਮ ਹੈ, ਉੱਥੇ ਕਾਮਰੇਡ ਦੁਖੀਆ ਇੱਕ ਨਾਟਕ ਕਰਦੇ ਨੇ ਤੇ ਉਸ ਨਾਟਕ ਕਰਨ ਤੋਂ ਬਾਅਦ ਉਹ ਕਵਿਤਾ ਪੜ੍ਹਦੇ ਨੇ ਮਹਿਲਾਵਾਂ ਦੇ ਲਈ। ਤੇ ਉਸ ਪ੍ਰੋਗਰਾਮ ਨੂੰ ਦੇਖਣ ਆਏ ਹੋਏ ਨੇ ਲਛਮਣ ਸਿੰਘ, ਜਿਹੜੇ ਕਿ ਉਸ ਵੇਲੇ ਦੇ ਮੁੱਖ ਮੰਤਰੀ ਨੇ। ਓਕੇ। ਉਹ ਇੰਨੇ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਉਹਨਾਂ ਦੀ ਸਜ਼ਾ ਮਾਫ ਕਰ ਦਿੱਤੀ। ਤੇ ਉਸ ਜੇਲ੍ਹ 'ਚ ਉਹ ਹੋਰ ਜਿਹੜੇ ਕੈਦੀਆਂ ਨੇ ਉਸ ਪ੍ਰੋਗਰਾਮ 'ਚ ਸ਼ਮੂਲੀਅਤ ਸੀਗੀ ਜਿਹਨਾਂ ਦੀ, ਉਹਨਾਂ ਦੀ 2-2 ਸਾਲ ਦੀ ਸਜ਼ਾ ਮਾਫ ਕਰ ਦਿੱਤੀ ਤੇ ਉਹ ਘਰ ਆ ਗਏ। ਓਕੇ। ਘਰ ਆ ਗਏ, ਉਹ ਦੱਸਦੇ ਨੇ ਕਿ ਮੈਂ ਪਹਿਲਾਂ ਆਪਣੀ ਘਰ ਵਾਲੀ ਨੂੰ ਮਜ਼ਾਕ ਕੀਤਾ ਕਿ ਮੈਂ ਜੇਲ੍ਹ ਤੋੜ ਆਇਆ ਵੀ ਆਪਾਂ ਚੱਲੇ ਆਪਾਂ ਪਾਕਿਸਤਾਨ, ਫਟਾਫਟ ਤੂੰ ਆਪਣਾ ਸਮਾਨ ਬੰਨ੍ਹ ਲੈ। ਫਿਰ ਉਹਨਾਂ ਨੇ ਦੱਸਿਆ ਕਿ ਨਹੀਂ ਮੇਰੀ ਸਜ਼ਾ ਮਾਫ ਹੋ ਗਈ। 1972 'ਚ ਕਾਮਰੇਡ ਦੁਖੀਆ ਬਣ ਗਏ ਵੈਦ ਸਾਈਂ ਰਮਤੇ ਸ਼ਾਹ ਜੀ ਚਿਸ਼ਤੀ। ਉਹ ਕਹਿੰਦੇ ਮੈਨੂੰ 1972 'ਚ ਰੱਬ ਮਿਲ ਗਿਆ, ਮੇਰੀ ਇੱਕ ਅਲੱਗ ਜ਼ਿੰਦਗੀ ਸ਼ੁਰੂ ਹੋ ਗਈ। ਫਿਰ ਉਹ ਕਾਮਰੇਡੀ ਛੱਡ ਕੇ ਫਕੀਰ ਬਣ ਗਏ। ਜਦੋਂ ਮੈਂ ਉਹਨਾਂ ਨੂੰ ਮਿਲਿਆ ਤੇ ਉਹਨਾਂ ਦਾ ਇੱਕ ਸ਼ਰਾਈਨ ਬਣਿਆ ਹੋਇਆ ਸੀ, ਉਹਨਾਂ ਨੇ ਆਪਣੀ ਕਬਰ ਖੋਦ ਕੇ ਰੱਖੀ ਸੀ। ਉਸ ਕਬਰ ਦੇ ਦੁਆਲੇ ਮੇਰੇ ਨਾਲ ਬੈਠ ਕੇ ਉਹਨਾਂ ਨੇ ਇੰਟਰਵਿਊ ਕੀਤਾ ਤੇ ਕਹਿੰਦੇ ਮੈਂ ਮਰਨ ਤੋਂ ਬਾਅਦ ਇੱਥੇ ਮੈਨੂੰ ਦੱਬਣਗੇ। ਤੇ ਬਹੁਤ ਹੀ ਮਤਲਬ ਕਹਿ ਲਓ ਕਿ ਅਮੇਜ਼ਿੰਗ ਕਹਾਣੀ। 107 ਸਾਲ ਦੀ ਉਮਰ ਸੀ, 109 ਸਾਲ ਦੀ ਉਮਰ 'ਚ ਚਲਾਣਾ ਕਰ ਗਏ। ਉਹਨਾਂ ਦੀ ਸ਼ਰਾਈਨ ਹੈਗੀ ਹੈ ਜਲੰਧਰ ਬਾਈਪਾਸ ਕੋਲ ਲੁਧਿਆਣਾ ਜੀ। ਤੇ ਉਹਨਾਂ ਦੀ ਕਿਤਾਬ ਵੀ ਹੈਗੀ ਆਪਣੀ ਇੱਕ, ਉਹਨਾਂ ਨੇ ਆਪਣੀ ਜ਼ਿੰਦਗੀ ਤੇ ਸਫਰਨਾਮਾ ਜ਼ਿੰਦਗੀ ਨਾਮ ਦੀ ਕਿਤਾਬ ਲਿਖੀ ਹੈ, ਜਿਸ 'ਚ ਉਹਨਾਂ ਦੀ ਪੂਰੀ ਕਹਾਣੀ ਜੀਵਨ ਦੀ ਹੈਗੀ ਹੈ। ਉਹਨਾਂ ਦੀਆਂ ਕੁਝ ਕਵਿਤਾਵਾਂ, ਗਜ਼ਲਾਂ ਹੈਗੀਆਂ ਨੇ ਤੇ
ਮੈਨੂੰ ਮਤਲਬ ਬਹੁਤ ਖੁਸ਼ੀ ਹੈ ਕਿ ਮੈਂ ਉਹਨਾਂ ਨੂੰ ਮਿਲਿਆ। ਬਿਲਕੁਲ। 94 ਨੰਬਰ ਤੇ ਹੈ ਤੁਹਾਡੀ ਕਹਾਣੀ। ਇਹ ਮੁਲਤਾਨ ਤੋਂ ਆਏ ਸਨ? ਉਸ ਵੇਲੇ ਮੁਲਤਾਨ 'ਚ ਬੰਦ ਸੀਗੇ 47 ਵੇਲੇ। ਓਕੇ। ਤੇ ਇਸੇ ਤਰ੍ਹਾਂ ਹੋਰ ਕਿਹੜੀ ਕਹਾਣੀ ਦਾ ਜ਼ਿਕਰ ਕਰ ਸਕਦੇ ਹਾਂ? ਮਤਲਬ ਕਹਾਣੀਆਂ ਤੇ ਸਾਰੀਆਂ ਇਸੇ ਤਰ੍ਹਾਂ ਦੀਆਂ, ਪਰ ਜਿਹੜੀ ਤੁਹਾਨੂੰ ਲੱਗੇ, ਜਿਵੇਂ ਹੋਮ ਨਨਕਾਣਾ ਸਾਹਿਬ। ਹੋਮ ਨਨਕਾਣਾ ਸਾਹਿਬ ਹਰਨਾਮ ਸਿੰਘ ਜੀ ਦੀ ਕਹਾਣੀ ਹੈ, ਅੰਮ੍ਰਿਤਸਰ ਤੋਂ। ਓਕੇ। ਇਹਨਾਂ ਦਾ ਘਰ ਨਨਕਾਣਾ ਸਾਹਿਬ ਸੀਗਾ। ਠੀਕ ਹੈ। ਤੇ ਜ਼ਿਆਦਾ ਇਹਨਾਂ ਦੀ ਕਹਾਣੀ ਬਹੁਤ ਅੱਛੀ ਕਹਾਣੀ ਹੈ ਇਹਨਾਂ ਦੀ, ਠੀਕ ਹੈ। ਤੇ ਜ਼ਿਆਦਾ ਡਿਟੇਲ ਵਿੱਚ ਵੀ ਨਾ ਜਾਂਦੇ ਹੋਏ ਮੈਂ ਜਿਵੇਂ ਦੱਸਾਂ, ਇਹ 8 ਵਾਰੀ ਪਾਕਿਸਤਾਨ ਗਏ ਬਾਅਦ 'ਚ, 47 ਤੋਂ ਬਾਅਦ। ਠੀਕ ਹੈ। 8 ਵਾਰੀ ਪਾਕਿਸਤਾਨ ਗਏ ਕਹਿ ਲਓ, ਕਿ ਕਿਉਂਕਿ ਇਹਨਾਂ ਦਾ ਘਰ ਹੀ ਨਨਕਾਣਾ ਸਾਹਿਬ ਹੈ। ਇਹ ਇਹਨਾਂ ਨੂੰ ਇਹ ਕਹਿੰਦੇ ਜੀ ਮੈਨੂੰ ਬਾਰ-ਬਾਰ ਅਫਸਰਾਂ ਨੇ ਪੁੱਛਣਾ ਵੀ ਤੂੰ ਬੜਾ ਯਾਰ ਬਾਰ-ਬਾਰ ਜਾਣਾ ਪਾਕਿਸਤਾਨ, ਵੀ ਤੂੰ ਕੀ ਚੱਕਰ ਆ? ਕਹਿੰਦਾ ਮੈਂ ਵੀ ਉਹਨਾਂ ਨੂੰ ਕਿੱਦਾਂ ਸਮਝਾਵਾਂ ਕਿ ਤੁਸੀਂ ਆਪਣੇ ਘਰ ਕਿੰਨੀ ਵਾਰੀ ਜਾਂਦੇ ਹੋ, ਜਿੰਨੀ ਵਾਰੀ ਤੁਹਾਡਾ ਜੀਅ ਕਰਦਾ। ਤੇ ਇਹਨਾਂ ਦੀ ਕਹਾਣੀ ਦਾ ਮਤਲਬ ਇਹ ਨਿਚੋੜ ਹੈ। ਇਹ ਇਹਨਾਂ ਨੇ ਪੋਸਟ ਆਫਿਸ ਕੰਮ ਕੀਤਾ, ਇਹਨਾਂ ਨੇ ਰਜਿਸਟਰੀ ਦਫ਼ਤਰ ਕੰਮ ਕੀਤਾ ਪਟਵਾਰੀ ਦਾ। ਇਹਨਾਂ ਦੀ ਕਹਾਣੀ 'ਚ ਇੱਕ ਜ਼ਿਕਰ ਹੁੰਦਾ ਹੈ ਸ਼ਾਹਿਦ ਦਾ ਪਾਕਿਸਤਾਨ ਦੇ ਪਾਸੇ ਰਹਿੰਦਾ ਸੀ ਸ਼ਾਹਿਦ, ਇਹਨਾਂ ਦੇ ਨਨਕਾਣਾ ਸਾਹਿਬ ਹੀ। ਉਹਦਾ ਆਪਣੇ ਇੱਕ ਉਸਤਾਦ ਜਿਹੜੇ ਕਿ ਇੱਕ ਸਿੱਖ ਸਨ, ਉਹਨਾਂ ਨਾਲ ਇੰਨਾ ਪਿਆਰ ਸੀਗਾ ਕਿ 47 ਵੇਲੇ ਉੱਥੋਂ ਭੱਜ ਕੇ ਇੱਧਰ ਆ ਗਿਆ। ਕਹਿੰਦਾ ਮੈਂ ਤਾਂ ਆਪਣੇ ਉਸਤਾਦ ਦੇ ਨਾਲ ਰਹਿਣਾ ਹੈ। ਉੱਧਰੋਂ ਫਿਰ ਪਿੰਡ ਵਾਲਿਆਂ ਨੇ ਚਿੱਠੀ ਪਾਈ ਹਰਨਾਮ ਸਿੰਘ ਨੂੰ ਕਿ ਸਾਡਾ ਬੰਦਾ ਉੱਥੇ ਹੈਗਾ, ਉਹਨੂੰ ਲੱਭ ਦਿਓ ਤੇ ਲੱਭ ਕੇ ਇੱਧਰ ਭੇਜ ਦਿਓ। ਉਹਨਾਂ ਨੂੰ ਨੂਰ ਮਹਿਲ ਕੋਲੇ ਉਹ ਲੱਭ ਗਿਆ। ਫਿਰ ਉਹਨੂੰ ਫੜਿਆ, ਜ਼ਬਰਦਸਤੀ ਉਹਨੂੰ ਫੜ ਕੇ ਰੱਖਿਆ। ਫਿਰ ਉੱਥੋਂ ਦੀ ਚਿੱਠੀ ਵਾਪਸ ਪਾਈ ਕਿ ਵੀ ਬਾਰਡਰ 'ਤੇ ਲੈਣ ਆਓ, ਤੇ ਫਿਰ ਉਹਨੂੰ ਬਾਰਡਰ 'ਤੇ ਉਹਨੂੰ ਛੱਡ ਕੇ ਆਏ ਤੇ ਉਹਦੇ ਘਰ 'ਤੇ ਲੈ ਕੇ ਗਏ। ਤੇ ਇਹ ਵੀ ਮਤਲਬ ਇੱਕ ਕਹਿ ਲਓ ਕਿ ਪਹਿਲੂ ਹੈ ਕਿ ਉਸ ਵੇਲੇ ਸਾਂਝ ਵੀ ਜਿਹੜੀ ਸੀਗੀ ਲੋਕਾਂ ਦੀ, ਉਹ ਵੀ ਇੱਕ ਕਹਾਣੀ 'ਚ ਜ਼ਿਕਰ ਹੁੰਦਾ ਹੈ। ਪੰਜਾਬ ਰਾਏ ਤਲਵਾਰ ਦੀ ਕਹਾਣੀ ਹੈ ਪੇਨ ਆਫ ਪੰਜਾਬ। ਉਹ ਜਦੋਂ ਇੱਧਰ ਆਏ ਤੇ ਉਹਨਾਂ ਦੇ ਜਿਹੜੇ ਦਾਦਾ ਦਾਦੀ ਸਨ, ਬਜ਼ੁਰਗ ਸਨ, ਤੇ ਪਿੰਡ ਵਾਲੇ ਕਹਿੰਦੇ ਕਿ ਪਹਿਲਾਂ ਤੁਸੀਂ ਨਾ ਜਾਓ। ਉਹ ਕਹਿੰਦੇ ਨਹੀਂ ਜਾਣਾ ਤਾਂ ਪੈਣਾ ਹੀ ਹੈ। ਸਭ ਨੂੰ ਉਸ ਵੇਲੇ ਲੱਗਦਾ ਸੀਗਾ ਕਿ ਹਾਲਾਤ ਥੋੜ੍ਹੇ ਟਾਈਮ 'ਚ ਸੁਧਰ ਜਾਣਗੇ, 15-20 ਦਿਨ ਦੀ ਗੱਲ ਹੈ, ਇੱਦਾਂ ਥੋੜ੍ਹੀ ਹੁੰਦਾ ਹੈ ਕਿ ਘਰ ਛੱਡ ਕੇ ਦੂਜੀ ਜਗ੍ਹਾ ਬਸਣਾ ਪਊਗਾ, ਵੀ ਇਹ ਟੈਂਪਰੇਰੀ ਹੈ, ਵਾਪਸ ਆ ਜਾਵਾਂਗੇ। ਤੇ ਉਹ ਕਹਿੰਦੇ ਐਂ ਕਰੋ, ਤੁਸੀਂ ਬੱਚਿਆਂ ਨੂੰ ਲੈ ਕੇ ਚਲ ਜਾਓ, ਪੰਜਾਬ ਰਾਏ ਤਲਵਾਰ ਦੇ ਪਿਤਾ ਜੀ ਨੂੰ ਕਹਿੰਦੇ, ਪਰ ਇਹ ਬਜ਼ੁਰਗਾਂ ਨੂੰ ਇੱਥੇ ਛੱਡ ਜਾਓ, ਇਹਨਾਂ ਨੂੰ ਐਵੇਂ ਧੱਕਾ ਕਰਨਾ ਤੁਸੀਂ। ਉਹ ਕਹਿੰਦੇ ਠੀਕ ਹੈ, ਗੱਲ ਜਾਇਜ਼ ਆ। ਉਹ ਇਸ ਪਾਸੇ ਆ ਗਏ, ਫਿਰੋਜ਼ਪੁਰ ਰਹੇ, ਫਿਰੋਜ਼ਪੁਰ ਹੜ੍ਹ ਆ ਗਿਆ। ਫਿਰ ਉੱਥੋਂ ਦੀ ਲੁਧਿਆਣੇ ਆ ਗਏ, ਲੁਧਿਆਣੇ ਦੁੱਧ ਦਾ ਕੰਮ ਸ਼ੁਰੂ ਕਰ ਲਿਆ। ਕਰਦੇ 6 ਮਹੀਨੇ ਹੋ ਗਏ, ਲੱਗ ਗਿਆ ਪਤਾ ਕਿ ਪਾਰਟੀਸ਼ਨ ਸੱਚ ਹੈ। ਫਿਰ ਚਿੱਠੀ ਪਾਈ ਕਿ ਸਾਡੇ ਬਜ਼ੁਰਗ ਲੈ ਆਓ ਬਾਰਡਰ 'ਤੇ। ਫਿਰ ਉਹ ਲੈਣ ਗਏ ਉਹਨਾਂ ਨੂੰ, ਤੇ ਉਹ ਦੱਸਦੇ ਨੇ ਕਿ ਉਹਨਾਂ ਦੇ ਦਾਦਾ ਜੀ ਕਹਿੰਦੇ ਉਹਨਾਂ ਨੂੰ ਵੀ ਤੂੰ ਮੇਰਾ ਵੀ ਜ਼ਿੰਦਗੀ 'ਚ ਇੰਨਾ ਖਿਆਲ ਨਹੀਂ ਰੱਖਿਆ ਜਿੰਨਾ ਪਿਛਲੇ 6 ਮਹੀਨੇ 'ਚ ਪਿੰਡ ਵਾਸੀਆਂ ਨੇ ਮੇਰਾ ਖਿਆਲ ਰੱਖਿਆ। ਇਹ ਵੀ ਕਹਾਣੀਆਂ ਨੇ, ਪਰ ਇਹ ਵੀ ਸੱਚ ਹੈ ਕਈ ਕਹਾਣੀਆਂ 'ਚ ਕਿ ਜਿਹੜਾ ਬੰਦਾ ਕੱਲ੍ਹ ਤੱਕ ਤਾਇਆ ਜੀ ਕਿਸੇ ਨੂੰ ਕਹਿ ਰਿਹਾ ਸੀ, ਅਗਲੇ ਦਿਨ ਉਹੀ ਉਹਨੂੰ ਮਾਰ ਰਿਹਾ ਸੀ। ਤੇ ਇਹ ਕਹਿ ਲਓ ਕਿ ਇਹ ਇੱਕ ਇਨਸਾਨੀ ਪਹਿਲੂ ਨੇ ਅੱਛਾਈ ਦੇ, ਬੁਰਾਈ ਦੇ, ਜਿਹੜੇ ਸਾਨੂੰ ਇਹਨਾਂ ਕਹਾਣੀਆਂ 'ਚੋਂ ਨਜ਼ਰ ਆਉਂਦੇ ਨੇ। ਸੰਦੀਪ, ਜਿਸ ਤਰ੍ਹਾਂ ਦੀਆਂ ਕਹਾਣੀਆਂ ਤੁਸੀਂ ਡਾਕੂਮੈਂਟ ਕੀਤੀਆਂ, ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਸੀ ਵੀ 47 ਤੋਂ ਸਮਝੇ ਬਿਨਾਂ ਪੰਜਾਬ ਦਾ ਦਰਦ ਨਹੀਂ ਸਮਝ ਆਏਗਾ, ਤੇ ਪੰਜਾਬ ਦੇ ਦਰਦ ਨੂੰ ਸਮਝੇ ਬਿਨਾਂ ਪੰਜਾਬ ਸਮਝ ਨਹੀਂ ਆਏਗਾ। ਤੁਹਾਡੇ ਮੁਤਾਬਕ 1947 ਨੂੰ ਸਮਝਣਾ ਜ਼ਰੂਰੀ ਕਿਉਂ ਹੈ, ਤੇ ਉਹ 1947 ਲੋਕ ਕਿਵੇਂ ਸਮਝਣ, ਅਤੇ ਐਡਮਿਨਿਸਟ੍ਰੇਸ਼ਨ ਜਾਂ ਸਿਆਸਤ ਦੇ ਗਲਿਆਰੇ ਉਸ ਨੂੰ ਕਿਵੇਂ ਸਮਝਣ? ਮੈਂ ਨਾ ਇਸ ਗੱਲ ਦਾ ਜਵਾਬ 2 ਤਰੀਕੇ ਨਾਲ ਦੇਵਾਂਗਾ ਕਿ 47 ਨੂੰ ਪਹਿਲਾਂ ਤਾਂ ਪੰਜਾਬੀਆਂ ਲਈ ਸਮਝਣਾ ਕਿਉਂ ਜ਼ਰੂਰੀ ਹੈ, ਤੇ ਫਿਰ ਬਾਕੀ ਦੇਸ਼ ਵਾਸੀਆਂ ਦੇ ਲਈ ਸਮਝਣਾ ਕਿਉਂ ਜ਼ਰੂਰੀ ਹੈ। ਠੀਕ ਹੈ ਜੀ। ਪੰਜਾਬੀਆਂ ਲਈ ਸਮਝਣਾ 47 ਨੂੰ ਇਸ ਲਈ ਜ਼ਰੂਰੀ ਹੈ ਤਾਂ ਕਿ ਇੱਕ ਨਾ ਉਹ ਸ਼ਸ਼ੀ ਥਰੂਰ ਬੜੀ ਅੱਛੀ ਗੱਲ ਕਰਦੇ ਨੇ ਕਿ ਜੇ ਸਾਨੂੰ ਇਹੀ ਨਹੀਂ ਪਤਾ ਕਿ ਸਾਡਾ ਪਿਛੋਕੜ ਕੀ ਹੈ, ਅਸੀਂ ਉਸ ਗੱਲ ਨੂੰ ਕਿੱਦਾਂ ਐਪਰੀਸ਼ੀਏਟ ਕਰਾਂਗੇ ਕਿ ਅਸੀਂ ਕਿੱਥੇ ਜਾ ਰਹੇ ਹਾਂ। ਬਿਲਕੁਲ। ਇਸ ਲਈ ਜ਼ਰੂਰੀ ਹੈ ਕਿ 47 ਅਸੀਂ ਉਹੀ ਕੀਤਾ, ਇਸ ਗੱਲ ਨੂੰ ਮੰਨ ਕੇ ਅਸੀਂ ਇਹ ਇਨਸ਼ੋਰ ਕਰੀਏ ਕਿ ਦੁਬਾਰਾ ਅਸੀਂ ਇਹੋ ਜਿਹਾ ਕੁਛ ਨਹੀਂ ਕਰਾਂਗੇ ਆਪਣੇ ਨਾਲ। ਕਿਉਂਕਿ ਸਮਾਜ ਸਾਡਾ ਹੀ ਆਈਨਾ ਹੁੰਦਾ ਹੈ, ਸਾਡੇ ਤੋਂ ਹੀ ਸਮਾਜ ਬਣਿਆ ਹੋਇਆ ਹੈ, ਅਸੀਂ ਹੀ ਕੋਈ ਵੀ ਕੰਮ ਕਰਦੇ ਪਏ ਹਾਂ, ਤੇ ਅਸੀਂ ਉਹ ਸਿੱਖ ਸਕਦੇ ਹਾਂ ਆਪਣੇ ਪਾਸਟ ਤੋਂ ਕਿ ਆਪਾਂ ਆਹ ਚੀਜ਼ ਕੀਤੀ ਹੈ ਤੇ ਆਪਾਂ ਇੱਦਾਂ ਦੁਬਾਰਾ ਨਹੀਂ ਹੋਣ ਦੇਣਾ ਹੈਗਾ। ਬਿਲਕੁਲ। ਇਹ ਪੰਜਾਬੀਆਂ ਦੇ ਲਈ ਸੀਖ ਹੈ। ਬਾਕੀ ਜਿਹੜਾ ਸਾਡਾ ਦੇਸ਼ ਹੈ ਉਹ ਇਸ ਕਿਤਾਬ ਤੋਂ 47 ਤੋਂ ਪੰਜਾਬ ਨੂੰ ਸਮਝ ਸਕਦਾ ਹੈ। ਦੇਖੋ, ਉਹ ਗੱਲ ਕਰਦੇ ਨੇ ਵੀ ਅਸੀਂ ਥੋੜ੍ਹੇ ਹਮਦਰਦ ਹੈਗੇ ਹਾਂ ਪੰਜਾਬ ਦੇ, ਕਹਿ ਲਓ, ਜਾਂ ਫਿਰ ਸਾਡੇ ਆਪਣੇ ਮਸਲੇ ਹੈਗੇ ਨੇ ਕੁਛ ਵੀ, ਪਰ ਉਹ ਇਸ ਗੱਲ ਨੂੰ ਨਹੀਂ ਸਮਝਦੇ ਕਿ ਅੱਧਾ ਸਾਡਾ ਸੱਭਿਆਚਾਰ ਉੱਥੇ ਬਸਦਾ ਹੈ,
ਬਿਲਕੁਲ। ਪਾਕਿਸਤਾਨ 'ਚ ਸਾਡੀ ਬੋਲੀ ਬੋਲਦੇ ਨੇ, ਸਾਡੇ ਵਰਗੇ ਖਾਣਾ ਖਾਂਦੇ ਨੇ, ਤੇ ਸਾਡੇ ਦਿਲ 'ਚ ਕਿਵੇਂ ਨਹੀਂ ਤਾਂਘ ਹੋਊਗੀ ਕਿ ਉਹਨਾਂ ਨਾਲ ਆਪਾਂ ਗੱਲ ਕਰੀਏ, ਹੈ ਨਾ। ਉਹ 47 ਦੀ ਕਹਾਣੀਆਂ ਨੂੰ ਪੜ੍ਹ ਕੇ ਸਮਝ ਸਕਦੇ ਨੇ ਕਿ ਜਿਹੜਾ ਪੰਜਾਬ ਹੈ ਉਹਨੂੰ, ਪੰਜਾਬ ਨੂੰ ਸਮਝ ਸਕਦੇ ਨੇ ਕਿ ਉਹਦਾ ਦਰਦ ਕੀ ਹੈ। ਉਹਦਾ ਤਾਂ ਪਹਿਲਾਂ ਤਾਂ ਉਹਨੂੰ ਵੰਡ ਦਿੱਤਾ ਗਿਆ, ਐਡਾ ਵੱਡਾ ਪੰਜਾਬ ਸੀਗਾ, ਉਹਦਾ ਵਿਛੋੜਾ ਹੋ ਗਿਆ, ਵਿਛੋੜਾ ਹੋ ਕੇ ਉਹਦੇ ਸੱਭਿਆਚਾਰ ਦਾ ਵਿਛੋੜਾ ਹੋ ਗਿਆ, ਉਹਦੇ ਲੋਕ ਆਪਸ 'ਚ ਗੱਲ ਨਹੀਂ ਕਰ ਸਕਦੇ। ਮੈਂ ਪਿੱਛੇ ਜਥੇਦਾਰ ਸਾਹਿਬ ਹਰਪ੍ਰੀਤ ਜੀ ਦਾ ਇੱਕ ਬਿਆਨ ਸੁਣਿਆ ਸੀ, ਬੜੀ ਅੱਛੀ ਗੱਲ ਉਹਨਾਂ ਨੇ ਕਹੀ ਕਿ ਇਸ ਦੇਸ਼ 'ਚ ਜੇ ਹਿੰਦੂ ਕੋਈ 4 ਧਾਮ ਯਾਤਰਾ ਕਰਨਾ ਚਾਹੁੰਦਾ ਹੈ, ਉਹਦੇ ਕੋਲ ਪੈਸੇ ਹੈਗੇ, ਉਹ ਕਰ ਸਕਦਾ ਹੈ। ਬਿਲਕੁਲ। ਇਸ ਦੇਸ਼ ਦਾ ਮੁਸਲਮਾਨ ਹੱਜ ਕਰਨਾ ਚਾਹੁੰਦਾ, ਉਹਦੇ ਕੋਲ ਪੈਸੇ ਹੈਗੇ, ਉਹ ਕਰ ਸਕਦਾ ਹੈ। ਇੱਦਾਂ ਹੀ ਕ੍ਰਿਸਚਨ ਹੈ, ਆਪਣੇ ਕਿਸੇ ਧਾਰਮਿਕ ਸਥਾਨ ਜਾਣਾ ਚਾਹੁੰਦਾ, ਉਹਦੇ ਕੋਲ ਪੈਸੇ ਹੈਗੇ, ਉਹ ਜਾ ਸਕਦਾ ਹੈ। ਬਟ ਇੱਕ ਸਿੱਖ ਜੇ ਪੈਸੇ ਵੀ ਹੈਗੇ ਉਹਦੇ ਕੋਲੇ, ਫਿਰ ਵੀ ਨਨਕਾਣਾ ਸਾਹਿਬ ਜਾਂ ਕੀਰਤਪੁਰ ਸਾਹਿਬ ਨਹੀਂ ਜਾ ਸਕਦਾ। ਤੇ ਇਹ ਇੱਕ ਸੱਚ ਹੈ, ਤੇ ਇੱਕ ਦੁੱਖ ਹੈ ਜਿਹੜਾ ਕਿ ਬਾਕੀ ਦੇਸ਼ ਨੂੰ ਸਿੱਖਾਂ ਪ੍ਰਤੀ, ਪੰਜਾਬ ਪ੍ਰਤੀ ਸਮਝਣਾ ਚਾਹੀਦਾ ਹੈ ਕਿ ਇਹ ਸੱਚ ਹੈ। ਇਹ ਤੁਸੀਂ ਸਮਝ ਕੇ ਦੇਖੋ ਕਿ ਨਨਕਾਣਾ ਸਾਹਿਬ ਸਿੱਖ ਧਰਮ ਦੇ ਜਿਹੜੇ ਮੋਢੀ ਨੇ, ਪਹਿਲੇ ਗੁਰੂ ਸਾਹਿਬ ਨੇ ਸਾਡੇ, ਉਹਨਾਂ ਦਾ ਜਨਮ ਸਥਾਨ ਹੈ। ਬਿਲਕੁਲ। ਕੀਰਤਪੁਰ ਸਾਹਿਬ ਜਿੱਥੇ ਉਹ ਜੋਤੀ ਜੋਤ ਸਮਾਏ। ਤੇ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਸਿੱਖਾਂ ਦਾ ਤਾਂ ਮੱਕਾ ਤੇ ਮਦੀਨਾ ਦੋਨੇ ਹੀ ਪਾਕਿਸਤਾਨ 'ਚ ਹੈ। ਸੌਰੀ, ਉਹ ਕਰਤਾਰਪੁਰ ਸਾਹਿਬ। ਪਰ ਉਹ ਜੇ ਉਹਨਾਂ ਕੋਲ ਪੈਸੇ ਵੀ ਹੈ ਤੇ ਉਹ ਉੱਥੇ ਨਹੀਂ ਜਾ ਸਕਦੇ। ਸੰਦੀਪ, ਇਸ ਨਜ਼ਰੀਏ ਨੂੰ ਤੁਸੀਂ ਕਿਵੇਂ ਵੇਖਦੇ ਹੋ? ਜਦੋਂ ਮੈਂ ਸ਼ੁਰੂਆਤ ਦੇ ਵਿੱਚ ਇਹ ਵੀ ਮੈਂ ਗੱਲ ਤੁਹਾਡੇ ਤੋਂ ਜਾਣਨਾ ਚਾਹਾਂਗਾ। ਮੈਂ ਕਹਿੰਦਾ ਕਿ ਜਿਹੜੀ ਸਾਡੀ ਪਹਿਲੀ ਪੀੜ੍ਹੀ ਹੈ, ਉਹਨੇ ਸਾਰੀ ਜ਼ਿੰਦਗੀ ਅੱਧੀ ਤੇ ਇਸ ਉਮੀਦ ਨਾਲ ਕੱਢ ਦਿੱਤੀ ਕਿ ਸ਼ਾਇਦ ਲਕੀਰ ਦੁਬਾਰਾ ਮਿਟਾ ਦੇਣਗੇ, ਦੁਬਾਰਾ ਅਸੀਂ ਉੱਥੇ ਚਲੇ ਜਾਵਾਂਗੇ। ਜਿਵੇਂ ਮੇਰੇ ਯਾਦ ਹੈ ਕਿ 2017 ਦੇ ਵਿੱਚ ਮੈਂ ਲੇਖ ਲਿਖਿਆ ਸੀ, ਅਤੇ ਉਸ ਤੋਂ ਬਾਅਦ ਮੈਨੂੰ ਕਿਸੇ ਪਾਠਕ ਦਾ ਫੋਨ ਆਇਆ ਸੀ ਕਿ ਉਹਨਾਂ ਦੇ ਬਜ਼ੁਰਗ ਫਿਰੋਜ਼ਪੁਰ ਬਾਰਡਰ 'ਤੇ ਜਾ ਕੇ ਵਸੇ। ਫਿਰੋਜ਼ਪੁਰ ਬਾਰਡਰ ਦੇ ਪਰਲੇ ਪਾਸੇ ਲਹਿੰਦੇ ਪੰਜਾਬ 'ਚ ਉਹਨਾਂ ਦਾ ਆਪਣਾ ਜੱਦੀ ਪਿੰਡ ਸੀ। ਵੰਡ ਤੋਂ ਬਾਅਦ ਉਹ ਫਿਰੋਜ਼ਪੁਰ ਦੇ ਇਸ ਪਾਸੇ ਇਸ ਢੰਗ ਨਾਲ ਵਸੇ ਸੀ ਕਿ ਇੱਥੋਂ ਜਿੱਦਣ ਬਾਰਡਰ ਦੁਆਰਾ ਟੁੱਟੇਗਾ ਤਾਂ ਇੱਥੋਂ ਜਾਣਾ ਸੌਖਾ ਹੋਵੇ, ਸਾਨੂੰ ਬਹੁਤਾ ਔਖਾ ਨਾ ਹੋਵੇ, ਤਾਮਜਾਮ ਵੱਡਾ ਚੁੱਕਣਾ ਨਾ ਔਖਾ ਹੋਵੇ। ਅਤੇ ਕਹਿੰਦੇ ਕਿੰਨਾ ਸਾਲ ਤੇ ਬਜ਼ੁਰਗਾਂ ਨੇ ਇਸੇ ਉਮੀਦ 'ਚ ਕੱਢ ਦਿੱਤੇ ਵੀ ਬਾਰਡਰ ਹੁਣ ਖੁੱਲ੍ਹਣਗੇ, ਹੁਣ ਖੁੱਲ੍ਹਣਗੇ, ਹੁਣ ਵਾਪਸ ਜਾਵਾਂਗੇ। ਜਦੋਂ ਉਹਨਾਂ ਨੂੰ ਲੱਗਾ ਕਿ ਵੀ ਨਹੀਂ, ਇਹ ਬਾਰਡਰ ਹੁਣ ਪੱਕੀ ਲਕੀਰ ਬਣ ਗਈ ਹੈ, ਫਿਰ ਉਹ ਕਹਿੰਦੇ ਕਿ ਉਹਨਾਂ ਦਾ ਰੋਜ਼ਾਨਾ ਇਹ ਹੁੰਦਾ ਸੀ ਕਿ ਉਹ ਸ਼ਾਮ ਨੂੰ ਚੁਬਾਰੇ 'ਤੇ ਕੁਰਸੀ ਢਾਹ ਕੇ ਅਤੇ ਲਹਿੰਦੇ ਪੰਜਾਬ ਵੱਲ ਨੂੰ ਮੂੰਹ ਕਰਕੇ ਬਹਿ ਜਾਂਦੇ ਹੁੰਦੇ ਸੀ, ਅਤੇ ਉਹ ਘੰਟਾ 1.5 ਘੰਟਾ ਇੱਦਾਂ ਬਹਿੰਦੇ ਸੀ, ਅਤੇ ਉਸ ਤੋਂ ਬਾਅਦ ਫਿਰ ਥੱਲੇ ਆ ਜਾਂਦੇ ਸੀ। ਅਗਲੀ ਸ਼ਾਮ ਫਿਰ ਉਹ ਕੁਰਸੀ ਉੱਧਰ ਨੂੰ ਕਰਦੇ ਸੀ, ਉੱਧਰ ਨੂੰ ਮੂੰਹ ਕਰਕੇ ਫਿਰ ਬਹਿ ਜਾਂਦੇ ਸੀ। ਇਹ ਉਹਨਾਂ ਦਾ ਰੂਟੀਨ ਸਾਰੀ ਜ਼ਿੰਦਗੀ ਰਿਹਾ ਜਦ ਤੱਕ ਉਹ ਪੂਰੇ ਨਹੀਂ ਹੋ ਗਏ। ਸੋ ਉਹ ਬਜ਼ੁਰਗ ਨੇ। ਉਸ ਤੋਂ ਬਾਅਦ ਦੂਜੀ ਪੀੜ੍ਹੀ ਹੈ, ਦੂਜੀ ਪੀੜ੍ਹੀ ਨੇ ਤਾਂ ਆਪਣੇ ਆਪ ਨੂੰ ਉਸ ਉਜਾੜੇ ਤੋਂ ਬਾਅਦ ਦੁਬਾਰਾ ਖੜ੍ਹੇ ਹੋਣ 'ਚ ਹੀ ਲਾ ਦਿੱਤਾ, ਆਪਣੇ ਬਜ਼ੁਰਗਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ। ਤੀਜੀ ਪੀੜ੍ਹੀ ਦੇ ਅੰਦਰ ਵੀ ਵੰਡ ਬਾਰੇ ਉਨੀ ਹੀ ਸ਼ਿੱਦਤ ਹੈ, ਉਨੀ ਹੀ ਸਾਂਝ ਹੈ, ਭੱਜੀਆਂ ਬਾਹਾਂ ਉਵੇਂ ਹੀ ਆਉਂਦੀਆਂ ਨੇ। ਸੋ ਤੀਜੀ ਪੀੜ੍ਹੀ ਤੱਕ ਜੇ 47 ਜਾਂ ਵੰਡ ਜਾਂ ਉਹ ਸਾਂਝੀ ਧਰਤੀ ਦਾ ਇੱਕ ਤਹੱਈਆ ਹੈਗਾ ਆ, ਅਤੇ ਤੁਸੀਂ ਇਸ ਨਜ਼ਰੀਏ ਨੂੰ ਕਿਵੇਂ ਵੇਖਦੇ ਹੋ ਕਿ ਤੀਜੀ ਪੀੜ੍ਹੀ ਦੇ ਵਿੱਚ ਇਹ ਕਿਵੇਂ ਹੈ ਅਤੇ ਇਹ ਕਿਉਂ ਹੈ? ਮੈਂ ਜਿਵੇਂ ਤੁਹਾਨੂੰ ਕਿਹਾ ਕਿ ਦੇਖੋ, ਸੱਭਿਆਚਾਰ ਸਾਡਾ ਸਾਂਝਾ ਹੈ, ਗਾਣੇ ਸਾਡੇ ਸਾਂਝੇ ਨੇ, ਫਿਲਮਾਂ ਸਾਡੀਆਂ ਸਾਂਝੀਆਂ ਨੇ, ਖਾਣਾ ਪੀਣਾ ਸਾਂਝਾ। ਇੱਕ ਸਮਾਜ ਨੂੰ ਜੇ ਆਪਾਂ ਇਸ ਨਜ਼ਰੀਏ ਨਾਲ ਦੇਖੀਏ ਕਿ ਇਨਸਾਨ ਨੂੰ ਗੱਲਬਾਤ ਕਰਨ ਨੂੰ ਇੱਕ ਸਮੂਹ ਚਾਹੀਦਾ ਹੁੰਦਾ ਹੈ ਨਾ। ਅਸੀਂ ਸੋਸ਼ਲ ਐਨੀਮਲਸ ਹਾਂ। ਬਿਲਕੁਲ, ਸੋਸ਼ਲ ਐਨੀਮਲਸ ਹਾਂ। ਸਾਨੂੰ ਇੱਕ ਸਮੂਹ ਚਾਹੀਦਾ ਹੁੰਦਾ ਜਿੱਥੇ ਸਾਨੂੰ ਆਪਣਾਪਨ ਫੀਲ ਹੋਵੇ, ਜਿੱਥੇ ਅਸੀਂ ਆਪਣੀ ਗੱਲ ਕਰ ਸਕੀਏ। ਅਤੇ ਹੁਣ ਜਦ ਸਾਨੂੰ ਪਤਾ ਹੈ ਕਿ ਸਾਡਾ ਸਮੂਹ ਜਿਹੜਾ ਕਿ ਹੋਰ ਵੱਡਾ ਹੈ, ਉਹ ਉਸ ਪਾਸੇ ਵੀ ਹੈਗਾ, ਇਸ ਪਾਸੇ ਵੀ ਹੈਗਾ, ਅਤੇ ਸਾਡੀ ਤਾਂਘ ਬਣੀ ਰਹੇਗੀ ਉਹਨਾਂ ਨਾਲ ਗੱਲ ਕਰਨ ਦੀ, ਉਹਨਾਂ ਦੀ ਤਾਂਘ ਬਣੀ ਰਹੇਗੀ ਸਾਡੇ ਨਾਲ ਗੱਲ ਕਰਨ ਦੀ। ਇਹ ਅੱਜ ਵੀ ਬਣੀ ਰਹੇਗੀ ਅਤੇ ਕੱਲ੍ਹ ਵੀ ਬਣੀ ਰਹੇਗੀ, ਅਤੇ ਜ਼ਰੂਰੀ ਵੀ ਹੈ। ਇਹ ਇੱਕ ਪੰਜਾਬੀ ਆਈਡੈਂਟੀਟੀ ਦੇ ਲਈ ਜਿਹੜੀ ਕਿ ਇੱਕ ਜ਼ਰੂਰੀ ਹੈ। ਬਾਕੀ ਮੈਨੂੰ ਲੱਗਦਾ ਹੈ ਕਿ ਦੇਖੋ, ਹੁਣ ਟੈਕਨੋਲੋਜੀ ਕਾਫੀ ਐਡਵਾਂਸ ਹੋ ਗਈ ਹੈ ਨਾ। ਪੁਰਾਣਾ ਸਮਾਂ ਨਹੀਂ ਰਿਹਾ। ਬਹੁਤ ਸਾਰੇ ਬਜ਼ੁਰਗ ਇਹਨਾਂ ਕਹਾਣੀਆਂ ਦੇ ਵਿੱਚ ਉਹ ਚਿੱਠੀਆਂ ਰਾਹੀਂ ਗੱਲ ਕਰਦੇ ਕਰਦੇ ਉਹ ਇਹੀ ਇੰਤਜ਼ਾਰ ਦੇ ਵਿੱਚ ਕਿ ਹੁਣ ਤਾਂ ਬਸ ਵਾਪਸ ਜਾਣਾ ਆ, ਪੂਰੇ ਹੋ ਗਏ। ਬਿਲਕੁਲ। ਪਰ ਅੱਜ ਸਮਾਂ ਹੋਰ ਹੈ। ਮੈਂ ਜਿਵੇਂ ਦੱਸਿਆ, ਫੈਜ਼ਲ ਹਯਾਤ ਨੂੰ ਮੈਂ ਹਾਲੇ ਤੱਕ ਨਹੀਂ ਮਿਲਿਆ ਹੈਗਾ ਜ਼ਿੰਦਗੀ 'ਚ, ਪਰ ਉਹ ਮੇਰਾ ਅੱਛਾ ਦੋਸਤ ਹੈ। ਉਹ ਰਿਤਿਕਾ ਕੈਨੇਡਾ 'ਚ ਹੈ, ਉਹ ਰਿਤਿਕਾ ਦਾ ਵੀ ਅੱਛਾ ਦੋਸਤ ਹੈ, ਮੇਰਾ ਵੀ ਅੱਛਾ ਦੋਸਤ ਹੈ। ਅਤੇ ਆਪਾਂ ਮਤਲਬ ਹੁਣ ਕਮਿਊਨੀਕੇਟ ਕਰਨਾ ਸਾਡੇ ਲਈ ਆਸਾਨ ਹੋ ਗਿਆ। ਜੇ ਮੈਨੂੰ ਲੱਗਦਾ ਹੈ ਕਿ ਕਈ ਵਾਰੀ ਨਾ, ਮੈਂ ਜਿਵੇਂ ਆਪਣਾ ਗਰੋਇੰਗ ਸਟੇਜ ਦੇਖਾਂ ਤਾਂ ਬਚਪਨ ਤੋਂ, ਕਿਉਂਕਿ
ਕਿਤਾਬਾਂ 'ਚ ਆਪਾਂ ਪੜ੍ਹਦੇ ਹਾਂ ਕਿ ਪਾਕਿਸਤਾਨ ਸਾਡਾ ਦੁਸ਼ਮਣ ਹੈ। ਮੈਂ ਗਵਰਨਮੈਂਟਸ ਦੀ ਗੱਲ ਨਹੀਂ ਕਰਾਂਗਾ, ਉਹਨਾਂ ਦੇ ਆਪਣੇ ਏਜੰਡੇ ਹੁੰਦੇ ਆ ਕਿਸੇ ਵੀ ਸਰਕਾਰ ਦੇ, ਭਾਵੇਂ ਇੱਧਰਲੀ ਹੋਵੇ ਤੇ ਉੱਧਰਲੀ ਹੋਵੇ। ਪਰ ਮੈਨੂੰ ਲੱਗਦਾ ਸੀ ਕਿ ਪਾਕਿਸਤਾਨੀ ਵੀ ਮੇਰੇ ਦੁਸ਼ਮਣ ਨੇ। ਮੈਂ ਜਿਵੇਂ ਖਬਰਾਂ ਪੜ੍ਹਿਆ ਕਰਨੀਆਂ, ਸੁਣਿਆ ਕਰਨੀਆਂ, ਤੇ ਮੈਨੂੰ ਲੱਗਦਾ ਸੀ ਕਿ ਮੇਰੇ ਦੁਸ਼ਮਣ ਨੇ। ਪਰ ਜਦੋਂ ਮੈਂ ਉਹਨਾਂ ਨਾਲ ਗੱਲ ਕਰਨੀ ਸ਼ੁਰੂ ਕੀਤੀ ਫੇਸਬੁੱਕ ਤੇ ਮੈਂ ਦੇਖਿਆ ਲੋਕ ਤੇ ਯਾਰ ਆਪਣੇ ਵਰਗੇ ਹੀ ਨੇ। ਤੇ 99% ਲੋਕਾਂ ਦੀ ਗੱਲ ਜੇ ਮੈਂ ਕਰਾਂ, ਸਮਾਜ ਨਾਲ ਸਾਡਾ ਆਈਨਾ ਹੁੰਦਾ ਤੇ 99% ਲੋਕ ਚੰਗੇ ਹੁੰਦੇ ਨੇ। ਬਿਲਕੁਲ। ਉਹ 1% ਦਾ ਜਿਹੜਾ ਮਾਹੌਲ ਕ੍ਰੀਏਟ ਕੀਤਾ ਹੁੰਦਾ ਨਾ, ਉਹਨੂੰ ਸਰੈਂਡਰ ਕਰਦੇ ਜਾਂਦੇ ਨੇ। ਪ੍ਰੋਬਲਮ ਸਿਰਫ ਇੰਨੀ ਕੁ ਹੈ। ਮੈਂ ਇਸ ਕਿਤਾਬ ਦੇ ਹਵਾਲੇ ਤੋਂ ਪਹਿਲਾਂ ਤਾਂ ਦੇਖੋ 47 ਦੇ ਹਵਾਲੇ ਤੋਂ ਇਸ ਗੱਲ ਨੂੰ ਮੈਂ ਜਿਵੇਂ ਪ੍ਰੂਵ ਕਰਾਂ ਤਾਂ 47 ਵੇਲੇ ਜੋ ਹੋਇਆ ਅਸੀਂ ਉਹੀ ਕੀਤਾ ਹੈ ਨਾ। ਉਹ ਸਾਡਾ ਹੀ ਸਮਾਜ ਦਾ ਆਈਨਾ ਹੈ 47 ਦਾ। ਇਹ ਕਿਤਾਬ ਉਸ ਵੇਲੇ ਦਾ ਆਈਨਾ ਹੈ। ਉਹ ਕਲੈਕਟਿਵ ਕਹਿ ਲਓ ਕਿ ਐਫਰਟ ਕਹਿ ਲਓ ਜਾਂ ਕਲੈਕਟਿਵ ਜੋ ਵੀ ਉਸ ਵੇਲੇ ਹੋਇਆ ਉਹ ਅਸੀਂ ਕੀਤਾ। ਫਿਰ ਜੇ ਆਪਾਂ ਅੱਜ ਦਾ ਆਪਾਂ ਦੇਖੀਏ, ਅੱਜ ਦਾ ਆਪਣਾ ਸੂਬਾ, ਆਪਣਾ ਦੇਸ਼, ਆਪਣਾ ਸਮਾਜ ਜਿਹੋ ਜਿਹਾ ਵੀ ਹੈ, ਚੰਗਾ ਤੁਹਾਨੂੰ ਲੱਗਦਾ ਹੈ ਭਾਵੇਂ ਮਾੜਾ ਲੱਗ ਰਿਹਾ ਹੈ, ਇਹ ਤੁਹਾਡੇ ਕਰਕੇ ਹੀ ਹੈ। ਇਹ ਤੁਹਾਡੇ ਕਰਕੇ, ਤੁਹਾਡੀ ਸ਼ਮੂਲੀਅਤ ਕਰਕੇ ਹੈ, ਤੁਹਾਡਾ ਹੀ ਆਈਨਾ ਹੈ। ਆਪਾਂ 2 ਜਣੇ ਬੈਠੇ ਹਾਂ, ਸਾਡਾ ਇੱਕ ਮਾਹੌਲ ਹੈ। ਅਸੀਂ 30 ਹੋ ਜਾਾਂਗੇ, ਸਾਡਾ ਇੱਕ ਮਾਹੌਲ ਹੋਊਗਾ। ਪਰ ਜਦੋਂ ਅਸੀਂ 30,000 ਹੋ ਜਾਂਦੇ ਹਾਂ ਤਾਂ ਅਸੀਂ ਗਿਵ ਅਪ ਕਰ ਦਿੰਦੇ ਹਾਂ। ਸਾਨੂੰ ਲੱਗਦਾ ਕਿ ਹੁਣ ਮਾਹੌਲ ਸਾਡਾ ਨਹੀਂ, ਹੁਣ ਕੋਈ ਹੋਰ ਹੈਗਾ ਇੱਥੇ, ਉਹ ਹਾਕਮ ਹੈਗਾ ਹੈ ਜਾਂ ਕੁਝ ਹੋਰ ਹੈਗਾ। ਸਾਨੂੰ ਇੱਦਾਂ ਮਹਿਸੂਸ ਹੋਣ ਲੱਗਦਾ, ਬਟ ਇੱਦਾਂ ਨਹੀਂ ਹੈ। ਸਾਡੀ ਸ਼ਮੂਲੀਅਤ ਹੈ ਹਰ ਚੀਜ਼ 'ਚ। ਤੇ 99% ਲੋਕ ਨਾ ਚੰਗੇ ਹੁੰਦੇ ਨੇ। ਆਹ ਕਿਤਾਬ ਜਿਵੇਂ ਹੁਣ ਅਸੀਂ ਕੀਤੀ ਹੈ, ਇਹ ਮੈਂ ਆਖਰੀ ਕੜੀ ਹਾਂ ਇਸ ਕਿਤਾਬ ਦੀ। ਬਸ ਮੈਂ, ਰਿਤਿਕਾ ਤੇ ਫੈਜ਼ਲ ਆਖਰੀ ਕੜੀ ਹਾਂ ਅਸੀਂ। ਪਰ ਇਹ ਕਿਤਾਬ ਇੱਕ ਸਮਾਜ ਦਾ ਐਫਰਟ ਹੈ। ਇਹ ਕਿਤਾਬ ਇਸ ਸਮਾਜ ਨੇ ਲਿਖੀ ਹੈ। ਉਹ ਇਸ ਤਰ੍ਹਾਂ ਹੈ ਕਿ ਸਾਨੂੰ ਨਹੀਂ ਪਤਾ ਇਹਨਾਂ ਲੋਕਾਂ ਤੱਕ, ਬਜ਼ੁਰਗਾਂ ਤੱਕ ਕਿਵੇਂ ਪਹੁੰਚ ਬਣਾਉਣੀ ਹੈ। ਕੋਈ ਗਵਰਨਮੈਂਟ ਡੇਟਾ ਨਹੀਂ ਹੈ, ਕੁਛ ਨਹੀਂ। ਅਸੀਂ ਇੰਟਰਨੈਟ 'ਤੇ ਸ਼ੇਅਰ ਕਰਨਾ ਸ਼ੁਰੂ ਕੀਤਾ, ਲੋਕਾਂ ਦੀ ਮਦਦ ਮੰਗੀ। ਗੁਰਲੀਨ ਕੌਰ ਹੈ ਅੰਮ੍ਰਿਤਸਰ ਤੋਂ, ਆਪਣੇ ਕਾਲਜ 'ਚ ਸਾਡਾ ਪੋਸਟਰ ਚਿਪਕਾ ਰਹੀ ਹੈ। ਹਰਲੀਨ ਕੌਰ ਫਰੀਦਾਬਾਦ ਤੋਂ ਪੁੱਛਦੀ ਪਈ ਆਪਣੇ ਦੋਸਤਾਂ ਨੂੰ ਕਿ ਇਹ ਕਿਵੇਂ ਕਰਾਂਗੇ। ਖਾਲਿਦ ਗਜ਼ਨਵੀ ਇਲਾਹਾਬਾਦ ਤੋਂ ਆਪਣੇ ਦੋਸਤਾਂ ਨੂੰ ਮੈਸੇਜ ਫਾਰਵਰਡ ਕਰੀ ਜਾਂਦਾ ਹੈ। ਮੇਰਠ ਤੋਂ ਵੈਸ਼ਾਲੀ ਕਨੌਜੀਆ, ਕਲਕੱਤਾ ਤੋਂ ਸਿਮਰਨ ਕੌਰ ਭੋਪਾਲ ਤੋਂ ਕਹਾਣੀ ਲੱਭ ਕੇ ਲਿਆਈ ਹੈ। ਸੂਰਤ ਤੋਂ ਆਕਰੂਤੀ ਡਾਲਮੀਆ, ਸਿੰਧ ਤੋਂ ਰਾਜਾ ਰੋਹਿਤ ਕਰਮਾਨੀ, ਲਾਹੌਰ ਤੋਂ ਮੁਜਾਹਿਦ ਇਸ਼ਾਈ ਤੇ ਫੈਜ਼ਾਨ ਨਕਵੀ ਸਾਡੀ ਮਦਦ ਕਰ ਰਹੇ ਨੇ। ਫਿਰ ਕੋਈ ਪੱਤਰਕਾਰ ਨੇ ਜਿਹੜਾ ਅਖਬਾਰ ਸਾਨੂੰ ਉਮੀਦ ਦੇ ਬੰਦੇ ਕਹਿ ਕੇ ਸੰਬੋਧਿਤ ਕਰ ਰਹੇ ਨੇ। ਕੋਈ ਸਾਡਾ ਇੰਟਰਵਿਊ ਲੈ ਰਿਹਾ ਹੈ ਜਿਹੜਾ ਸਾਨੂੰ ਇਰਸ਼ਾਦ ਕਾਮਿਲ ਦੇ ਸ਼ੇਅਰ ਤੋਂ ਸੰਬੋਧਿਤ ਕਰ ਰਿਹਾ ਹੈ। ਕੋਈ ਆਪਣੀ ਅੰਗਰੇਜ਼ੀ 'ਚ ਕਹਾਣੀ ਸਾਨੂੰ ਸਮਝਾ ਰਿਹਾ ਹੈ, ਕੋਈ ਇੱਦਾਂ। ਤੇ ਕਲੈਕਟਿਵ ਐਫਰਟ ਹੈ। ਬਿਲਕੁਲ। ਇਹ ਇਸ ਸਮਾਜ ਦਾ, ਇਹ ਕਿਤਾਬ ਇੱਕ ਕਲੈਕਟਿਵ ਐਫਰਟ ਹੈ। ਇਹ ਤੁਸੀਂ ਹੀ ਲਿਖਾਈ ਹੈ ਕਿਤਾਬ। ਅਸੀਂ ਤਾਂ ਸਿਰਫ ਆਖਰੀ ਕੜੀ ਹੈਗੇ ਹਾਂ। ਤੁਸੀਂ ਸਾਡਾ ਪੇਜ ਚਲਾਇਆ, ਤੁਸੀਂ ਸਾਡੇ ਪੇਜ ਤੇ ਚੰਗੇ ਚੰਗੇ ਕਮੈਂਟ ਕੀਤੇ, ਸਾਨੂੰ ਹੱਲਾਸ਼ੇਰੀ ਦਿੱਤੀ। ਤੁਸੀਂ ਆ ਕੇ ਉੱਥੇ ਗਾਲਾਂ ਕੱਢਦੇ ਹੁੰਦੇ, ਅਸੀਂ ਤਾਂ ਨਾ ਕੁਛ ਕਰਦੇ ਇਹਦੇ ਅੱਗੇ ਕੰਮ, ਹੈ ਨਾ। ਜੇ ਆਪਾਂ ਕਹੀਏ ਕਿ ਸੋਸ਼ਲ ਮੀਡੀਆ ਦਾ ਮਾਹੌਲ ਹੈਗਾ ਹੈ ਜੀ, ਇੱਦਾਂ ਹੈਗਾ, ਕੁਛ ਹੈਗਾ, ਸਮਾਜ ਦਾ ਕਹਿ ਲਓ, ਸੋਸ਼ਲ ਮੀਡੀਆ ਦਾ ਕਹਿ ਲਓ, ਦੇਸ਼ ਦਾ, ਸੂਬੇ ਦਾ, ਗਰੁੱਪ ਦਾ, ਧੜੇ ਦਾ ਮਾਹੌਲ ਤੁਹਾਡੇ ਤੋਂ ਹੈ। ਤੁਸੀਂ ਚੰਗੇ ਬਣੇ ਰਹੋ। ਤੁਸੀਂ ਸਾਨੂੰ ਚੰਗੇ ਚੰਗੇ ਕਮੈਂਟ ਕੀਤੇ, ਤੁਸੀਂ ਇੰਨਾ ਸਪੋਰਟ ਕੀਤਾ, ਤੁਸੀਂ ਸਾਡੇ ਤੋਂ ਇਹ ਕੰਮ ਕਰਾਇਆ, ਨਾਲ ਤੁਹਾਡੀ ਸ਼ਮੂਲੀਅਤ ਰਹੀ ਹੈ ਤੇ ਆਹ ਕਿਤਾਬ ਅੱਜ ਸਾਡੇ ਸਾਹਮਣੇ ਹੈ। ਇਹ ਤੁਸੀਂ ਕੀਤਾ। ਤੇ ਹੋਰ ਵੀ ਜੋ ਤੁਸੀਂ ਚਾਹੁੰਦੇ ਹੋ ਸਮਾਜ ਦੇ ਵਿੱਚ, ਉਹਦੇ ਤੁਸੀਂ ਆਪਣਾ ਜੇ ਇੰਡੀਵਿਜੂਅਲ ਐਫਰਟ ਕਰੋਗੇ ਤਾਂ ਮੈਨੂੰ ਲੱਗਦਾ ਕਿ ਉਹ ਪੂਰੀ ਹੋ ਜਾਂਦੀ ਹੈ। ਮੇਰਾ ਇਹ ਮੰਨਣਾ ਹੈ। ਬਿਲਕੁਲ। ਮੇਰੇ ਯਾਦ ਆ, ਆਪਾਂ ਇਸੇ ਗੱਲ ਤੋਂ ਖ਼ਤਮ ਕਰਾਂਗੇ ਕਿ ਕਈ ਵਾਰ ਇੱਦਾਂ ਹੋ ਜਾਂਦਾ ਕਿ ਗੱਲ ਕਿਹੜੀ ਵਧੀਆ ਹੁੰਦੀ ਹੈ ਪਰ ਉਸ ਤੋਂ ਅਗਲੀ ਮਾੜੀ ਗੱਲ ਹੁੰਦੀ ਹੈ। ਕਈ ਵਾਰ ਉਹ ਜ਼ਿਆਦਾ ਬੁਲਿੰਗ ਤੇ ਟ੍ਰੋਲਿੰਗ ਦੇ ਵਿੱਚ ਚੁੱਕੀ ਜਾਂਦੀ ਹੈ। ਹੰਸਰਾਜ ਹੰਸ ਹੋਣਾ ਦੀ ਇੱਕ ਇੰਟਰਵਿਊ ਸੀ, ਉਸ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ JNU ਦਾ ਨਾਮ ਨਰਿੰਦਰ ਮੋਦੀ ਯੂਨੀਵਰਸਿਟੀ ਹੋਣਾ ਚਾਹੀਦਾ। ਕੁਛ ਇਸ ਤਰ੍ਹਾਂ ਦਾ ਕਿੱਸਾ ਸੀ। ਉਸ ਤੋਂ ਬਾਅਦ ਉਹ ਬਹੁਤ ਟ੍ਰੋਲ ਹੋਏ ਸੀ ਤੇ ਉਹ ਇੱਕ ਅਲੱਗੀ ਗੱਲ ਹੈ। ਪਰ ਉਸ ਤੋਂ ਪਹਿਲਾਂ ਉਹਨਾਂ ਨੇ ਜਿਹੜੀ ਗੱਲ ਕੀਤੀ ਸੀ, ਉਹ ਗੱਲ ਮੈਨੂੰ ਐ ਮਹਿਸੂਸ ਹੋਇਆ ਕਿ ਉਸ ਗੱਲ ਦੀ ਜ਼ਿਆਦਾ ਚਰਚਾ ਹੋਣੀ ਚਾਹੀਦੀ ਸੀ। ਉਸ ਦੇ ਵਿੱਚ ਉਹਨਾਂ ਨੇ ਇਹ ਗੱਲ ਕੀਤੀ ਸੀ ਕਿ ਦੇਖੋ ਵੀ ਫੌਜੀ ਇੱਧਰ ਮਰਨ ਜਾਂ ਉੱਧਰ ਮਰਨ, ਹੈ ਤੇ ਮਾਵਾਂ ਦੇ ਪੁੱਤ ਹੀ ਆ ਨਾ। ਅਤੇ ਇਸ ਕਰਕੇ ਆਪਾਂ ਕਿਵੇਂ ਕਹਿ ਸਕਦੇ ਹਾਂ ਵੀ ਜੇ ਸਾਡੇ ਸ਼ਹੀਦ ਹੋ ਰਹੇ ਆ, ਉੱਧਰ ਸ਼ਹੀਦ ਹੋ ਰਹੇ ਆ, ਮਾਵਾਂ ਦੇ ਪੁੱਤ ਜਾ ਰਹੇ ਆ, ਅਤੇ ਕਿਤੇ ਨਾ ਕਿਤੇ ਸਾਨੂੰ ਸੋਚਣਾ ਚਾਹੀਦਾ ਵੀ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਆ। ਇਸੇ ਤਰ੍ਹਾਂ ਦੀ ਇੱਕ ਕਹਾਣੀ ਸੀ ਜਿਹੜੀ ਗੁਰਮੇਹਰ ਕੌਰ ਹੋਣਾ ਦੇ ਫਾਦਰ ਸਾਹਿਬ ਦੀ ਸੀ, ਉਹ ਵੀ ਬਹੁਤ ਜ਼ਿਆਦਾ ਟਰੋਲ ਹੁੰਦੀ ਰਹੀ। ਉਦੋਂ ਤਾਂ ਪੂਰੀ ਇੱਕ ਮੁਹਿੰਮ ਚੱਲੀ ਸੀ ਜਿੱਥੇ ਉਹਦੇ ਮਨ ਦੇ ਵਿੱਚ ਇਹ ਸੀ ਕਿ ਕੋਈ ਵੀ ਮੁਸਲਮਾਨ ਦੇਖਦੀ ਸੀ ਉਹਨੂੰ ਲੱਗਦਾ ਸੀ ਕਿ ਇਹਨਾਂ ਨੇ ਮੇਰੇ ਪਿਤਾ ਨੂੰ ਮਾਰਿਆ। ਅਤੇ ਉਹਨਾਂ ਦੀ ਮਾਂ ਨੇ ਜਦੋਂ ਸਮਝਾਇਆ ਕਿ ਤੇਰੇ ਪਿਤਾ ਨੂੰ ਮੁਸਲਮਾਨ ਨੇ ਨਹੀਂ ਮਾਰਿਆ, ਤੇਰੇ ਪਿਤਾ ਨੂੰ ਜੰਗ ਨੇ ਮਾਰਿਆ। ਸੋ ਇਹ ਜਿਹੜੀ ਇੱਕ ਨਿੱਕੀ ਨਿੱਕੀ ਐਫਰਟ ਹੁੰਦੀ ਆ, ਗੱਲ ਤਾਂ ਹੁੰਦੀ ਹੈ ਕਿ ਇੱਕ ਨਜ਼ਰੀਏ ਨੂੰ ਕਿਵੇਂ ਸਮਝਣਾ ਆ। ਨਜ਼ਰੀਆ ਬਿਹਤਰ ਹੋਵੇ ਤਾਂ ਚੀਜ਼ਾਂ ਬਿਹਤਰ ਹੋ ਸਕਦੀਆਂ ਨੇ। ਸੋ ਕਿਤੇ ਨਾ ਕਿਤੇ ਜਿਹੜੀ ਬੁਲਿੰਗ ਟ੍ਰੋਲਿੰਗ ਦੇ ਦੌਰ ਦੇ ਅੰਦਰ ਇੱਕ ਡਾਇਲੋਗ ਦੀ ਗੁੰਜਾਇਸ਼ ਦੁਬਾਰਾ ਬਣ ਜਾਵੇ, ਇਸ ਤਰ੍ਹਾਂ ਦੀ ਕਿਤਾਬਾਂ ਲਿਖੀਆਂ ਜਾਣ
ਤਾਂ ਫਿਰ ਜ਼ਰੂਰੀ ਨਹੀਂ ਹੈ ਕਿ ਇੱਕ ਯੂਰਪ ਦੇ ਸ਼ੈਂਗਨ ਵੀਜ਼ੇ ਹੋਣਗੇ, ਸ਼ੈਂਗਨ ਵੀਜ਼ੇ ਸਾਡੇ ਵੀ ਹੋ ਸਕਦੇ ਨੇ। ਸੋ ਇਸ ਐਫਰਟ ਦੇ ਲਈ ਬਹੁਤ ਬਹੁਤ ਧੰਨਵਾਦ। ਅੱਜ ਜਿਸ ਤਰ੍ਹਾਂ ਹੀ ਤੁਸੀਂ ਗੱਲਬਾਤ ਕੀਤੀ, ਮੈਨੂੰ ਲੱਗਦਾ ਕਿ ਸਾਡੇ ਦਰਸ਼ਕ ਇਹਨਾਂ ਕਹਾਣੀਆਂ ਦੇ ਰੂਬਰੂ ਜ਼ਰੂਰ ਹੋਏ ਹੋਣਗੇ। ਅਜਿਹੀ ਐਫਰਟ ਜੋ ਵੀ ਕਰਦਾ ਉਹ ਸਾਰੇ ਉਮੀਦ ਦੇ ਬੰਦੇ ਨੇ, ਚਾਹੇ ਉਹ ਸਾਵਲ ਧਾਮੀ ਹੋਣੀ ਹੋਣ, ਚਾਹੇ ਸੰਦੀਪ ਦੱਤ, ਫੈਜ਼ਲ ਹਯਾਤ, ਰਿਤਿਕਾ ਹੋਣੀ ਹੋਣ, ਚਾਹੇ ਉਹ ਨਾਸਰ ਢਿੱਲੋਂ ਹੋਵੇ, ਚਾਹੇ ਉਹ ਅੰਮ੍ਰਿਤਸਰ ਦੇ ਅੰਦਰ ਬੈਠੇ ਹੋਏ ਹਰਭਜਨ ਸਿੰਘ ਹੋਣ, ਜਿਨ੍ਹਾਂ ਬਾਰੇ ਸੁਣੀਦਾ ਕਿ ਉਹਨਾਂ ਨੇ 1,500 ਤੋਂ ਵੱਧ ਅਜਿਹੇ ਬੰਦਿਆਂ ਨੂੰ ਮਿਲਾਇਆ ਆਪਸ 'ਚ, ਜਿਹੜੇ ਇੱਕ ਦੂਜੇ ਦੇ ਭੈਣ ਭਰਾ ਸਨ ਪਰ ਇਸ ਵੰਡ ਦੇ ਵਿੱਚ ਵਿਛੜ ਗਏ, ਕੋਈ ਉੱਧਰ ਰਹਿ ਗਿਆ, ਕੋਈ ਇੱਧਰ ਆ ਗਿਆ। ਸੋ ਇਹ ਸਾਰੀ ਜਿਹੜੀ ਐਫਰਟ ਹੈ ਇਸ ਤਰ੍ਹਾਂ ਦੇ ਉਮੀਦ ਦੇ ਬੰਦਿਆਂ ਨਾਲ ਹੋਣੀ ਚਾਹੀਦੀ ਹੈ। ਤੁਸੀਂ ਅੱਜ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਕਾਲੂ ਸਾਹਿਬ। ਤੇ ਆਖਰੀ ਸ਼ਬਦਾਂ 'ਚ ਮੈਂ ਆਪਣੀ ਜਨਰੇਸ਼ਨ ਨੂੰ ਕੁਝ ਮੈਸੇਜ ਦੇਣਾ ਚਾਹਾਂਗਾ, ਜ਼ਰੂਰ। ਕੁਛ ਉਹਨਾਂ ਨੂੰ ਕਹਿਣਾ ਚਾਹਾਂਗਾ। ਉਹ ਆਪਣੇ ਹਵਾਲੇ ਤੋਂ ਉਹ ਵੀ ਗੱਲ ਨਹੀਂ ਕਰ, ਮੈਂ ਨਾ ਕੋਸ਼ਿਸ਼ ਕਰਦਾ ਕਿ ਆਪਣੇ ਹਵਾਲੇ ਤੋਂ ਘੱਟ ਗੱਲ ਕਰਾਂ, ਲੋਕਾਂ ਦੇ ਹਵਾਲੇ ਤੋਂ ਜ਼ਿਆਦਾ ਗੱਲ ਕਰਾਂ, ਸ਼ਾਇਦ ਉਹ ਜ਼ਿਆਦਾ ਸਮਝ ਪਾਉਂਦੇ ਨੇ। ਇਸ ਕਹਾਣੀ ਦੀ ਆਖਰੀ ਕਹਾਣੀ ਅੱਜ ਦੇ ਜਿਹੜੇ ਸ਼ਾਹੀ ਇਮਾਮ ਨੇ, ਉਹਨਾਂ ਦੇ ਵਾਲਿਦ ਸਾਹਿਬ ਸ਼ਾਹੀ ਇਮਾਮ ਮੌਲਾਨਾ ਹਬੀਬੁਰ ਰਹਿਮਾਨ ਲੁਧਿਆਣਵੀ ਸਾਨੀ ਦੀ ਹੈ ਜੀ। ਉਹ ਮੈਂ ਜਿਵੇਂ ਹਰੇਕ ਨੂੰ ਪੁੱਛਿਆ ਕਰਦਾ ਕਿ ਤੁਹਾਡਾ ਸਾਡੇ ਲਈ ਕੀ ਮੈਸੇਜ ਹੈਗਾ ਇੰਟਰਵਿਊ ਕਰਨ ਤੋਂ ਬਾਅਦ ਐਂਡ ਦੇ ਵਿੱਚ, ਉਹਨਾਂ ਨੇ ਬੜੀ ਅੱਛੀ ਗੱਲ ਕਹੀ। ਉਹ ਕਹਿੰਦੇ ਕਿ ਆਪਸ 'ਚ ਪਿਆਰ ਮੁਹੱਬਤ ਬਣਾਏ ਰੱਖੋ, ਸ਼ੁਰੂ ਘਰ ਤੋਂ ਕਰੋ। ਬਿਲਕੁਲ। ਆਪਣੇ ਪਰਿਵਾਰ ਨੂੰ ਵੱਧ ਤੋਂ ਵੱਧ ਇੱਜ਼ਤ ਤੇ ਪਿਆਰ ਦਿਓ। ਬਸ ਇੰਨੀ ਕੁ ਗੱਲ ਹੈ ਕਿ ਸ਼ੁਰੂ ਆਪਣੇ ਆਪ ਤੋਂ ਕਰੋ। ਜੇ ਤੁਸੀਂ ਚਾਹੁੰਦੇ ਹੋ ਕਿ ਬੜੀ ਪਿਆਰ ਮੁਹੱਬਤ ਰਵੇ ਦੁਨੀਆ 'ਚ, ਬੜਾ ਸਭ ਕੁਝ ਚੰਗਾ ਰਵੇ, ਤੇ ਤੁਸੀਂ ਚੰਗੇ ਬਣੇ ਰਹੋ। ਕੁਛ ਵੀ ਹੋਵੇ, ਕਿਹੋ ਜਿਹਾ ਵੀ ਮਾਹੌਲ ਹੈ, ਕਿਹੋ ਜਿਹਾ ਵੀ ਸਮਾਂ ਚੱਲ ਰਿਹਾ, ਤੁਸੀਂ ਆਪਣੀ ਚੰਗਿਆਈ ਨਾ ਛੱਡੋ। ਮੈਂ ਉਹਨਾਂ ਦੀ ਕਹਾਣੀ ਤੋਂ ਹੀ ਖ਼ਤਮ ਕਰੂੰਗਾ ਕਿ ਉਮੀਦ ਦੇ ਬੰਦੇ ਸੀਰੀਜ਼ ਮੈਂ ਹੀ ਕੀਤੀ ਸੀ, ਉਦੋਂ ਜਗਬਾਣੀ ਅਖਬਾਰ 'ਚ ਸੀ ਜਦੋਂ ਮੈਂ ਤੁਹਾਡੀ ਸਟੋਰੀ ਵੀ ਕੀਤੀ, ਉਹਨਾਂ ਦੀ ਵੀ ਕੀਤੀ। ਜਿਹੜੇ ਹਬੀਬੁਰ ਰਹਿਮਾਨ ਦੇ ਮਾਤਾ ਜੀ ਸਨ ਕਿ ਉਹਨਾਂ ਦੇ ਪਤਨੀ ਸਨ, ਮੈਨੂੰ ਇੱਥੋਂ ਥੋੜ੍ਹਾ ਸਕਿਪ ਕਰ ਗਿਆ, ਪਰ ਗੱਲ ਇਹ ਸੀ ਕਿ ਉਹਨਾਂ ਦੇ ਪਰਿਵਾਰ 'ਚੋਂ ਉਹਨਾਂ ਦੇ ਪਤਨੀ ਸਨ। ਕਹਿੰਦੇ ਜਦੋਂ ਵੰਡ ਹੋਈ ਤਾਂ ਉਹ ਬਹਾਵਲਪੁਰ ਵਾਲੇ ਪਾਸੇ ਚਲੇ ਗਏ, ਫਿਰ ਕਿਸੇ ਤਰ੍ਹਾਂ ਵਾਪਸ ਆਏ, ਪਰ ਜਦੋਂ ਵਾਪਸ ਆਏ ਤਾਂ ਉਹਨਾਂ ਦਾ ਲੁਧਿਆਣੇ ਵਾਲਾ ਘਰ ਇੱਥੋਂ ਦੇ ਕਿਸੇ ਉੱਧਰ ਦੇ ਰਿਫਿਊਜੀ ਬੰਦਿਆਂ ਨੂੰ ਅਲਾਟ ਹੋ ਚੁੱਕਾ ਸੀ, ਅਤੇ ਕਿਸੇ ਨੇ ਕਿਹਾ ਵੀ ਆਪਾਂ ਇਹ ਘਰ ਵਾਪਸ ਲੈ ਦਿੰਦੇ ਹਾਂ। ਅਤੇ ਉਹਨਾਂ ਦੇ ਮਾਤਾ ਨੇ, ਯਾਨੀ ਕਿ ਹੁਣ ਵਾਲੇ ਸ਼ਾਹੀ ਇਮਾਮ ਦੇ ਦਾਦੀ ਜੀ ਨੇ, ਉਹ ਘਰ ਲੈਣ ਤੋਂ ਮਨ੍ਹਾ ਕਰ ਦਿੱਤਾ ਸੀ। ਉਹ ਕਹਿੰਦੇ ਸੀ ਕਿ ਜਿਸ ਤਰ੍ਹਾਂ ਅਸੀਂ ਉਜਾੜੇ ਗਏ ਹਾਂ, ਉਜਾੜੇ ਦੇ ਬੰਦਿਆਂ ਨੂੰ ਇਹ ਘਰ ਮਿਲਿਆ, ਜੇ ਇਹਨਾਂ ਨੂੰ ਇਹ ਘਰ ਫਿਰ ਅਸੀਂ ਇਹ ਦੁਬਾਰਾ ਉਜਾੜਾ ਹੋਏਗਾ, ਇਹ ਘਰ ਨਹੀਂ ਵਾਪਸ ਲੈਣਾ। ਕਹਿੰਦੇ ਉਹਨਾਂ ਨੇ ਆਪਣਾ ਘਰ ਵਾਪਸ ਨਹੀਂ ਸੀ ਲਿਆ। ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ।